ਭੈਣੇ ਕਦੇ ਕਦੇ ਚਾਹ ਚੜਦਾ, ਮੈਂ ਤਾਂ ਮੰਤਰੀ ਦੀ ਵੋਟੀ ਆ। ਨਹੀਂ ਇਹ ਤਾਂ ਪੂਰਾ ਨਖਰਾ ਹੈ ਭਾਵੇਂ ਮੰਨੇ ਨਾ ਅਗਲੀ। ਕਈ ਵਾਰੀ ਜਦੋਂ ਫਿਰ ਇਹ ਲੜਦੀ ਹੈ ਮੇਰੇ ਨਾਲ ਅੰਮ੍ਰਿਤਾ ਵੜਿੰਗ। ਅੱਛਾ, ਮੰਤਰੀ ਦੇ ਵੀ ਘਰੇ ਲੜਾਈ? ਹਾਂ, ਫਿਰ ਮੈਂ ਸੋਚਦਾ ਹਾਂ ਕਿ ਬਾਹਰ ਤਾਂ ਹਰੇਕ ਦੇ ਅੱਗੇ ਹੱਥ ਜੋੜ ਲੈਂਦੇ, ਇਹਦੇ ਵੀ ਜੋੜ ਲਾ। ਵੀ ਕੀ ਫਾਇਦਾ ਮੰਤਰੀ ਬਣੇ ਦਾ? ਮੰਤਰੀ ਬਣੇ ਦਾ ਇੱਥੇ ਮੰਤਰੀ ਪੁਣਾ ਚੱਲਦਾ ਨਹੀਂ। ਜੇ ਕਦੇ ਅਸੀਂ ਇਕੱਠੇ ਪਾਰਟੀ ਜਾਂਦੇ ਸੋ ਤੇਰੀ ਘਰ ਵਾਲੀ ਨੰਬਰ 1 ਹੈ, ਤੈਨੂੰ ਪਿੱਛੇ ਛੱਡ ਗਈ ਹੈ। ਮੈਂ ਕਿਹਾ ਮੈਨੂੰ ਰੋਟੀਆਂ ਪਕਾਉਣ ਲਾਉਂਗੇ। ਕਹਿੰਦੀ ਤੁਹਾਡੇ ਰਸ਼ ਘੱਟ ਸੀ, ਮੈਨੂੰ ਫਲਾਣੇ ਪੀਏ ਨੇ ਦੱਸਿਆ, ਜਦੋਂ ਮੈਂ ਗਈ ਉਦੋਂ ਭੀੜ ਬਹੁਤ ਆਈ। ਉਹ ਮੈਂ ਕਿਹਾ ਕਈ ਤੈਨੂੰ ਵੇਖਣ ਵੀ ਆ ਜਾਂਦੇ ਵੀ ਸੋਹਣੀ ਸੁਨੱਖੀ ਹੈ, ਚੱਲ ਵੇਖ ਹੀ ਆਈ। ਵਾਹ ਵਾਹ ਭੈਣ ਜੀ, ਬੀਬੀਆਂ ਨੂੰ ਅਕਸਰ ਆਦਤ ਹੁੰਦੀ ਹੈ ਘਰ 'ਚ ਕੁਝ ਵੀ ਹੋਵੇ ਪਹਿਲਾਂ ਸੁਖਣੀਆਂ ਸ਼ੁਰੂ ਕਰ ਦਿੰਦੀਆਂ ਨੇ ਵੀ ਆਹ ਹੋ ਜੇ ਤਾਂ ਆਹ ਕਰਾਂਗੇ, ਆਹ ਹੋ ਜੇ ਆਹ ਕਰਾਂਗੇ। ਸੁਖਣੀਆਂ ਸ਼ੁਰੂ ਕਰਤੀਆਂ। ਦਿਲ ਕਾ ਰਾਜਾ ਹੈ ਤੂੰ ਹੀ ਤਾਂ ਮੇਰਾ ਰਾਜਾ। ਕਿਵੇਂ ਇਸ਼ਕ ਪੇਚਾ ਜਾ ਵੀ ਕਦੇ ਪਿਆ ਹੋਣਾ ਕਿ ਨਹੀਂ? ਜੇ ਬੰਦੇ ਨੂੰ ਇਸ਼ਕ ਪੇਚਾ ਹੀ ਨਾ ਪਵੇ ਤਾਂ ਫਿਰ ਬੰਦਾ ਕਹਦਾ ਕਦੇ ਕਦੇ ਇੱਧਰ ਹੀ ਪਿਆ ਸੀ। ਹਾਂ, ਇੱਧਰ ਲਾ ਲਓ। ਸੋ ਦੁਨੀਆ ਦੀਆਂ तमाम ਪਤਨੀਆਂ ਨੂੰ ਬੇਨਤੀ ਆ ਇੰਟਰਵਿਊ ਜ਼ਰੂਰ ਸੁਣਿਓ। ਰਾਜਾ ਆਪਦੇ ਕੰਮਾਂ 'ਚ ਇੰਨੇ ਮਸ਼ਰੂਫ ਹੋ ਜਾਂਦੇ ਹੈ, ਮੇਰੇ ਵੱਲ ਦੇਖ ਰਹੇ ਹਾਂ ਬਟ ਨਹੀਂ ਤੁਸੀਂ ਪੁੱਛਿਆ ਨਾ ਉਹਨਾਂ ਨੇ। ਹਾਂ, ਬਿਨਾਂ ਕਿਸੇ ਦਬਾਅ ਦੇ, ਬਿਨਾਂ ਕਿਸੇ ਸਰਕਾਰੀ ਦਬਾਅ ਦੇ ਬੋਲਣਾ ਤੁਸੀਂ। ਨਹੀਂ, ਬਿਲਕੁਲ ਨਹੀਂ ਦਬਾਉਂਦੇ। ਐਕਚੁਅਲੀ ਰਾਜਾ ਦਬਾਵਾਂ ਵੀ ਤਾਂ ਤੁਸੀਂ ਦਬਦੇ ਹੀ ਨਹੀਂ। ਨਹੀਂ, ਮੈਂ ਤਾਂ ਕਹਿਣਾ ਟਾਣਾ ਸਾਹਿਬ ਬਣਾ ਲਓ ਗੱਲ, ਇੱਕ ਤੁਹਾਨੂੰ ਮਿੰਨੀ ਬੱਸ ਦਾ ਪਰਮਿਟ ਦੇ ਦਿੰਦਾ ਦੋਹਾਂ ਜਣ, ਨਾਲੇ ਬੱਸ ਚਲਾਈ ਗਏ ਨਾਲੇ ਇੰਟਰਵਿਊ ਕਰਿਆ ਕਰੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਟੀਵੀ। ਪੂੰ ਪਾ 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 ਪੂੰ ਪੂੰ ਪਾ। ਕੋਈ ਇਲਾਮਾ ਨਹੀਂ, ਕਦੇ ਕਦੇ ਲੜ ਪੈਂਦੀ ਹੈ, ਬਸ ਇਹੀ ਇਲਾਮਾ ਹੈ, ਅਦਰਵਾਈਜ਼ ਕੋਈ ਇਲਾਮਾ ਨਹੀਂ। ਕਦੇ ਘਰ 'ਚ ਇਹ ਗੱਲਾਂ ਵੀ ਚੱਲਦੀਆਂ ਨੇ ਵੀ ਅੱਜ ਤੁਸੀਂ ਵੀ ਭਿੰਡੀਆਂ ਬਣਾ ਕੇ ਦਿਖਾਓ। ਕਿ ਰਾਜੇ ਨੇ ਕਦੀ ਨਾ ਮੈਨੂੰ ਐ ਉਠਾ ਕੇ ਕਦੀ ਇਹ ਨਹੀਂ ਕਿਹਾ ਕਿ ਮੈਨੂੰ ਆਹ ਫਲਾਨੀ ਚੀਜ਼ ਬਣਾ ਕੇ ਦਿਓ ਜਾਂ ਚਾਹ ਹੀ ਬਣਾ ਕੇ ਲਿਆ ਦਿਓ। ਨਾਨੀ ਨੂੰ ਪੁੱਛਦੇ ਸੀ, ਨਾਨੀ ਜੀ ਕੋਲੇ ਰਹੇ, ਉਹਨਾਂ ਨੂੰ ਪੁੱਛਣਾ ਕਿ ਮੰਮੀ ਕਿੱਥੇ ਹੈ, ਉਹਨਾਂ ਨੇ ਸਾਨੂੰ ਕਹਿਣਾ ਕਿ ਤੇਰੀ ਮੰਮੀ ਪੁੱਤ ਸ਼ਹਿਰ ਗਈ ਹੈ ਅੱਜ। ਸੋ ਫਿਰ ਹੌਲੀ ਹੌਲੀ ਸਮਝ ਆਇਆ ਕਿ ਜਿਹੜਾ ਸ਼ਹਿਰ ਹੈ ਉਹ ਇੰਨੀ ਦੂਰ ਹੈ ਵੀ ਜਿੱਥੋਂ ਕੋਈ ਮੁੜ ਕੇ ਵਾਪਸ ਨਹੀਂ ਆਇਆ, ਜਿਹੜੇ ਸ਼ਹਿਰ ਦੀ ਮੇਰੀ ਨਾਨੀ ਗੱਲ ਕਰ। ਪਰ ਇਹ ਮੈਨੂੰ ਮਲਾਲ ਰਹਿੰਦਾ ਕਿ ਮੇਰੇ ਬੱਚਿਆਂ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਵੱਡੇ ਹੋ ਗਏ। ਹੁਣ ਫਿਰ ਤੁਹਾਡੀ ਇੱਛਾ ਮੁੱਖ ਮੰਤਰੀ ਬਣਨ ਦੀ ਹੈ? ਇੱਛਾਵਾਂ ਤੋਂ ਬਿਨਾ ਬੰਦਾ ਜਿਉ ਨਹੀਂ ਸਕਦਾ। ਬਾਈ ਜੀ, ਤੁਹਾਡੇ ਮੀਮਸ ਬਣਦੇ ਆ ਕਈ, ਕੋਈ ਰਾਜਾ ਵੜਿੰਗ ਕਦੇ ਵੀ ਕੁਝ ਵੀ ਕਹਿ ਦਿੰਦੇ ਆ। ਜੇ ਤੁਹਾਡੇ 'ਚ ਐਗਰੈਸ਼ਨ ਹੈ ਨਹੀਂ, ਜੇ ਬੰਦੇ 'ਚ ਰੜਕ ਤੇ ਮੜਕ ਹੈ ਨਹੀਂ, ਫਿਰ ਬੰਦੇ ਦੀ ਗੱਲ ਨਹੀਂ। ਕਿਆ ਗੱਲ ਕਰਦੇ ਯਾਰ, ਮੇਰੇ 'ਚ ਵੀ ਹੋਣੀ ਚਾਹੀਦੀ ਹੈ। ਰਾਜਾ ਵੜਿੰਗ ਗੁੱਸੇਖੋਰ ਇੰਨਾ ਬਈ, ਇੱਕ ਤਾਂ ਹੁੰਦੀ ਰਾਜਨੀਤਿਕ ਵਿਰੋਧਤਾ, ਇੱਕ ਹੁੰਦੀ ਦੁਸ਼ਮਣੀ। ਕਈਆਂ ਨਾਲ ਪਾਲੀ ਬੈਠੇ ਆ ਲੋਕ, ਇਹ ਗੱਲ ਕਹਿੰਦੇ ਆ। ਠੰਡ ਦਾ ਮੌਸਮ ਹੁੰਦਾ, ਗਰਮੀ ਦਾ ਮੌਸਮ ਹੁੰਦਾ, ਇਹ ਰਾਜਨੀਤਿਕ ਲੋਕਾਂ ਦੇ ਹੁਣ ਜੁੱਤੀਆਂ ਦਾ ਮੌਸਮ ਆਇਆ ਹੈ। ਕਾਂਗਰਸ ਦੇ ਵਿੱਚ ਕਿਸੇ ਨਾਲ ਮੁਕਾਬਲੇ ਤੋਂ ਪਹਿਲਾਂ ਆਪਸ ਦੇ ਵਿੱਚ ਨੂਰਾ ਕੁਸ਼ਤੀ ਹੁੰਦੀ ਹੈ। ਸੁਖਬੀਰ ਸਿੰਘ ਬਾਦਲ ਨੇ ਬਹੁਤ ਜ਼ਿਆਦਾ ਮਾੜੀ ਸ਼ਬਦਾਵਲੀ ਵਰਤੀ ਔਰ ਮੈਨੂੰ ਰੋਜ਼ ਟਾਰਚਰ ਕੀਤਾ ਜਾਂਦਾ ਸੀ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਵਾਰ ਹਾਂ ਜੱਜ ਦਾ ਵਿਚਾਰ ਪ੍ਰੋਗਰਾਮ ਦੇ ਵਿੱਚ ਨਾਨ ਪੋਲੀਟੀਕਲ ਇੰਟਰਵਿਊ, ਸਿਆਸਤ ਤੋਂ ਪ੍ਰੇਰਿਤ ਨਹੀਂ, ਗੈਰ ਰਾਜਨੀਤਿਕ ਇੰਟਰਵਿਊ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਸੋ ਕੀ ਮਨਸ਼ਾ ਹੈ, ਕਿਉਂ ਲੈ ਕੇ ਆਏ ਆ, ਸਾਰਾ ਕੁਝ ਜ਼ਰੂਰ ਦੱਸੋ। ਦੇਖੋ ਵੀ ਗੱਲ ਇਹ ਵੀ ਚੋਣਾਂ ਦਾ ਚੜਿਆ ਹੋਇਆ ਬੁਖਾਰ ਸਭ ਨੂੰ ਜੀ। ਜਿਹੜੇ ਵੀ ਸੱਜਣ ਤੋਂ ਮਿਲਦੇ ਉਹ ਕਹਿੰਦਾ ਸਾਡੇ ਵਾਲੇ ਪਾਸੇ ਤਾਂ ਇਹਨੇ ਜਿੱਤ ਜਾਣਾ, ਦੂਜਾ ਕਹਿੰਦਾ ਨਾ ਉਹਦਾ ਔਖਾ। ਪਰ ਇਸ ਦੌਰ ਦੇ ਵਿੱਚ ਜਦੋਂ ਸਭ ਨੂੰ ਹੀ ਰਾਜਨੀਤਿਕ ਇਸ਼ਕ ਹੋਇਆ ਵਿਆ, ਉਦੋਂ ਅਸੀਂ ਗੱਲਬਾਤ ਕਰਨੀ ਆ ਰਾਜਨੀਤੀ ਦੇ ਨਾਲ ਡੂੰਘੇ ਤੌਰ ਤੇ, ਗੂੜੇ ਤੌਰ ਦੇ ਉੱਤੇ ਇਸ਼ਕ ਰੱਖਣ ਵਾਲੇ ਬੰਦਿਆਂ ਨਾਲ। ਪਰ ਉਹ ਗੱਲ ਨਹੀਂ ਕਰਨੀ ਬਾਈ ਜੀ ਵੋਟਾਂ ਦੇ ਵਿੱਚ ਫਿਰ ਕਿਵੇਂ ਵਿਚਰ ਰਹੇ ਆ, ਬਾਈ ਜੀ ਐਤਕੀ ਕਿਹਨੂੰ ਢਾਲੋਗੇ, ਤੁਹਾਡੀ ਪਾਰਟੀ ਕਿੱਥੇ ਜੇ ਖੜੀ ਆ, ਕਿਵੇਂ ਖੜੀ ਆ। ਇਹ ਨਹੀਂ ਗੱਲਾਂ ਅੱਜ ਗੱਲਾਂ ਬਾਤਾਂ ਕਰਨੀਆਂ ਉਹ ਜਿਹੜੀਆਂ ਕਿ ਅੰਦਰੇ ਨੂੰ ਚੰਗੀਆਂ ਲੱਗਦੀਆਂ। ਬੰਦਾ ਕੋਈ ਰਾਜਨੀਤਿਕ ਹੋਵੇ, ਬੰਦਾ ਕੋਈ ਵਪਾਰੀ ਹੋਵੇ, ਬੰਦਾ ਕੋਈ ਕਲਾਕਾਰ ਹੋਵੇ, ਉਹਦੇ ਅੰਦਰ ਵੀ ਤਾਂ ਕੁਝ ਨਾ ਕੁਝ ਚੱਲਦਾ ਨਾ। ਹਰ ਬੰਦੇ ਦੇ ਅੰਦਰ ਸਵਾਲਾਂ ਦਾ ਜਵਾਰ ਭਾਟਾ ਉੱਠਦਾ ਔਰ ਹਰ ਇੱਕ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਜੀ। ਅੱਜ ਅਸੀਂ ਗੱਲ ਕਰਨੀ ਰਾਜਾ ਵੜਿੰਗ, ਜਿਹੜੇ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ, ਤੇ ਨਾਲ ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਹੋਰਾਂ ਦੇ ਨਾਲ। ਜੀ ਬਿਲਕੁਲ। ਇੱਛਾ ਸਾਡੀ ਇਹ ਸੀ ਕਿ ਉਹਨਾਂ ਦੇ ਬਾਲ ਬੱਚੇ ਵੀ ਨਾਲ ਬਹਿੰਦੇ, ਪਰ ਬੱਚੇ ਆ ਜਿਹੜੇ ਉਹ ਆਪੋ ਆਪਣੇ ਕੰਮਾਂ ਦੇ ਵਿੱਚ ਮਸਰੂਫ ਆ ਤੇ ਉਹ ਹਾਲੇ ਤੱਕ ਤਿਆਰ ਹੋ ਕੇ ਪਹੁੰਚ ਨਹੀਂ ਸਕੇ ਵੇਲੇ ਸਿਰ। ਅਸੀਂ ਆਖਿਆ ਚਲੋ ਕੋਈ ਗੱਲ ਨਹੀਂ, ਜਦੋਂ ਮਾਪੇ ਹੈਗੇ ਆ
ਤੇ ਫਿਰ ਅਗਲੀ ਵਾਰੀ ਬੱਚੇ ਵੀ ਬਿਠਾਵਾਂਗੇ। ਬਿਲਕੁਲ ਸਹੀ। ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਕਰਦੇ ਹਾਂ ਅਗਲੀ ਬਾਈ ਜੀ, ਗੱਲਬਾਤ। ਠੀਕ ਠਾਕ ਹੋ? ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਚੜ੍ਹਦੀ ਕਲਾ ਚ। ਟੈਣਾ ਸਾਹਿਬ, ਤਿੰਨ ਸਾਹਿਬ, ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸਾਨੂੰ ਦਰਸ਼ਕਾਂ ਦੇ ਰੂਬਰੂ ਕਰਾ ਰਹੇ ਹੋ। ਬਹੁਤ ਮਿਹਰਬਾਨੀ ਤੁਹਾਡੀ। ਟੈਣਾ ਸਾਹਿਬ ਅੱਜ ਕੋਈ ਤਿੱਖਾ ਸਵਾਲ ਨਹੀਂ। ਨਾ ਮੈਂ ਤਿੱਖਾ ਕਾਹਤੋਂ ਕਰਨਾ, ਮੇਰਾ ਮੋਟਰਸਾਈਕਲ ਰੋਕ ਲੈਣਗੇ। ਜੇ ਉਹਨਾਂ ਨੇ ਕਹਿਤਾ ਵੀ ਇਹਦੀ ਆਰਸੀ ਚੈੱਕ ਕਰੋ, ਇਹਦਾ ਕਰੋ ਲਾਇਸੈਂਸ ਚੈੱਕ, ਤੇ ਲਾਇਸੈਂਸ ਮੇਰਾ ਲੰਘਿਆ ਪਿਆ, ਨਹੀਂ ਲੰਘਿਆ ਨਾ ਵੀ ਹੋਇਆ ਤਦ ਵੀ ਅਸੀਂ ਰੋਕ ਲਾਂਗੇ ਜੇ ਰੋਕਣਾ ਹੋਵੇ ਤਾਂ। ਵਾਹ ਕਿਉਂ ਗਰੀਬ ਮਾਰ ਕਰਦੇ ਹੋ? ਵਾਹ ਐਵੇਂ ਮੈਨੂੰ ਕਢਵਾ ਦਿਓਗੇ, ਮੈਂ ਤੁਹਾਡੇ ਖਾਤੇ ਪੈ ਜਾਣਾ। ਰਾਜਨੀਤਿਕ ਲੋਕਾਂ ਦੇ ਇਲਜ਼ਾਮ ਤਾਂ ਲੱਗਦਾ ਹੀ ਹੈ ਕਿ ਜੇ ਨਹੀਂ ਵੀ ਠੀਕ ਹੋਇਆ ਤਦ ਵੀ ਠੀਕ ਕਰ ਲਾਂਗੇ, ਜੇ ਠੀਕ ਹੋਇਆ ਤਾਂ ਤਦ ਵੀ ਖਰਾਬ ਕਰ ਦੇਵਾਂਗੇ। ਜੀ ਬਿਲਕੁਲ ਸਹੀ। ਬਾਈ ਜੀ, ਉਹਦਾ ਘਰੇ ਹਾਸਾ ਠੱਠਾ ਹੁੰਦਾ ਕਿ ਹਮੇਸ਼ਾ ਹੀ ਹੁੰਦਾ? ਰਾਜਨੀਤਿਕ ਲੋਕਾਂ ਦੇ ਨਾਲ ਜਦੋਂ ਅਸੀਂ ਮਿਲਦੇ ਆ, ਉਹਨਾਂ ਵਿਚਾਰੇ ਤਣਾਅ ਜਿਹਦੇ ਵਿੱਚ ਹੁੰਦੇ ਆ। ਇਧਰੋਂ ਫੋਨ ਆਉਂਦਾ, ਸਰਪੰਚ ਕੀ ਕਹਿੰਦਾ, ਇਧਰੋਂ ਆਉਂਦਾ ਕਾਉਂਸਲਰ, ਫਿਰ ਟਿਕਦਾ ਕਿਉਂ ਨਹੀਂ, ਐਤਕੀ ਕਿੰਨੀਆਂ ਕਈਦਰ, ਇਧਰੋਂ ਕਰੋ ਕੁਛ ਕਰੋ। ਹਾਂ, ਕਦੇ ਕਦੇ ਤਾਂ ਜਿਵੇਂ ਤੁਸੀਂ ਕਹਿੰਦੇ ਐਂ ਹੀ ਹੁੰਦਾ ਸਾਡੇ ਨਾਲ, ਕਦੇ ਕਦੇ ਹਾਸਾ ਖੇਡਾ ਵੀ ਹੋ ਜਾਂਦਾ। ਪਰ ਮੇਰੀ ਰਾਜਨੀਤਿਕ ਜੀਵਨ ਨੇ ਮੈਨੂੰ ਬੜਾ ਕੁਝ ਸਿਖਾਤਾ। ਕਈ ਵਾਰੀ ਜਦੋਂ ਫਿਰ ਇਹ ਲੜਦੀ ਹੈ ਮੇਰੇ ਨਾਲ, ਅੰਮ੍ਰਿਤਾ ਵੜਿੰਗ। ਅੱਛਾ, ਮੰਤਰੀ ਦੇ ਵੀ ਘਰੇ ਲੜਾਈ? ਹਾਂ, ਲੜਾਈ ਹਰੇਕ ਦੇ ਕਰੇ। ਕਈ ਵਾਰੀ ਜਦੋਂ ਫਿਰ ਲੜਨ ਲੱਗਦੀ ਹੈ, ਫਿਰ ਮੈਂ ਸੋਚਦਾ ਹਾਂ ਕਿ ਬਾਹਰ ਤਾਂ ਹਰੇਕ ਦੇ ਅੱਗੇ ਹੱਥ ਜੋੜ ਲੈਣਾ, ਇਹਦੇ ਵੀ ਜੋੜ ਲਾ, ਫਿਰ ਸੌਖਾ ਕੰਮ ਹੋ ਜਾਂਦਾ। ਇਹਦੇ ਵੀ ਜੋੜ ਲੈਣਾ ਕਿ ਤੁਸੀਂ ਆਖਿਆ ਨਾ ਵੀ ਫਿਰ ਮੈਂ ਸੋਚਦਾ ਵੀ ਕੀ ਫਾਇਦਾ ਮੰਤਰੀ ਬਣੇ ਦਾ। ਮੰਤਰੀ ਬਣੇ ਦਾ ਇੱਥੇ ਮੰਤਰੀ ਪੁਣਾ ਚੱਲਦਾ ਨਹੀਂ, ਇੱਥੇ ਤਾਂ ਫਿਰ ਹੱਥ ਜੋੜੋਗੇ ਤਾਂ ਘਰ ਫਿਰ ਚੰਗਾ ਚੱਲਦਾ। ਹਾਂ ਤੇ ਬਿਲਕੁਲ। ਭੈਣ ਜੀ ਫਿਰ ਹੱਥ ਜਿਹੜੇ ਆ ਉਹ ਮਤਲਬ ਨਾਰਮਲ ਗੱਲਬਾਤ 'ਚ ਹੀ ਜੁੜਦੇ ਨੇ ਕਿ ਉੱਥੇ ਵੀ ਭਾਸ਼ਣ ਵਾਲੀ ਕਲਾ ਆ ਜਾਂਦੀ ਹੈ ਫਿਰ ਬੋਲਦੇ ਬੋਲਦੇ? ਦੇਖੋ ਜ਼ਿਆਦਾ ਤਕਰਾਰ ਨਹੀਂ ਹੁੰਦਾ ਬਿਕਾਜ਼ ਰਾਜਾ ਜੀ ਦੀ ਕੋਈ ਲਾਈਫ ਇੰਨੀ ਈਜ਼ੀ ਨਹੀਂ। ਮੈਂ ਵੇਖਦੀ ਹਾਂ ਇਸ ਗੱਲ ਨੂੰ, ਰੋਜ਼ ਬੜੇ ਸਟ੍ਰੈਸ ਨਾਲ ਜ਼ਿੰਦਗੀ ਲੰਘ ਰਹੀ ਹੁੰਦੀ ਹੈ, ਸਟ੍ਰੈਸ ਦੇ ਦੌਰ ਚੋਂ, ਪਰ ਕਦੀ ਨਾ ਕਦੀ ਗੁੱਸਾ ਵੀ ਆ ਜਾਂਦਾ ਹੈ। ਕਦੀ ਨਾ ਕਦੀ ਜ਼ਿੰਦਗੀ ਦੇ ਕੋਈ ਇਹ ਜਿਹੇ ਮੋਮੈਂਟਸ ਹੁੰਦੇ ਆ ਜਿੱਥੇ ਬੱਚੇ ਐਕਸਪੈਕਟ ਕਰਦੇ ਆ ਕਿ ਪਾਪਾ ਟਾਈਮ ਤੇ ਪਹੁੰਚਣ ਜਾਂ ਪਾਪਾ ਅਟੈਂਡ ਕਰਨ। ਜਦੋਂ ਕਿਤੇ ਫਿਰ ਉੱਥੇ ਰਾਜਾ ਐਬਸੈਂਟ ਹੁੰਦੇ ਆ, ਕਦੇ ਕਦੇ ਟਿਕਾ ਲਈਦਾ ਤੇ ਕਦੇ ਕਦੇ ਰੌਲਾ ਵੀ ਪੈ ਜਾਂਦਾ। ਵਾਹ, ਕਦੇ ਮੰਨ ਲਈਆਂ, ਕਦੇ ਮਨਾ ਲਈਆਂ, ਹਾਂਜੀ ਹਾਂਜੀ, ਕਦੇ ਝੁਕ ਗਏ, ਕਦੇ ਝੁਕਾ ਲਿਆ। ਬਿਲਕੁਲ। ਪਰ ਨਹੀਂ, ਮੈਂ ਹੀ ਚੁੱਪ ਬੰਦਾ ਵੈਸੇ ਹੀ ਨਾ ਤੂਤੜੀ ਛਿਟੀ ਵਰਗਾ ਹੋਣਾ ਚਾਹੀਦਾ। ਹਾਂ, ਲਿਫ ਜੇ ਵੇਲੇ ਸਰੀ ਟੋਕਰਾ ਫੇਰ ਹੀ ਬਣਦਾ। ਜਿਹਨੇ ਕਾਮਯਾਬ ਰਹਿਣਾ ਉਹ ਲਿਫਿਆ ਹੀ ਚੰਗਾ। ਸਿਆਣੇ ਵੀ ਕਹਿੰਦੇ ਕਿ ਜਿਹੜੇ ਨੀਵੇਂ ਰੁੱਖਾਂ ਨੂੰ ਫਲ ਲੱਗਦੇ ਰਹਿੰਦੇ, ਤੇ ਜਿੰਨਾ ਤੁਸੀਂ ਨੀਵਾਂ ਉੱਚਾ ਹੋ ਰਹੋਗੇ, ਕੇ ਮਾਣ ਨਾ ਕਰੀ। ਹਾਂ ਬਿਲਕੁਲ, ਉਹ ਘਰੇ ਵੀ ਸੌਖਾ ਰਹੂਗਾ, ਉਹ ਬਾਹਰ ਵੀ ਸੌਖਾ ਰਹੂਗਾ ਜੇ ਨੀਵਾਂ ਰਹੂਗਾ ਤਾਂ। ਜੀ ਬਿਲਕੁਲ। ਤੇ ਭੈਣ ਜੀ ਘਰ ਦੇ ਵਿੱਚ ਫਿਰ ਅਸਲੀ ਮੰਤਰੀ ਤੁਸੀਂ ਹੋ? ਨਹੀਂ, ਕੰਬੀਨੇਸ਼ਨ ਹੈ ਦੋਵਾਂ। ਹੋਮ ਮਿਨਿਸਟਰੀ ਹਮੇਸ਼ਾ ਉੱਪਰ ਹੁੰਦੀ ਇਹ ਹੈ। ਤੁਸੀਂ ਕਹਿ ਸਕਦੇ ਹੋ, ਜੀ ਬਿਲਕੁਲ ਸਹੀ ਹੈ ਗੱਲ। ਹਾਂ, ਹੋਮ ਮਿਨਿਸਟਰੀ ਹਮੇਸ਼ਾ ਉੱਪਰ ਹੁੰਦੀ ਹੈ। ਬਿਕਾਜ਼ ਰਾਜਾ ਨਾਰਮਲੀ ਘਰੋਂ ਐਬਸੈਂਟ ਹੁੰਦੇ ਹੈ ਜੀ 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 ਜੀ। ਤੇ ਸਾਰੇ ਡਿਸੀਜਨਸ ਆਪ ਨੂੰ ਲੈਣੇ ਪੈਂਦੇ ਹੈ, ਤੇ ਫਿਰ ਉਹ ਕਿਤੇ ਨਾ ਕਿਤੇ ਠੀਕ ਹੈ ਗੱਲ। ਭੈਣੇ, ਕਦੇ ਕਦੇ ਚਾਹ ਚੜਦਾ, ਮੈਂ ਤਾਂ ਮੰਤਰੀ ਦੀ ਵੋਟੀ ਆ। ਬਾਈ ਜੀ ਕੰਮਾਂ 'ਚ ਇੰਨੇ ਬਿਜ਼ੀ ਰਹੀਦਾ ਹੈ ਨਾ ਕਿ ਉਹ ਚਾਹ ਚੂ ਤਾਂ ਭੁੱਲ ਹੀ ਜਾਂਦਾ। ਓਨੈਸਟਲੀ ਕੰਮਾਂ 'ਚ ਗਵਾਚ ਹੀ ਜਾਂਦਾ ਚਾਹ। ਨਹੀਂ, ਸਹੇਲੀਆਂ ਤਾਂ ਕਹਿੰਦੀਆਂ ਹੋਣਗੀਆਂ ਵੀ ਅੱਜ ਕੱਲ ਤਾਂ ਫਿਰ ਮੰਤਰੀ ਦੀ ਵੋਟੀ ਹੈ, ਪੂਰੀ ਟੌਰ ਹੈ। ਹਾਂ ਨਹੀਂ, ਇਹ ਤਾਂ ਪੂਰਾ ਨਖਰਾ ਹੈ। ਹੈ। ਭਾਵੇਂ ਮੰਨੇ ਨਾ ਅਗਲੀ, ਮੇਰੇ ਸਾਹਮਣੇ ਤਾਂ ਕਹੂਗੀ ਮੈਂ ਬਹੁਤ ਬਈ ਦੁਖੀ ਐ, ਟਾਈਮ ਨਹੀਂ ਮਿਲਦਾ, ਇਹੋ ਜੀ ਮੰਤਰੀ ਤੋਂ ਕੀ ਲੈਣਾ ਸੀ। ਪਰ ਬਾਹਰ ਤਾਂ ਚੌਧਰ ਚੱਲਦੀ ਹੈ। ਹਾਂ, ਸਹੇਲੀਆਂ 'ਚ ਜਿਹੜੀ ਗੱਲ ਹੈ, ਉਹਨਾਂ 'ਚੋਂ ਤਾਂ ਬੰਦੇ ਨੂੰ ਆਪਦੇ ਘਰ ਵਾਲੇ ਦਾ ਮਾਣ ਤਾਂ ਹੁੰਦਾ ਹੀ ਹੈ ਵੀ। ਵਾਹ ਵਾਹ, ਹੈ ਗੱਲਬਾਤ। ਹਾਂ ਬਿਲਕੁਲ। ਵੈਂਗ ਸਾਹਿਬ, ਨਿੱਕੇ ਹੁੰਦਿਆਂ ਵੀ ਕਦੇ ਐ ਅਹਿਸਾਸ ਪਾਲਿਆ ਸੀ ਕਿ ਯਾਰ ਕਦੇ ਚੋਣਾਂ ਲੜਦੀਆਂ, ਕਦੇ ਕੁਛ ਕਰਨਾ ਇਦਾਂ ਦਾ, ਥੋੜਾ ਜਿਹਾ ਮੂਹਰੇ ਹੋ ਕੇ ਤੁਰਨਾ, ਐ ਲੋਈ ਦੀ ਬੁੱਕਲ ਵੱਜੀ ਹੋਵੇ, ਬੰਦੇ ਮਗਰ ਆਉਂਦੇ ਹੁਣ, ਗੱਲ ਜੀ ਫੇਰ ਬਣਦੀ ਹੈ। ਟੈਣਾ ਸਾਹਿਬ, ਜਿਹੜੀ ਨਿੱਕੇ ਹੁੰਦੇ ਦੀ ਗੱਲ ਹੈ, ਤੁਸੀਂ, ਮੈਨੂੰ ਪਤਾ ਤੁਸੀਂ ਬੜੀ ਗੁਰਬਤ ਦੇ ਵਿੱਚੋਂ, ਬੜੇ ਤਿੱਖੇ ਹਾਲਾਤ ਚੋਂ ਨਿਕਲੇ ਆ। ਦੁੱਖ ਦੀ ਰਗ ਤੇ ਕਈ ਵਾਰੀ ਜਦੋਂ ਬੰਦਾ ਹੱਥ ਲਾ ਲੈਂਦਾ ਹੈ ਤਾਂ ਉਹ ਕਈ ਵਾਰੀ ਬੰਦਾ ਇਮੋਸ਼ਨਲ ਹੋ ਜਾਂਦਾ ਹੈ। ਬਚਪਨ ਤਾਂ ਬਹੁਤ ਹੀ ਔਖਾ ਲੰਘਿਆ ਤੇ ਬਹੁਤ ਸਖਤ ਲੰਘਿਆ ਜ਼ਿੰਦਗੀ। ਇਹ ਤਾਂ ਮਹਿਸੂਸ ਕੀ ਕਰਨਾ ਹੈ ਕਿ ਮੰਤਰੀ ਬਣਾਂਗੇ ਤੇ ਸ਼ੌਲ ਦੀ ਬੁੱਕਲ ਮਾਰਾਂਗੇ। ਕਦੇ ਇਹ ਵੀ ਨਹੀਂ ਮਹਿਸੂਸ ਕੀਤਾ ਸੀ ਵੀ ਚੰਗਾ ਘਰ-ਬਾਰ ਹੋਊਗਾ, ਵਿਆਹ ਹੋਊਗਾ, ਗੱਲਬਾਤ ਹੋਊਗੀ, ਬੱਚੇ ਹੋਣਗੇ, ਸੋਹਣੀ ਰੌਣਕ ਲੱਗੂਗੀ। ਇੰਨੀ ਕਲਪਨਾ ਵੀ ਨਹੀਂ ਕਦੇ ਕੀਤੀ ਸੀ ਬਚਪਨ ਤੇ। ਬਚਪਨ 'ਚ ਮਾਤਾ ਚਲੀ ਗਈ, ਪਿਤਾ ਚਲੇ ਗਏ, ਔਰ ਅਸੀਂ ਵੇਖਦੇ ਹੁੰਦੇ ਸੀ, ਨਾਨੀ ਨੂੰ ਪੁੱਛਦੇ ਸੀ, ਨਾਨੀ ਜੀ ਕੋਲੇ ਰਹੇ, ਉਹਨਾਂ ਨੂੰ ਪੁੱਛਣਾ ਕਿ ਮੰਮੀ ਕਿੱਥੇ ਹੈ, ਉਹਨਾਂ ਨੇ ਸਾਨੂੰ ਕਹਿਣਾ ਕਿ ਤੇਰੀ ਮੰਮੀ ਪੁੱਤ ਸ਼ਹਿਰ ਗਈ ਹੈ, ਆ ਜਾਊਗੀ। ਸੋ ਫਿਰ
ਹੌਲੀ ਹੌਲੀ ਸਮਝ ਆਇਆ ਕਿ ਜਿਹੜਾ ਸ਼ਹਿਰ ਹੈ ਉਹ ਇੰਨੀ ਦੂਰ ਹੈ ਵੀ ਜਿੱਥੋਂ ਕੋਈ ਮੁੜ ਕੇ ਵਾਪਸ ਨਹੀਂ ਆਇਆ, ਜਿਹੜੇ ਸ਼ਹਿਰ ਦੀ ਮੇਰੀ ਨਾਨੀ ਗੱਲ ਕਰਦੀ ਹੈ। ਸੋ ਉਹਨਾਂ ਹਾਲਾਤਾਂ 'ਚ ਇਹ ਕਲਪਨਾ ਕਰਨੀ ਕਿ ਮੰਤਰੀ ਬਣਾਂਗੇ, ਫਲਾਂ ਕਰਾਂਗੇ, ਲੇਕਿਨ ਹਾਂ ਜਿਵੇਂ ਜਿਵੇਂ ਜ਼ਿੰਦਗੀ ਵੱਡੇ ਹੁੰਦੇ ਗਏ, ਥੋੜੀ ਅੱਗੇ ਥੋੜੇ ਜਿਹੇ ਜਵਾਨ ਹੋਏ, ਫਿਰ ਬਚਪਨ 'ਚ ਹੀ ਚਾਹੇ ਸਕੂਲ ਸੀ, ਚਾਹੇ ਕਾਲਜ ਸੀ, ਚਾਹੇ ਕਿਤੇ ਵੀ ਸੀ, ਥੋੜੀ ਆਪਦੀ ਵੱਖਰੀ ਪਹਿਚਾਣ ਰਹੀ, ਆਪਦੀ ਵੱਖਰੀ ਗੱਲ ਰਹੀ। ਸੋ ਪਰ ਇਹ ਨਹੀਂ ਕਦੇ ਸੀਗਾ ਕਿ ਇੱਥੋਂ ਤੱਕ ਪਹੁੰਚ ਜਾਵਾਂਗੇ, ਪਰ ਜਿਵੇਂ ਜਿਵੇਂ ਥੋੜੀ ਜਿਹੀ ਹੋਰ ਸਮਝ ਆਈ, ਫਿਰ ਮਨ ਨੂੰ ਲੱਗਿਆ ਕਿ ਨਹੀਂ, ਆਪਾਂ ਜ਼ਿੰਦਗੀ 'ਚ ਬਹੁਤ ਅੱਗੇ ਜਾ ਸਕਦੇ। ਸੋ ਅੱਜ ਵੀ ਹਮੇਸ਼ਾ ਮੈਂ ਜੋ ਸੋਚਦਾ ਹੈ, ਕਈ ਵਾਰੀ ਮੈਨੂੰ ਕਾਫੀ ਇੰਟਿਊਸ਼ਨ ਹੋ ਜਾਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਹੋਣ ਵਾਲਾ ਹੈ। ਹਾਲਾਂਕਿ ਮੈਂ ਕੋਈ ਗਿਆਨੀ ਤਾਂ ਨਹੀਂ ਹੈ, ਲੇਕਿਨ ਜਿਹੜੀ ਤੁਹਾਡੀ ਇੰਟਰਨਲ ਫੀਲਿੰਗ ਹੈ ਉਹਦੇ 'ਚ ਕਈ ਵਾਰੀ ਸਾਨੂੰ ਸਮਝ ਆ ਜਾਂਦੀ ਹੈ। ਸੋ ਫਿਰ ਹੌਲੀ ਹੌਲੀ ਸਮਝ ਆਉਣ ਲੱਗ ਪਿਆ ਸੀ। ਮੈਂ ਹੁਣ ਪੌਣੇ 5 ਸਾਲ ਮੰਤਰੀ ਨਹੀਂ ਬਣਿਆ, ਪਰ ਮੇਰੇ ਮਨ 'ਚ ਇੱਛਾ ਸੀਗੀ ਕਿ ਟੈਨਿਓਰ ਤੋਂ ਪਹਿਲਾਂ ਜ਼ਰੂਰ ਬਾਬਾ ਨਾਨਕ ਕਿਰਪਾ ਕਰੇਗਾ। ਅੱਛਾ। ਭਾਵੇਂ ਉਹ ਸਿਆਣੇ ਕਹਿੰਦੇ ਵੀ 2.5 ਮਹੀਨੇ ਆਈ, 2.5 ਮਹੀਨੇ ਭੇਡ ਦੇ ਲੇਲੇ ਤੇ ਕਹਿੰਦੇ ਜਵਾਨੀ ਆਉਂਦੀ ਹੈ। 2.5 ਮਹੀਨੇ ਆਈ, ਪਰ ਉਹ 2.5 ਮਹੀਨੇ ਵੀ ਉਹਨੂੰ ਖੜੇ ਮਿੱਥੇ ਮੰਨ ਕੇ ਤੇ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਸੋ ਹਮੇਸ਼ਾ ਬਚਪਨ ਤੋਂ ਲੈ ਕੇ ਹੁਣ ਤੱਕ ਕੁਝ ਕਰਨ ਦੀ ਕੋਸ਼ਿਸ਼ ਤਾਂ ਹਮੇਸ਼ਾ ਰਹੀ ਹੈ, ਤੇ ਆਪਦੀ ਵੱਖਰੀ ਪਹਿਚਾਣ ਬਣਾਉਣ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ। ਪਰ ਇੰਨੀ ਕਲਪਨਾ ਨਹੀਂ ਕੀਤੀ ਸੀ ਕਿ ਇੱਕ ਦਿਨ ਕੈਬਨਿਟ ਮੰਤਰੀ ਹੋਊਗਾ। ਇਹ ਸਭ ਬਾਬਾ ਜੀ ਦੀ ਕਿਰਪਾ ਹੈ, ਲੋਕਾਂ ਦੀ ਕਿਰਪਾ ਹੈ, ਆਸ਼ੀਰਵਾਦ। ਹੁਣ ਫਿਰ ਤੁਹਾਡੀ ਇੱਛਾ ਮੁੱਖ ਮੰਤਰੀ ਬਣਨ ਦੀ ਹੈ। ਤੁਸੀਂ ਪਿੱਛੇ ਜੇ ਗੱਲ ਕੀਤੀ ਤੇਰਾ ਸਭ ਇਹ ਤੋਂ ਅੱਗੇ ਵੀ ਜਾਣਾ। ਇੱਛਾਵਾਂ ਤੋਂ ਬਿਨਾਂ ਬੰਦਾ ਜਿਉ ਨਹੀਂ ਸਕਦਾ। ਬਿਲਕੁਲ। ਜਿਹੜੇ ਲੋਕਾਂ ਦੀਆਂ ਇੱਛਾਵਾਂ ਨਹੀਂ ਹਨ, ਉਹ ਮੇਰਾ ਖਿਆਲ ਉਹਨਾਂ ਦਾ ਜੀਵਨ ਅਧੂਰਾ ਹੈ। ਹਰ ਵਿਅਕਤੀ ਦੀ ਛੋਟੇ ਤੋਂ ਛੋਟੇ ਜਿਹੜਾ ਕਲਰਕ ਵੀ ਹੈ, ਉਹਨੂੰ ਇਹ ਲੱਗਦਾ ਕਿ ਹੁਣ ਮੈਂ ਇਹ ਦੁਤਾਂ ਨੂੰ ਜਾਣਾ ਹੈ। ਸੋ ਬਿਲਕੁਲ 42 ਸਾਲਾਂ ਦੀ ਉਮਰ 'ਚ ਬਾਬਾ ਜੀ ਨੇ ਕਿਰਪਾ ਕੀਤੀ ਹੈ ਕਿ ਕੈਬਨਿਟ ਵਜ਼ੀਰ ਬਣਾਇਆ ਨਾਨ ਪੋਲੀਟੀਕਲ ਬੰਦੇ ਨੂੰ, ਨਾਨ ਪੋਲੀਟੀਕਲ ਫੈਮਿਲੀ ਦੇ ਬੰਦੇ ਨੂੰ। ਤੇ ਆਸ ਤਾਂ ਰਹਿੰਦੀ ਹੈ ਕਿ ਅੱਗੇ ਜਾਣਾ ਹੈ, ਅੱਗੇ ਪਰਮਾਤਮਾ ਦੀ ਮਰਜ਼ੀ ਹੈ ਕੀ ਕਰਨਾ, ਲੇਕਿਨ ਹਾਂ ਜ਼ਰੂਰ ਉਮੀਦ ਤੇ ਆਸ ਜ਼ਰੂਰ ਹੈ ਤੇ ਸੋਚ ਜ਼ਰੂਰ ਹੈ। ਬਿਲਕੁਲ। ਤੇ ਵੀਰ ਜੀ ਵੈਸੇ ਤਾਂ ਵਿਹਲਾ ਸਮਾਂ ਬਿਲਕੁਲ ਨਹੀਂ ਹੁੰਦਾ ਤੁਹਾਡੇ ਕੋਲ, ਅਸੀਂ ਸਾਰੇ ਜਾਣਦੇ ਹਾਂ, ਪਰ ਬੰਦੇ ਦੇ ਅੰਦਰ ਇੱਛਾਵਾਂ ਬੜੀਆਂ ਹੁੰਦੀਆਂ ਕਿ ਜੇ ਮੇਰੇ ਕੋਲ ਥੋੜਾ ਜਿਹਾ ਵੀ ਫ੍ਰੀ ਟਾਈਮ ਹੋਵੇ, ਮੈਂ ਆਹ ਕਰਨਾ ਪਸੰਦ ਕਰੂੰਗਾ ਜਾਂ ਆਹ ਕੰਮ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਤੁਸੀਂ ਕੀ ਪਸੰਦ ਕਰਦੇ ਹੋ? ਮੈਨੂੰ ਲੱਗਦਾ ਜੇ ਥੋੜਾ ਜਿਹਾ ਸਮਾਂ ਹੋਵੇ ਤਾਂ ਮੈਂ ਆਪਦੀ ਘਰ ਵਾਲੀ ਨਾਲ, ਬੱਚਿਆਂ ਨਾਲ ਬਾਤ ਕੇ ਗੱਲਾਂ ਕਰਾਂ। ਮੈਨੂੰ ਇੱਕ ਹੀ ਮਲਾਲ ਰਹਿੰਦਾ ਇਸ ਗੱਲ ਦਾ। ਹਾਲਾਂਕਿ ਮੇਰੀ ਘਰ ਵਾਲੀ ਨੂੰ ਇਹ ਮਹਿਸੂਸ ਨਹੀਂ ਹੁੰਦਾ, ਇਹ ਗੱਲ ਉਹਨੂੰ ਲੱਗਦੀ ਕਿ ਨਹੀਂ ਤੂੰ ਸ਼ਾਇਦ ਗਲਤ ਕਹਿਣਾ, ਪਰ ਇਹ ਮੈਨੂੰ ਮਲਾਲ ਰਹਿੰਦਾ ਕਿ ਮੇਰੇ ਬੱਚਿਆਂ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਵੱਡੇ ਹੋ ਗਏ। ਮੈਂ ਕਈ ਵਾਰੀ ਸੋਚਦਾ ਕਿ ਮੇਰੀ ਬੇਟੀ ਕਈ ਵਾਰੀ ਮੈਨੂੰ ਜੱਫੀ ਪਾ ਕੇ ਸੌਂਦੀ ਹੈ। ਮੈਂ ਕਿਹਾ ਇਹ ਮੁੜ ਵਾਪਸ ਸਮਾਂ ਨਹੀਂ ਆਉਣਾ, ਚਾਹੇ ਰਾਜਾ ਵੜਿੰਗ ਮੁੱਖ ਮੰਤਰੀ ਪੰਜਾਬ ਬਣ ਜਾਏ ਜੀ। ਮੁੜ ਮੈਂ ਆਪਦੀ ਧੀ ਨਾਲ ਜਿਹੜਾ ਅੱਜ ਜੱਫੀ ਪਾ ਕੇ ਪੈ ਸਕਦਾ ਹੈ, ਮੈਂ ਤੇ ਮੇਰੇ ਪੁੱਤ ਨਾਲ ਪੈ ਸਕਦਾ, ਮੇਰੇ ਬੇਟੇ ਨਾਲ ਜੀ, ਮੁੜ ਕੇ ਇਹਨਾਂ ਜਵਾਕਾਂ ਨਾਲ ਮੈਂ ਐ ਨਹੀਂ ਪੈ ਸਕਣਾ ਜ਼ਿੰਦਗੀ 'ਚ। ਭਾਵੇਂ ਮੈਂ ਕਿਤੇ ਵੀ ਪਹੁੰਚ ਜਾ, ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨਾ ਬਣ ਜਾਏ ਬੰਦਾ ਜੀ। ਸੋ ਇਹ ਗੱਲ ਦਾ ਮਲਾਲ ਜ਼ਰੂਰ ਹੈ ਕਿ ਸਮਾਂ ਬੜੀ ਸਪੀਡ ਨਾਲ ਲੰਘ ਰਿਹਾ, ਮੁੜ ਵਾਪਸ ਨਹੀਂ ਆਉਣਾ। ਇਹ ਸਭ ਗੱਲਾਂ ਕਈ ਵਾਰੀ ਫਿਰ ਜ਼ਿੰਦਗੀ 'ਚ ਕਈ ਵਾਰੀ ਬੈਠੀ ਦਾ ਤਾਂ ਫਿਰ ਐਨਾਲਿਸਿਸ ਕਰੀਦਾ ਹੈ ਕਿ ਯਾਰ ਇਹ ਵੀ ਬਹੁਤ ਵੱਡਾ ਇੱਕ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਂ ਮਿਸ ਕਰ ਰਿਹਾ ਪਰਿਵਾਰਕ। ਸੋ ਬਿਲਕੁਲ ਇਹ ਫੀਲਿੰਗਸ ਤਾਂ ਰਹਿੰਦੀ ਹੈ ਮਹਿਸੂਸ। ਅਮਰਤਾ ਜੀ ਤੁਸੀਂ ਵੀ ਟੱਬਰ ਦੇ ਵਿੱਚ ਆਰਥਿਕ ਹਾਲਾਤ ਪੱਖੋਂ, ਪਰਿਵਾਰਕ ਪੱਖੋਂ ਔਖੇ ਵੇਲੇ ਦੇ ਵਿੱਚੋਂ ਨਿਕਲੇ ਆ, ਜਿਵੇਂ ਬਾਈ ਜੀ ਆ, ਜਾਂ ਸੌਖਾ ਪਾਸਾ ਸੀ? ਠੀਕ ਸੀ। ਬਚਪਨ ਦੇ ਵਿੱਚ ਐਸ ਸੱਚ ਪ੍ਰੋਬਲਮਸ ਨਹੀਂ ਵੇਖੀਆਂ, ਪਰ ਡੈਫੀਨਿਟਲੀ ਮੈਰਿਜ ਤੋਂ ਬਾਅਦ ਪੇਰੈਂਟਸ ਦੀ ਕਮੀ, ਰਾਜੇ ਦੇ ਮਦਰ ਫਾਦਰ ਦੀ ਕਮੀ ਬਹੁਤ ਮਹਿਸੂਸ ਕੀਤੀ। ਬਿਕਾਜ਼ ਫੈਮਿਲੀ ਦੇ ਵਿੱਚ ਅਸੀਂ 4 ਹੀ ਜਣੇ ਹਾਂ, ਮੈਂ, ਮੇਰੇ ਹਸਬੈਂਡ ਤੇ ਦੋਨੋਂ ਬੱਚੇ, ਪੰਜਵਾਂ ਕੋਈ ਹੈ ਨਹੀਂ। ਤੇ ਜਦੋਂ ਵੀ ਕਦੀ ਲੋੜ ਪੈਂਦੀ ਸੀ ਤੇ ਉਦੋਂ ਮੇਰੇ ਪੇਰੈਂਟਸ ਆ ਕੇ ਮੇਰੇ ਨਾਲ ਖੜਦੇ ਸੀ, ਬਿਕਾਜ਼ ਹੈ ਹੀ ਨਹੀਂ ਸੀ ਕੋਈ। ਸੋ ਉਹ ਜਿਹੜੀ ਕਮੀ ਹੈ ਨਾ ਪੇਰੈਂਟਸ ਦੀ, ਉਹ ਕਹਿੰਦੇ ਨਾ ਸੱਸ ਸਹੁਰੇ ਨਾਲ ਪ੍ਰੋਬਲਮਸ ਰਹਿੰਦੀ ਹੈ ਨੂੰਹ ਦੀ, ਆਪਾਂ ਆਮ ਸੁਣਦੇ ਹਾਂ ਜੀ, ਪਰ ਮੈਨੂੰ ਜਿੰਨੀ ਆਪਦੇ ਸਹੁਰਾ ਸਾਹਿਬ ਦੀ, ਸੱਸ ਦੀ ਕਮੀ ਮਹਿਸੂਸ ਹੁੰਦੀ ਹੈ, ਸ਼ਾਇਦ ਮੈਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੀ।
ਮੈਂ ਰੋਜ਼ ਮਿਸ ਕਰਦੀ ਹਾਂ ਆਪਦੇ ਮਦਰ ਇਨ ਲਾ ਨੂੰ। ਵਾਹ, ਇਹ ਬਹੁਤ ਵੱਡੀ ਗੱਲ ਹੈ ਇਹ ਅੱਜ ਦੇ ਸਮੇਂ 'ਚ। ਮੈਂ ਰੋਜ਼ ਮਿਸ ਕਰਦੀ ਹਾਂ। ਮੈਂ ਔਰ ਰੋਜ਼ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਜਿਹੜੀ ਤਕਲੀਫ ਹੈ ਨਾ, ਇਹ ਸੱਚੇ ਪਾਤਸ਼ਾਹ ਕਿਸੇ ਕੁੜੀ ਨੂੰ ਨਹੀਂ ਹੋਣੀ ਚਾਹੀਦੀ। ਮੇਰੀ ਕੁੜੀ ਨੂੰ ਸੱਚੇ ਪਾਤਸ਼ਾਹ ਜ਼ਰੂਰ ਇੱਕ ਸੱਸ ਦੇਣ। ਵਾਹ। ਇਹ ਤਕਲੀਫ ਜਿਹੜੀ ਮੈਂ ਚੱਲੀ ਹੈ, ਮੇਰੀ ਬੇਟੀ ਨਾ ਚੱਲੇ। ਬਿਕੋਜ਼ ਤੁਸੀਂ ਬਾਈ ਜੀ ਜਦੋਂ ਕਿਸੇ ਸਿਚੁਏਸ਼ਨ 'ਚ ਪੈ ਜਾਂਦੇ ਹੋ, ਹੁਣ ਦੇਖੋ ਰਾਜਾ ਕੰਮਾਂ ਤੇ ਚਲੇ ਗਏ, ਮੈਂ ਚਲੀ ਗਈ, ਇੱਕ ਮਾਂ ਨੇ ਇੱਕ ਸੱਸ ਨੇ ਕੋਲੇ ਬਾ ਕੇ ਰੋਟੀ ਖਵਾਉਣੀ, ਕਹਿਣਾ ਕਿ ਬੇਟੇ ਫਿਕਰ ਨਾ ਕਰੀ, ਮੈਂ ਘਰ ਦੇਖ ਰਹੀ ਹਾਂ, ਡੋਂਟ ਵਰੀ, ਬੱਚਿਆਂ ਨੂੰ ਮੈਂ ਆਪੇ ਦੇਖੂੰਗੀ। ਕੋਈ ਜਦੋਂ ਸ਼ਾਮ ਨੂੰ ਵਾਪਸ ਮੁੜੀਦਾ ਹੈ, ਕਦੀ ਮੂਡ ਠੀਕ ਹੁੰਦਾ ਹੈ, ਕਦੀ ਨਹੀਂ ਵੀ ਹੁੰਦਾ, ਕਦੀ ਕੰਮ ਹੋਏ ਹੁੰਦੇ ਆ, ਕਦੀ ਨਹੀਂ ਹੁੰਦੇ, ਕਦੀ ਗੁੱਸਾ ਵੀ ਹੁੰਦਾ ਹੈ, ਕਦੀ ਉਦਾਸ ਵੀ ਹੋਈਦਾ। ਜਦੋਂ ਆਈਦਾ ਇਕੱਲੇ ਹੀ ਹੋਈਦਾ। ਜੇ ਮੇਰੇ ਮਦਰ ਨਾ ਹੋਣ ਘਰੇ, ਉਹ ਵੀ ਉਹਨਾਂ ਦਾ ਆਪਦਾ ਪਰਿਵਾਰ ਹੈ, ਬੜੀ ਵਾਰ ਉਹ ਸਮਾਂ ਦਿੰਦੇ, ਉਹ ਮੈਕਸਿਮਮ ਟਾਈਮ ਮੈਨੂੰ ਦੇਣ ਦੀ ਕੋਸ਼ਿਸ਼ ਕਰਦੇ ਹੈ। ਪਰ ਜਿੱਥੇ ਜਿੱਥੇ ਉਹ ਬਿਜ਼ੀ ਹੁੰਦੇ ਆ, ਫਿਰ ਉਦੋਂ ਅਸੀਂ ਇਕੱਲੇ ਹੁੰਦੇ ਹਾਂ। ਉਹ ਜਿਹੜਾ ਇਕੱਲਾਪਨ ਹੈ ਨਾ, ਉਹ ਬਸ ਆਪਦਾ ਅੰਦਰ ਹੀ ਜਾਂਦਾ ਹੈ। ਕਈ ਵਾਰੀ ਵਿਅਕਤੀ ਲੱਗਦਾ ਹੁੰਦਾ ਹੈ ਬੜਾ ਖੁਸ਼ ਹੈ, ਲੇਕਿਨ ਉਹ ਅੰਦਰੋਂ ਅੰਦਰੀ ਉਹਨੂੰ ਕਈ ਚੀਜ਼ਾਂ ਦਾ ਫਿਕਰ ਤੇ ਉਹ ਭੁੱਲ ਰਿਹਾ ਹੁੰਦਾ ਅੰਦਰ। ਹਾਂਜੀ, ਪੁਰਾਣੀਆਂ ਚੀਜ਼ਾਂ ਤੁਹਾਨੂੰ ਯਾਦ ਆਉਂਦੀਆਂ। ਮੈਨੂੰ ਯਾਦ ਹੈ ਜਦੋਂ ਵਿਆਹ ਹੋਇਆ ਸਾਡਾ ਤੇ ਮੇਰੀ ਨਾਨੀ ਚੂਲਾ ਵਾਰ ਕੇ ਪੀਣ ਲੱਗੀ ਜੀ। ਹਾਲਾਂਕਿ ਮੇਰੀ ਨਾਨੀ ਨੇ ਮੈਨੂੰ ਮੇਰੀ ਮਾਂ ਨਾਲੋਂ ਵੀ ਵੱਧ ਪਿਆਰ ਕੀਤਾ ਤੇ ਮੈਨੂੰ ਮੇਰੀ ਮਾਂ ਦੀ ਬਹੁਤ ਕਮੀ ਮਹਿਸੂਸ ਹੋਈ। ਮੈਂ 20 ਮਿੰਟ ਮੇਰੇ ਕੋਲ ਘੱਟੋ ਘੱਟ ਰੋਇਆ ਹੋਣਾ। ਫਿਰ ਸਾਰੇ ਆਪਦੇ ਕਾਰ ਵਿਹਾਰ ਆਪ ਕੀਤੇ, ਵਿਆਹ ਹੋਇਆ। ਸਵੇਰ ਉੱਠ ਕੇ ਪਹਿਲੇ ਦਿਨ ਸਟੈਂਟ ਵਾਲਿਆਂ ਨੂੰ ਪੈਸੇ ਦੇ ਰਹੇ, ਹਲਵਾਈ ਨੂੰ ਪੈਸੇ ਦੇ ਰਹੇ, ਜਿਹੜੇ ਕਿ ਤੁਹਾਡੇ ਮਾਂ-ਬਾਪ ਨੇ ਕਰਨੇ ਹੋ ਜੀ। ਫਿਰ ਮਨ ਨੂੰ ਇਹ ਸਮਝਾ ਲੈਂਦਾ ਸੀ ਕਿ ਰੱਬ ਸਾਰੀਆਂ ਚੀਜ਼ਾਂ ਤਾਂ ਫਿਰ ਦਿੰਦਾ ਨਹੀਂ, ਸਾਡੇ ਤੋਂ ਵੀ ਔਖੇ ਲੋਕ ਹੈ। ਫਿਰ ਆਪਦੇ ਮਾੜਿਆਂ ਨਹੀਂ ਵੇਖ ਲਈਦਾ ਸੀ। ਸੋ ਇਸ ਕਰਕੇ ਫਿਰ ਜੀਵਨ ਨੂੰ ਮਾੜਾ ਚੰਗਾ ਕਰਕੇ ਉਹਨੂੰ ਬੈਲੈਂਸ ਕਰਕੇ ਹੱਸ ਕੇ ਵਧੀਆ ਬਤਾਉਣ ਦੀ ਕੋਸ਼ਿਸ਼ ਕਰੀਦੀ ਹੈ। ਪਰ ਵਾਹਿਗੁਰੂ ਨੇ ਬਹੁਤ ਰੰਗ ਭਾਗ ਲਾਏ, ਬਹੁਤ ਰੰਗ ਭਾਗ ਲਾਏ। ਅਮਨ ਮੈਨੂੰ ਕਹਿੰਦੀ ਹੁੰਦੀ ਹੈ ਕਿ ਪਿੰਡਾਂ 'ਚ ਮੈਂ ਜਾਂਦੀ ਹਾਂ, ਮੈਨੂੰ ਤੇਰੀਆਂ ਮਾਵਾਂ ਕਹਿਣੀਆਂ ਸੀ ਤਾਂ ਰਾਜੇ ਦੀ ਮਾਂ ਹੈ, ਆਸ਼ੀਰਵਾਦ ਦਿੰਦੀਆਂ, ਸਿਰ ਪਲੂਸਦੀਆਂ। ਫਿਰ ਉਹਨਾਂ ਦੇ ਆਸ਼ੀਰਵਾਦ ਦੇ ਸਦਕਾ ਜਦੋਂ ਆ ਕੇ ਕਹਿੰਦੀ ਪੁੱਤ ਤੂੰ ਚਿੰਤਾ ਨਾ ਕਰ, ਮੈਂ ਤੇਰੇ ਨਾਲ ਖੜੀ। ਸੋ ਸਾਨੂੰ ਫਿਰ ਕਿਸੇ ਗੱਲ ਦੀ ਕਮੀ ਮਹਿਸੂਸ ਹੋਈ ਨਹੀਂ। ਹਜ਼ਾਰਾਂ ਮਾਵਾਂ ਬਣੀਆਂ ਇਸ ਰਾਜਨੀਤਿਕ ਜੀਵਨ ਵਿੱਚ, ਹਜ਼ਾਰਾਂ ਬਾਪ ਬਣੇ ਜਿਨ੍ਹਾਂ ਨੇ ਇਹ ਬਾਹਾਂ ਬਣ ਕੇ ਭਰਾਵਾਂ ਨੇ ਸਾਥ ਦਿੱਤਾ। ਤੇ ਅੱਜ ਵੀ ਜਦੋਂ ਕਿਤੇ ਡੋਲਦੇ ਆ ਨਾ, ਕਦੇ ਢਿੱਲੀ ਗੱਲ ਕਰਦੇ ਆ ਪਿੰਡ 'ਚ ਵੀ ਫਲਾਣਾ ਬੰਦਾ ਯਾਰ ਛੱਡ ਕੇ ਚੱਲਿਆ, ਆ ਤੰਗ ਪਰੇਸ਼ਾਨ ਕਰ ਰਿਹਾ, ਵੋਟਾਂ ਵੇਲੇ ਇਹ ਭੱਜ ਰਿਹਾ, ਆਮ ਜੀ ਮਾਂ ਉੱਠ ਕੇ ਕਹਿੰਦੀ ਤੂੰ ਚਿੰਤਾ ਕਿਉਂ ਕਰਦਾ ਹੈ, ਤੂੰ ਫਿਕਰ ਨਾ ਕਰ ਕਿਸੇ ਗੱਲ ਦੀ। ਸੋ ਉਹਨਾਂ ਸਾਰਿਆਂ ਦੀ ਬਲੈਸਿੰਗਸ ਦੇ ਨਾਲ ਅਸੀਂ ਆਪਦਾ ਜੀਵਨ ਬੈਲੈਂਸ ਕਰਕੇ ਤੇ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਬਹੁਤ ਖੂਬ। ਤੇ ਇਹ ਜ਼ਿੰਦਗੀ ਦੀ ਰਫ਼ਤਾਰ ਇਵੇਂ ਜਾਰੀ ਰਵੇ, ਗਤੀਸ਼ੀਲ ਰਵੇ। ਬਿਲਕੁਲ। ਇਹ ਤਾਂ ਵਾਹਿਗੁਰੂ ਨੇ ਕਿਰਪਾ ਰੱਖਣੀ ਹੈ ਟੈਨਾ ਸਾਹਿਬ। ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਔਰ ਕੋਸ਼ਿਸ਼ ਕਰੀਦੀ ਹੈ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਹਾਲਾਂਕਿ ਹੋ ਸਕਦਾ ਹੈ ਰਾਜੇ ਵੜਿੰਗ ਦੀ ਇੱਕ ਪਿਕਚਰ ਅਲੱਗ ਹੋਵੇ ਲੋਕਾਂ ਦੇ ਸਾਹਮਣੇ ਕਿ ਮੈਂ ਬੜਾ ਉਹ ਲੜਾਕੂ ਹੈ, ਮੈਂ ਬੜਾ ਕਿਸੇ ਨੂੰ, ਪਰ ਇਦਾਂ ਦੀ ਗੱਲ ਨਹੀਂ। ਜੇ ਤੁਸੀਂ ਦਿਲ ਵੇਖੋਗੇ ਕਿ ਜਿਹੜਾ ਮੈਂ ਕਿਸੇ ਨੂੰ ਖੋਲ ਕੇ ਦਿਖਾ ਨਹੀਂ ਸਕਦਾ, ਸ਼ਬਦਾਂ ਦੇ ਰਾਹੀਂ ਬਿਆਨ ਕਰ ਸਕਦਾ, ਉਹ ਹਰੇਕ ਵਿਅਕਤੀ ਦੇ ਲਈ। ਕਈ ਵਾਰੀ ਪੁਲਿਸ ਸਟੇਸ਼ਨ ਵੀ ਕਦੇ ਕੋਈ ਵਿਰੋਧੀ ਬੰਦਾ ਫੜਿਆ ਜਾਂਦਾ ਹੈ, ਸਾਡੇ ਵਾਲੇ ਬੰਦੇ ਕਿਉਂਕਿ ਰਾਜਨੀਤਿਕ ਚੁੰਨੀ ਕੀ ਹੋ ਜਾਂਦੀ ਹੈ, ਫੜਾ ਦਿੰਦੇ। ਉਹਦਾ ਫਿਕਰ ਰਹਿੰਦਾ ਯਾਰ ਕਿ ਉਹਦੇ ਨਾਲ ਐਸਾ ਧੱਕਾ ਨਾ ਹੋ ਜਾਏ, ਐਸੀ ਗੱਲ ਨਾ ਹੋ ਜਾਏ ਕਿ ਉਹਦੀ ਬਦਦੁਆ ਤੁਹਾਨੂੰ ਲੱਗ ਜਾਏ। ਇਹ ਮਗਰ ਫੀਲਿੰਗ ਰਹਿੰਦੀ ਹੈ ਮਨ 'ਚ, ਇਹ ਫੀਅਰ ਰਹਿੰਦਾ, ਡਰ ਰਹਿੰਦਾ ਕਿ ਵਿਰੋਧੀ ਦਾ ਮਨ ਵੀ ਤੁਸੀਂ ਨਹੀਂ ਦਿਖਾਉਣਾ। ਮੈਨੂੰ ਯਾਦ ਹੈ ਇੱਕ ਵਾਰੀ ਮੈਂ ਸੁਖਬੀਰ ਸਿੰਘ ਬਾਦਲ ਨੇ ਬਹੁਤ ਜ਼ਿਆਦਾ ਮਾੜੀ ਸ਼ਬਦਾਵਲੀ ਵਰਤੀ ਔਰ ਮੈਨੂੰ ਰੋਜ਼ ਟੌਰਚਰ ਕੀਤਾ ਜਾਂਦਾ ਸੀ। ਕਈ ਵਾਰੀ ਤਾਂ ਮੇਰੇ ਨਿੱਜੀ ਜੀਵਨ ਬਾਰੇ, ਪਰਿਵਾਰ ਬਾਰੇ ਕਈ ਲੋਕ ਬੋਲਦੇ ਸਨ। ਇੱਕ ਦਿਨ ਥੋੜਾ ਜਦੋਂ ਬੰਦੇ ਨੂੰ ਕਦੇ ਟੈਣਾ ਸਾਹਿਬ ਤੁਹਾਨੂੰ ਮੈਂ ਚੁਣੀਏ ਵੱਢੀ ਜਾਵਾਂ ਤੇ ਕਦੇ ਕਦੇ ਤੁਹਾਨੂੰ ਵੀ ਹੱਥ ਪਾਸੇ ਮਾਰਨਾ ਟੱਪ ਜਾਂਦਾ ਬੰਦਾ। ਮੈਂ ਵੀ ਉਹਨਾਂ ਦੀ ਭਾਸ਼ਾ ਦਾ ਉਹਨਾਂ ਦੀ ਭਾਸ਼ਾ 'ਚ ਜਵਾਬ ਦਿੱਤਾ। ਤੇ ਤੁਸੀਂ ਸੱਚ ਜਾਣਿਓ, ਮੈਂ 2-3 ਦਿਨ ਡਿਸਟਰਬ ਰਿਹਾ ਇਸ ਗੱਲ ਤੇ। ਮੇਰੇ ਦੋਸਤਾਂ ਮਿੱਤਰਾਂ ਨੇ ਕਿਹਾ ਯਾਰ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਭਾਸ਼ਾ ਇਸਤੇਮਾਲ ਨਹੀਂ ਕਰਨੀ ਬੜੇ। ਫਿਰ ਮੈਂ ਲਾਈਵ ਹੋ ਕੇ ਮਾਫੀ ਮੰਗੀ ਲੋਕਾਂ ਤੋਂ ਵੀ ਗਾਹ ਤੋਂ ਮੈਂ ਇਹੋ ਜਿਹੀ ਮਾੜੀ ਸ਼ਬਦਾਵਲੀ ਜਾਂ ਇਹੋ ਜਿਹੇ ਜਿਹੜੇ ਕਿਸੇ ਨੂੰ ਠੇਸ ਪਹੁੰਚਾਉਣ ਵਾਲੇ ਲੋਕਾਂ ਨੇ ਤੁਹਾਨੂੰ ਮੰਦਾ ਚੰਗਾ ਕਿਹਾ ਤਾਂ ਮੰਗੀ ਜਾਂ ਤੁਹਾਡਾ ਸਵੈ ਚਿੰਤਨ ਕੀਤਾ ਵੀ ਨਹੀਂ ਯਾਰ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ? ਨੋ ਸਵੈ ਚਿੰਤਨ ਕਹਿ ਤਾਂ ਮੈਂ ਦਿੱਤਾ। ਕਹਿਣ ਤੋਂ ਬਾਅਦ ਮੈਂ 2-3 ਦਿਨ ਇਸ ਗੱਲ ਤੇ ਪਰੇਸ਼ਾਨ ਹੋਇਆ ਕਿ ਯਾਰ ਅਗਲਾ ਬੋਲ ਗਿਆ ਸੀ
ਤੈਨੂੰ ਬੋਲਣ ਦੀ ਕੀ ਲੋੜ ਸੀ। ਸੋ ਉਸ ਦਿਨ ਤੋਂ ਬਾਅਦ ਮੰਥਨ ਕੀਤਾ ਕਿ ਯਾਰ ਜਿਹਨੂੰ ਕਹਿਣਾ ਹੈ, ਐਸੀ ਗੱਲ ਨਹੀਂ ਕਹਿਣੀ ਕਿ ਜਿਹੜੀ ਉਹਦੇ ਚੁਭੀ ਜਾਵੇ। ਹਾਂ, ਰਾਜਨੀਤਿਕ ਲੋਕ ਹੈ, ਰਾਜਨੀਤਿਕ ਗੱਲਾਂ ਕਰਨਾ, ਰਾਜਨੀਤਿਕ ਵਿਰੋਧ ਕਰਨਾ, ਰਾਜਨੀਤਿਕ ਮੁੱਦਿਆਂ ਤੇ ਭੇਦਭਾਵ ਹੋਣਾ, ਇਹ ਜ਼ਰੂਰੀ ਗੱਲ ਹੈ। ਜਿਵੇਂ ਕਈ ਵਾਰੀ ਤੁਸੀਂ ਹੱਸ ਕੇ ਸਾਰਾ ਕੁਝ ਕਹਿ ਜਾਂਦੇ ਹੋ, ਟੈਨਾ ਸਾਹਿਬ ਤੇ ਤੁਸੀਂ ਦੋਨੋਂ ਜਾਣੇ ਹਾਸੇ 'ਚ ਮਜ਼ਾਕ 'ਚ ਹਰ ਗੱਲ ਕਹਿ ਜਾਂਦੇ ਹੋ, ਸਮਝਣ ਵਾਲਾ ਸਮਝ ਵੀ ਜਾਂਦਾ ਹੈ ਤੇ ਅਗਲੇ ਨੂੰ ਪੀੜ ਵੀ ਨਹੀਂ ਹੁੰਦੀ। ਸੋ ਇਦਾਂ ਕਹਿ ਦੇਣੀਆਂ ਚਾਹੀਦੀ। ਪਰ ਸਵੈ ਮੰਥਨ ਕੀਤਾ ਔਰ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਇਹ ਤਾਂ ਚੱਲਦਾ ਰਹਿੰਦਾ, ਬਣ ਗਿਆ ਚਲੇ ਗਏ, ਸਰਕਾਰ ਆ ਗਈ ਚਲੀ ਗਈ, ਕਿ ਕਿਸੇ ਦਾ ਅਗਰ ਦਿਲ ਨਾ ਦਿਖਾਇਆ ਜਾਵੇ ਤੇ ਤੁਸੀਂ ਉਹਨਾਂ ਦਾ ਦਿਲ ਜਿੱਤ ਲਓ, ਮੈਨੂੰ ਲੱਗਦਾ ਉਹ ਸਭ ਤੋਂ ਵੱਡੀ ਪ੍ਰਾਪਤੀ। ਰਾਜੇ ਭਾਈ ਜੀ, ਜਦੋਂ ਫਿਰ ਮੁੰਡੇ ਤੇ ਜਵਾਨੀ ਜੀ ਆਉਂਦੀ ਹੈ, ਮੁੱਛ ਫੁੱਟਦੀ ਹੈ, ਫਿਰ ਦਿਲ ਉੱਡੂ ਉੱਡੂ ਜਿਹਾ ਕਰਦਾ। ਅੱਜ ਅਸੀਂ ਗਾਣਾ ਸੁਣਦੇ ਹੈਗੇ, ਉਹ ਚੱਲ ਪਿਆ ਦਿਲ ਕਾ ਰਾਜਾ ਹੈ ਤੂੰ ਹੀ ਤਾਂ ਮੇਰਾ ਰਾਜਾ। ਮੈਂ ਕभी ਹਿੰਦੀ ਫਿਲਮ ਦਾ ਗਾਣਾ ਦੇਖੋ ਕਿਵੇਂ ਆਇਆ, ਕਿਵੇਂ ਇਸ਼ਕ ਪੇਚਾ ਜਾ ਵੀ ਕਦੇ ਪਿਆ ਹੋਣਾ ਕਿ ਨਹੀਂ? ਹਾਂ, ਜੇ ਬੰਦੇ ਨੂੰ ਇਸ਼ਕ ਪੇਚਾ ਹੀ ਨਾ ਪਵੇ ਤੇ ਫਿਰ ਬੰਦਾ ਕਹਦਾ ਕਦੇ ਕਦੇ ਇੱਧਰ ਹੀ ਪਿਆ ਸੀ। ਹਾਂ, ਇੱਧਰ ਲਾ ਲਓ। ਸੋ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲ ਮੈਂ ਸਮਝਦਾ ਕਿ ਉਹ ਬਚਪਨ ਮੁੜ ਵਾਪਸ ਨਹੀਂ ਆਉਂਦਾ। ਸਕੂਟਰ ਤੇ ਜਾਣਾ, ਸਲੈਂਸਰ ਉਹਦਾ ਟਕ ਟਕ ਕਰਨਾ, ਫਿਰ ਮੋਟਰਸਾਈਕਲ ਲੈਣਾ, ਫਿਰ ਐ ਜੈਲ ਜੁਲ ਲਾ ਕੇ ਮਸਤ ਹੋ ਕੇ ਜੀਨ ਜੂਨ ਪਾ ਕੇ ਬੰਦਾ ਗੇੜਾ ਲਾਉਂਦਾ ਸੀ ਆਪਦੇ ਆਪ ਨੂੰ। ਫਿਰ ਉਦੋਂ ਇਹ ਸਮਝਦਾ ਸੀ ਅਸੀਂ ਗੋਬਿੰਦੇ ਹਾਂ। ਫਿਰ ਫਾਇਦਾ ਕੀ ਜੱਟ ਤੇ ਜਵਾਨੀ ਜਾਈਦਾ। ਫਾਇਦਾ ਕੀ ਹੈ ਜੱਟ ਤੇ ਜਵਾਨੀ। ਇਹ ਤਾਂ ਮੈਂ ਤੁਹਾਨੂੰ ਕਿਹਾ ਕਿ ਇਹ ਸਭ ਚੀਜ਼ਾਂ ਸਮੇਂ ਸਿਰ ਆਉਣੀਆਂ ਬੜੀ ਜ਼ਰੂਰੀ ਨੇ। ਬੜਾ ਠਹਿਰਾਵ ਵੀ ਆਇਆ, ਕੋਈ ਉਲਾਂਭਾ ਵੀ ਨਹੀਂ ਲਿਆ, ਪਰ ਜ਼ਿੰਦਗੀ ਦਾ ਹਰ ਉਹ ਕੰਮ ਕੀਤਾ ਜਿਹੜਾ ਕਰਨਾ ਚਾਹੀਦਾ ਜੀ, ਦਾਇਰੇ 'ਚ ਰਹਿ ਕੇ। ਮੈਂ ਤਾਂ ਅਕਸਰ ਸਕੂਲਾਂ ਕਾਲਜਾਂ 'ਚ ਜਾਂਦਾ, ਜਦੋਂ ਬੋਲਦਾ ਮੈਂ ਬੱਚੇ ਨੂੰ ਕਹਿਣਾ ਕਿ ਜ਼ਿੰਦਗੀ ਦੇ ਮਨ ਦੇ ਅਰਮਾਨ ਨਹੀਂ ਰਹਿਣੇ ਚਾਹੀਦੇ, ਜੋ ਮਨ 'ਚ ਹੈਗਾ ਉਹ ਪੂਰਾ ਕਰਨਾ ਹੈ, ਪਰ ਇੰਨਾ ਜ਼ਰੂਰ ਰੱਖਿਓ ਕਿ ਲਿਮਿਟ ਕ੍ਰਾਸ ਨਹੀਂ ਕਰਨੀ ਜਿੱਥੋਂ ਵਾਪਸ ਨਾ ਮੁੜਿਆ ਆ ਸਕੇ। ਅਖੀਰ ਤੱਕ ਜਾਓ, ਜਮਾਂ ਤੱਕ ਜਾਓ, ਲੇਕਿਨ ਜਮਾਂ ਡੁੱਬਣਾ ਨਹੀਂ ਹੈ। ਉੱਥੋਂ ਵਾਪਸ ਆਉਂਦਾ ਪੱਥਰ ਚੱਟ ਕੇ ਮੁੜਿਆ ਵੇ, ਪਰ ਪੱਥਰ ਤੇ ਲਿਟਣੀ ਨਾ ਲੱਗੇ। ਬਿਲਕੁਲ ਠੀਕ ਹੈ, ਪੈਟੀ ਚੱਲੀ ਜਾਂਦੀ ਹੈ ਜੀ। ਤੇ ਵੀਰ ਜੀ, ਅੱਜ ਤਾਂ ਮਹਿਕਮਾ ਵੀ ਉਹੀ ਹੈ, ਟਰਾਂਸਪੋਰਟ ਵਿਭਾਗ ਹੈ ਨਾ, ਤੇ ਆਪ ਤਾਂ ਮਤਲਬ ਉਹ ਜੈਲ ਜੁਲ ਲਾ ਕੇ ਸਲੈਂਸਰ ਸਭ ਕੁਝ, ਤੇ ਅੱਜ ਜਦੋਂ ਮੁੰਡੇ ਨਿਕਲਦੇ ਨੇ ਤੇ ਉਹਨਾਂ ਨੂੰ ਰੋਕ ਕੇ ਕਹਿੰਦੇ ਚਲਾਨ ਕੱਟ ਲਓ। ਕਦੇ ਕਦੇ ਛੱਡ ਦੇਈਦਾ, ਫਿਰ ਉਹਨਾਂ ਨੂੰ ਸਮਝਾਈਦਾ। ਇਸ ਕਰਕੇ ਮੈਂ ਪਿੱਛੇ ਜੇ ਨੋ ਚਲਾਨ ਡੇ ਰੱਖਿਆ ਸੀ, ਵੀ ਕਹਿਣਾ ਕੁਛ ਨਹੀਂ, ਕਿਸੇ ਨੂੰ ਕਹਿਣਾ ਕੁਛ ਨਹੀਂ ਜੀ, ਤੇ ਲੋਕਾਂ ਨੂੰ ਸਮਝਾਉਣਾ ਹੈ। ਪਰ ਮੈਂ ਸਮਝਦਾ ਕਿ ਉਹਨਾਂ ਦੀ ਉਮਰ ਹੈ, ਉਹਨਾਂ ਨੂੰ ਪਿਆਰ ਨਾਲ ਸਮਝਾ ਲੈ। ਹੁਣ ਮੇਰਾ ਬੇਟੀ ਹੈ, ਕਦੇ ਕਦੇ ਗੱਡੀ ਚਲਾਉਂਦੀ ਹੈ, ਮੁੰਡਾ ਕਹਿੰਦਾ ਕਿ ਪਾਪਾ ਮੈਂ ਚਲਾਉਣੀ ਹੈ। ਉਹ ਇਹ ਸਮਾਂ ਹੈ, ਇਹ ਜ਼ਰੂਰੀ ਹੈ। ਜਿਸ ਬੰਦੇ ਤੇ ਨਹੀਂ ਆਉਂਦਾ, ਫਿਰ ਬੰਦਾ ਫਿਰ ਸਾਰੀ ਉਮਰ ਉਸ ਨੂੰ ਕੋਸਦਾ ਰਹਿੰਦਾ ਜੀ। ਤੇ ਭੈਣ ਜੀ, ਜਦੋਂ ਮਿਲੇ ਖਰਵੇ 'ਚ ਨਹੀਂ ਲੱਗੇ ਥੋੜੇ ਜਿਹੇ? ਇਹ ਆਈ ਥਿੰਕ ਮੇਰੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਇਮੋਸ਼ਨਲ ਤੇ ਸਭ ਤੋਂ ਸੈਂਸਿਟਿਵ ਇਨਸਾਨ ਹੈ। ਵਾਹ। ਆਈ ਮੀਨ ਜੇ ਮੈਂ ਕਹੂੰਗੀ, ਤੁਸੀਂ ਕਹੋਗੇ ਆਪਦੇ ਘਰ ਵਾਲੇ ਦੀ ਤਾਰੀਫ ਕਰਦੀ ਹੈ। ਆਪਦੀਆਂ ਭੈਣਾਂ, ਆਪਦੇ ਫਰੈਂਡਸ ਹੈ ਮੇਰੀਆਂ, ਸਾਰਿਆਂ ਦੇ ਹੁਣ ਵਿਆਹ ਹੋਏ ਵੇ ਆ, ਸਭ ਨੂੰ ਵੇਖੀਦਾ, ਪਰ ਮੈਨੂੰ ਨਹੀਂ ਲੱਗਦਾ ਕਿ ਇੰਨਾ ਸੈਂਸਿਟਿਵ ਹਸਬੈਂਡ ਕਿਸੇ ਦਾ ਵੀ ਹੋਣਾ। ਕੀ ਬਾਤ ਹੈ। ਅਦਰਵਾਈਜ਼ ਇਹਨਾਂ ਨੂੰ ਕੋਈ ਪਰਵਾਹ ਨਹੀਂ, ਤੁਸੀਂ ਘਰੇ ਕੀ ਕਰ ਰਹੇ ਹੋ, ਰੌਲਾ ਪਾਈ ਜਾਓ ਕਿ ਰਾਜੇ ਅੱਧੇ ਘੰਟੇ ਲਈ ਬੱਚਿਆਂ ਨਾਲ ਟਾਈਮ ਸਪੈਂਡ ਕਰੋ, ਤੁਸੀਂ 15 ਦਿਨ ਰੌਲਾ ਪਾਈ ਜਾਓ, ਕੋਈ ਪਤਾ ਨਹੀਂ ਰਾਜੇ ਨੂੰ। ਪਰ ਜਦੋਂ ਪਾਣੀ ਸਿਰ ਤੋਂ ਟੱਪ ਜਾਂਦਾ ਹੈ, ਜਦੋਂ ਬੰਦਾ ਬਿਮਾਰ ਹੋ ਜੇ, ਇਹ ਸਪੈਸ਼ਲ ਇੱਕ ਗੱਲ ਹੈ, ਜਦੋਂ ਘਰੇ ਕੋਈ ਵੀ ਸਾਡੇ ਫੈਮਿਲੀ ਦਾ ਮੈਂਬਰ ਬਿਮਾਰ ਹੋ ਜੇ, ਫਿਰ ਰਾਜੇ ਨੂੰ ਭਾਵੇਂ ਆਪਦਾ ਆਫਿਸ ਛੱਡ ਕੇ, ਸਾਰੇ ਕੰਮ ਛੱਡ ਕੇ, ਸਾਰਾ ਕੁਝ ਛੱਡ ਕੇ ਫਿਰ ਸਾਡੇ ਸਰਾਣੇ ਆ ਕੇ ਬਹਿ ਜਾਂਦੇ। ਕੀ ਬਾਤ ਹੈ। ਇਹ ਇੱਕ ਮਤਲਬ ਇਹਨਾਂ ਦੀ ਇੱਕ ਬੜੀ ਵੱਡੀ ਖੂਬੀ ਹੈ ਜੀ। ਹਾਂ, ਵੈਰੀ ਇਮੋਸ਼ਨਲ ਤੇ ਬਹੁਤ ਲਵਿੰਗ ਫਾਦਰ ਹੈ। ਕੀ ਬਾਤ ਹੈ। ਬਹੁਤ ਲਵਿੰਗ ਫਾਦਰ ਹੈ। ਤੁਸੀਂ ਸ਼ੱਕ ਜਾਂ ਨਹੀਂ ਕਰਦੇ? ਜਿਹੜਾ ਬੰਦਾ ਬਾਹਰ ਅੰਦਰ 'ਚ ਜਾਂਦਾ ਹੋਵੇ ਵਾਲਾ, ਸ਼ੱਕ ਜਾਂ ਨਹੀਂ ਹੁੰਦਾ ਕਹਿ ਕਰਕੇ? ਪਤਾ ਨਹੀਂ ਵੀਰ ਜੀ, ਵਿਸ਼ਵਾਸ ਪਹਿਲੇ ਦਿਨੋਂ ਹੀ ਬਹੁਤ ਹੈ। ਪਹਿਲੇ ਦਿਨੋਂ ਹੀ ਕਦੀ ਰਾਜੇ ਨੇ ਵੀ ਨਹੀਂ ਮੈਨੂੰ ਕਦੀ ਇਹ ਕੁਐਸਚਨ ਰੇਜ਼ ਕੀਤਾ, ਮੈਂ ਤਾਂ ਕਦੀ ਦਿਮਾਗ 'ਚ ਹੀ ਨਹੀਂ ਆਈ ਇਹ ਗੱਲ। ਦੁਨੀਆ ਦੀਆਂ तमाम ਪਤਨੀਆਂ ਨੂੰ ਬੇਨਤੀ ਆ, ਆ ਇੰਟਰਵਿਊ ਜ਼ਰੂਰ ਸੁਣਿਓ। ਸਿੱਖੋ ਜ਼ਰੂਰ, ਕੁਝ ਸਿੱਖੋ। ਕਦੀ ਨਹੀਂ ਇਹ ਸਵਾਲ ਆਇਆ। ਆਈ ਥਿੰਕ ਅਸੀਂ ਕਦੀ ਇੱਕ ਦੂਜੇ ਨੂੰ ਇਹ ਸਵਾਲ ਕੀਤਾ ਹੀ ਨਹੀਂ ਜੀ। ਪਰ ਹਰ ਇੱਕ ਬੰਦੇ 'ਚ ਕਹਿੰਦੇ ਹੁੰਦੇ ਨਾ, ਨੋਬਡੀ ਇਜ਼ ਪਰਫੈਕਟ, ਹੈ ਨਾ। ਮਤਲਬ ਜਿੰਨਾ ਤੁਸੀਂ ਉਹਨਾਂ ਦੇ ਨੇੜੇ ਹੋ, ਦੁਨੀਆ 'ਚ ਕੋਈ ਨਹੀਂ ਉਹਨਾਂ ਬਾਰੇ ਉਹਨਾਂ ਜਾਣ ਸਕਦਾ। ਹਰ ਇੱਕ ਬੰਦੇ 'ਚ ਕੋਈ ਨਾ ਕੋਈ ਇੱਕ ਉਹ ਵੀ ਹੁੰਦੀ ਹੈ ਵੀ ਮੈਨੂੰ ਆਹ ਚੀਜ਼ ਪਸੰਦ ਨਹੀਂ ਹੈਗੀ ਤੁਹਾਡੀ, ਸੋ ਕੋਈ ਉਹ ਇੱਕ ਗੱਲ ਜਿਹੜੀ ਤੁਹਾਨੂੰ ਚੰਗੀ ਨਾ ਲੱਗਦੀ ਹੋਵੇ। ਟਾਈਮ ਨਹੀਂ ਦਿੰਦੇ ਜੀ। ਕੰਮ ਨੂੰ ਡੈਫੀਨਿਟਲੀ ਪਹਿਲ ਦੇਣੀ ਚਾਹੀਦੀ ਹੈ, ਪਰ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਬੈਠ ਕੇ, ਬਿਕਾਜ਼
ਮੈਂ ਬੱਚਿਆਂ ਨਾਲ ਬੈਠ ਕੇ ਗੱਲਬਾਤ ਕਰਦੀ ਹਾਂ ਐਵਰੀਡੇ ਬੇਸਿਸ ਤੇ, ਮੈਨੂੰ ਆਦਤ ਹੈ। ਰਾਜਾ ਆਪਦੇ ਕੰਮਾਂ 'ਚ ਇੰਨੇ ਮਸ਼ਰੂਫ ਹੋ ਜਾਂਦੇ ਹੈ, ਮੇਰੇ ਵੱਲ ਦੇਖ ਰਹੇ ਹੈ ਬਟ ਨਹੀਂ, ਤੁਸੀਂ ਪੁੱਛਿਆ ਨਾ ਉਹਨਾਂ ਨੇ। ਜੀ ਜੀ ਕੀ ਜ਼ਰੂਰ ਕਮੀ ਹੈ? ਦੱਸੋ। ਬਿਨਾਂ ਕਿਸੇ ਦਬਾਅ ਦੇ, ਬਿਨਾਂ ਕਿਸੇ ਸਰਕਾਰੀ ਦਬਾਅ ਦੇ ਬੋਲਣਾ ਤੁਸੀਂ। ਨਹੀਂ ਕੋਈ ਦਬਾਅ ਤਾਂ ਮੰਨਦੀ ਨਹੀਂ ਹੈ ਪਹਿਲੇ। ਅੱਜ ਵੀ ਨੋ ਚਲਾਨ ਡੇ ਹੈ, ਕੋਈ ਚਲਾਨ ਨਹੀਂ ਹੋਊਗਾ। ਦਬਾਅ ਦੀ ਗੱਲ ਨਹੀਂ, ਉਹ ਕਹਿਣ ਦੀ ਲੋੜ ਨਹੀਂ ਹੈ, ਦਬਾਅ ਬਿਲਕੁਲ ਮੰਨਦੀ ਨਹੀਂ। ਸਰਕਾਰਾਂ ਦਾਬਾ ਪਾਉਂਦੀਆਂ ਹੁੰਦੀਆਂ ਸਧਾਰਨ ਲੋਕਾਂ ਤੇ। ਨਹੀਂ, ਬਿਲਕੁਲ ਨਹੀਂ ਦਬਾਉਂਦੇ ਐਕਚੁਅਲੀ। ਰਾਜਾ ਦਬਾਵਾਂ ਦਬਾਉਂਦੇ ਵੀ ਤਾਂ ਤੁਸੀਂ ਦਬਦੇ ਹੀ ਨਹੀਂ। ਹਾਂ, ਜੇ ਕਦੇ ਕੋਸ਼ਿਸ਼ ਵੀ ਕਰਾਂ ਤਾਂ ਦਬਦੇ ਨਹੀਂ। ਜੀ ਨਹੀਂ, ਬਿਲਕੁਲ ਟਾਈਮ ਦੀ ਕਮੀ ਰਹਿੰਦੀ ਹੈ। ਇਹ ਹਰ ਕੋਈ ਇੱਕ ਸ਼ਿਕਾਇਤ ਔਰਤ ਹੈ। ਦੀ ਖੂਬੀ ਹੁੰਦੀ ਹੈ ਵੀਰ ਜੀ। ਉਹ ਕਹਿੰਦੇ ਹੋਣਗੇ ਮੰਤਰੀ ਹੋਵੋਗੇ, ਆਪਣੇ ਦਫ਼ਤਰ 'ਚ ਹੋਵੋਗੇ। ਬਿਲਕੁਲ ਹਾਂ, ਟਾਈਮ ਦਾ ਮੈਂ ਵੀ ਮਹਿਸੂਸ ਕਰਦਾ ਹਾਂ। ਹਰ ਬੰਦਾ ਸਮਾਂ ਸਾਡੀ ਕਦੇ ਇਸ ਗੱਲ ਤੇ ਬੈਸਟ ਬਸਾਈ ਵੀ ਹੋ ਜਾਂਦੀ ਹੈ। ਫਿਰ ਮੈਂ ਕਹਿੰਦਾ ਕਿ ਅਲਟੀਮੇਟਲੀ ਮੇਰੇ ਕੋਲ ਜੀ ਹੱਲ ਕੀ ਹੈ ਇਸ ਗੱਲ ਦਾ। ਬਾਹਰ ਬੰਦੇ ਬੈਠੇ ਹੈ, ਮੈਂ ਹੁਣ ਚਾਹ ਤੁਹਾਡੇ ਨਾਲ ਪੀਵਾਂ ਤਾਂ ਅੱਧਾ ਘੰਟਾ ਲਾਵਾਂ, ਇਨ ਬਿਟਵੀਨ ਜਿਹੜੇ ਵਿਚਾਰੇ ਲੋਕ ਆ ਉਹ ਪਰੇਸ਼ਾਨ ਹੋ ਰਹੇ। ਬਿਲਕੁਲ। ਕੱਲਾ ਜਿਹੜਾ ਵਿਅਕਤੀ ਹੈ ਰਾਜਨੀਤਿਕ ਦੇ ਵਿੱਚ, ਉਹਦੇ ਵਾਸਤੇ ਵੀ ਕਾਫੀ ਔਖਾ ਕੰਮ ਹੈ। ਇੱਕ ਪਾਸੇ ਤੁਸੀਂ ਮਹਿਕਮੇ ਨੂੰ ਪਰਫਾਰਮੈਂਸ ਦੇਣੀ ਹੈ, ਦੂਸਰੇ ਪਾਸੇ ਪਬਲਿਕ ਨੂੰ ਅਟੈਂਡ ਕਰਨਾ ਹੈ, ਲੋਕਾਂ ਦੇ ਨਾਲ ਗੱਲਬਾਤ ਬੈਠ ਕੇ ਕਰਨੀ ਹੈ। ਉਹ ਸਮਾਂ ਬੜਾ ਤੁਹਾਡੇ ਕੋਲ ਜ਼ਰੂਰੀ ਹੈ। ਫਿਰ ਪਰਿਵਾਰ ਤਾਂ ਸਮਾਂ ਮੰਗਦਾ ਹੀ ਮੰਗਦਾ। ਜੀ 16 ਸਾਲ ਹੋ ਗਏ ਨਾ ਮੈਰਿਜ ਟਾਈਮ ਨੂੰ। ਮੈਨੇਜਮੈਂਟ 16 ਸਾਲ ਹੋ ਗਏ ਮੈਰਿਜ ਨੂੰ, ਤੇ ਮੈਂ ਅਕਸਰ ਰਾਜੇ ਨੂੰ ਕਹਿੰਦੀ ਹਾਂ, ਮੈਂ ਕਿ ਰਾਜੇ 16 ਸਾਲ ਤਾਂ ਲੰਘ ਗਏ, ਤੇ ਜੇ ਬਹੁਤ ਲੰਬੀ ਉਮਰ ਵੀ ਰਹੀ ਤਾਂ ਵੱਧ ਤੋਂ ਵੱਧ 20-25 ਸਾਲ 30 ਸਾਲ ਹੋਰ, ਤੇ ਅੱਧੀ ਉਮਰ ਤਾਂ ਲੰਘ ਗਈ। ਜੇ ਇਕੱਠਿਆਂ ਨੇ ਸਮਾਂ ਹੀ ਨਾ ਬਤੀਤ ਕੀਤਾ ਬੈਠ ਕੇ। ਤੇ ਚੰਦਰਿਆ ਲੜਦਾ ਵੀ ਕਾਤੋਂ ਆ? ਹਾਏ ਨਹੀਂ, ਵੈਸੇ ਹਰ ਇੱਕ ਬੰਦੇ ਦੀ ਇੱਕ ਪ੍ਰੋਬਲਮ ਹੁੰਦੀ ਹੈ ਵੀ ਜਨਮ ਦਿਨ ਐਨਵਰਸਰੀ ਭੁੱਲ ਜਾਂਦੇ ਨੇ, ਜਿਹਨੂੰ ਲੈ ਕੇ ਘਰ 'ਚ ਹਮੇਸ਼ਾ ਕਲੇਸ਼ ਰਹਿੰਦਾ ਬੰਦੇ ਹੈ। ਤਰੀਕਾਂ ਦੇ ਮਾਮਲੇ 'ਚ ਅਕਸਰ ਨਲਾਇਕ ਹੁੰਦੇ ਬਾਈ ਜੀ, ਕਿ ਨਹੀਂ? ਇੱਧਰ ਵੀ ਤਰੀਕਾ ਨਹੀਂ ਉਲਾਮਾ ਹੈ। ਚੰਗੇ ਨੇ। ਨਹੀਂ, ਮੈਂ ਤਾਂ ਹੁਣ ਆਪਦਾ ਕੰਮ ਫਿੱਟ ਕੀਤਾ ਹੋਇਆ। ਅੱਛਾ, ਇੱਕ ਅੱਧੀ ਵਾਰੀ ਜ਼ਿੰਦਗੀ 'ਚ ਕਦੇ ਹੋਇਆ ਹੋਣਾ, ਲੇਕਿਨ ਹੁਣ ਮੈਂ ਭੁੱਲਦਾ ਪੈਟ ਕੀਤਾ ਤਾਂ ਮੰਤਰੀ ਬਣ ਮੇਰੀ ਗਏ। ਬੇਟੀ ਬੜੀ ਸਿਆਣੀ, ਉਹ 2 ਦਿਨ ਪਹਿਲੇ ਹੀ ਦੱਸਦੀ ਹੈ, ਪਾਪਾ ਮੰਮੀ ਦਾ ਜਨਮ ਦਿਨ ਅੱਜ ਐਨਵਰਸਰੀ ਹੈ। ਵਾਹ ਵਾਹ। ਹਾਂ ਸੋ ਅਸੀਂ ਫਿਰ ਉਸ ਜੇ ਇਦਾਂ ਹੋ ਜੇ, ਹਾਂ, ਇਹ ਪਰ ਮੰਨਣ ਵਾਲਿਆਂ ਚੋਂ ਨਹੀਂ, ਇੱਕ ਅੱਧੀ ਵਾਰੀ ਕਦੇ ਹੋ ਗਿਆ ਨਾ, ਜੀ। ਬਸ ਫਿਰ ਤਾਂ ਤੁਹਾਡੀ ਐਨਵਰਸਰੀ ਤੇ ਫਿਰ ਸਾਰਾ ਭਾਵੇਂ ਮਿੰਨਤਾਂ ਕਰ ਲਓ, ਫਿਰ ਮੰਨਦੀ ਨਹੀਂ। ਬਾਈ ਜੀ ਹਾਂ ਜੀ, ਇਹ ਘਰ 'ਚ ਰਿਸ਼ਵਤਖੋਰੀ ਤਾਂ ਨਹੀਂ ਚੱਲਦੀ ਵੀ ਪਹਿਲਾਂ 2 ਦਿਨ ਚੇਤੇ ਕਰਾ ਦੀ, ਨਹੀਂ ਤਾਂ ਬਾਅਦ 'ਚ ਬਹੁਤ ਵੱਡਾ ਚਲਾਨ ਹੋ। ਹਾਂ, ਮੇਰੀ ਤੇ ਮੇਰੀ ਬੇਟੀ ਦੀ ਰਹਿੰਦੀ ਹੈ ਕੋਆਰਡੀਨੇਸ਼ਨ ਜੀ ਕਿ ਮੈਂ ਬਾਈ ਚਾਂਸ ਭੁੱਲ ਨਾ ਜਾਵਾਂ, ਹਾਂ ਤੇ ਉਹ ਅਮਨ ਏਕਮ ਨੂੰ ਪਤਾ ਹੁੰਦਾ ਹੈ, ਕਿਉਂਕਿ ਇੱਕ ਵਾਰੀ 19-21 ਹੋ ਗਈ ਸੀ ਤੇ ਮੈਨੂੰ ਪਤਾ ਹੈ ਕਿ ਉਹਦਾ ਖਮਿਆਜਾ ਕੀ ਭੁਗਤਣਾ ਪਿਆ। ਹਾਂ ਪਰ ਨਹੀਂ, ਕੁੱਲ ਮਿਲਾ ਕੇ ਸਾਡੀ ਬਹੁਤੀ ਇੱਕ ਦੂਜੇ ਨੂੰ ਲੈ ਕੇ ਕਦੇ ਲੜਾਈ ਨਹੀਂ ਹੋਈ। ਜੀ, ਇਹ ਬਹੁਤ ਜ਼ਿਆਦਾ ਚੰਗੀ ਗੱਲ ਹੈ। ਮੈਨੂੰ ਕਦੇ ਨਹੀਂ ਟੋਕਿਆ ਗਿਆ, ਮੈਂ ਇਹਨਾਂ ਨੂੰ ਕਦੇ ਨਹੀਂ ਟੋਕਿਆ। ਹਾਂ, ਬੱਚਿਆਂ ਨੂੰ ਲੈ ਕੇ ਵੈਸੇ ਕੋਈ ਗੱਲਬਾਤ ਉਹ ਤਾਂ ਖਿਟਪਿਟ ਹੁੰਦੀ ਰਹਿੰਦੀ ਹੈ, ਤੇ ਹੋਣੀ ਵੀ ਚਾਹੀਦੀ ਹੈ। ਬਿਲਕੁਲ। ਬਾਈ ਜੀ ਥੋੜੇ ਮੀਮਸ ਬਣਦੇ ਆ ਕਈ, ਵੀ ਰਾਜਾ ਵੜਿੰਗ ਕਦੇ ਵੀ ਕੁਝ ਵੀ ਕਹਿ ਦਿੰਦੇ ਆ। ਮੈਂ ਫੇਰ ਗੈਰ ਰਾਜਨੀਤਿਕ ਗੱਲ ਕਰਨ ਲੱਗਾ, ਮੇਰਾ ਕੋਈ ਮਕਸਦ ਨਹੀਂ ਕਿ ਅੱਜ ਮੈਂ ਉਧਰਲੇ ਪਾਸੇ ਜਾਵਾਂ, ਕਿਉਂਕਿ ਮੈਂ ਵੀ ਉਹੋ ਜਿਹੀਆਂ ਗੱਲਾਂ ਕਰ ਕਰਕੇ ਨਾ ਤਪਿਆ ਜੇ ਪਿਆ ਅੰਦਰੋਂ। ਮੀਮਸ ਬਣ ਜਾਂਦੇ ਵੀ ਇਹ ਰਾਜਾ ਵੜਿੰਗ ਤੜਾਗੀਆਂ ਵਾਲਾ, ਇਹ ਇਨੋਵਾ ਬੁੱਕ ਕਰਕੇ ਦਿੰਦਾ ਵਿਆਹ ਵਾਲਿਆਂ ਨੂੰ, ਇਹ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਪੰਜੀਰੀ ਵੀ ਦੇਵੇ। ਕੀ ਉਦੋਂ ਕੀ ਲੱਗਦਾ ਵੀ ਭਾਈ ਤੁਹਾਡੀ ਗੱਲ ਜਦੋਂ ਏਦਾਂ ਫੈਲਦੀ ਆ? ਨਹੀਂ ਟੈਣਾ ਸਾਹਿਬ, ਉਹ ਮੇਰੀ ਗੱਲ ਨੂੰ ਨਾ ਇਦਾਂ ਬਣਾ ਦਿੱਤਾ ਜਾਂਦਾ। ਜਿਹੜੀ ਇਹ ਗੱਲ ਵੀ ਸੀ ਤੜਾਗੀਆਂ ਵਾਲੀ, ਮੈਂ ਇੱਕ ਭਾਸ਼ਣ ਦੇ ਰਿਹਾ ਸੀ, ਤੇ ਭਾਸ਼ਣ ਤੇ ਮੈਂ ਕਹਿ ਰਿਹਾ ਸੀ ਅੱਜ ਕੱਲ ਦੀਆਂ ਪਾਰਟੀਆਂ, ਇਹ ਮੇਰਾ ਖਿਆਲ ਕਿਸੇ ਚੈਨਲ ਤੇ ਵੀ ਇੰਟਰਵਿਊ ਹੈ, ਫਿਰ ਮੈਂ ਆਪਦੇ ਪੇਜ ਤੇ ਵੀ ਫੁੱਲ ਜਿਹੜੀ ਉਹ ਚਲਾਈ ਸੀ ਆਪਦਾ ਭਾਸ਼ਣ, ਉਹਨਾਂ ਨੇ ਪਿੱਛੋਂ ਕੱਟ ਕੇ ਉਹਨੂੰ ਚਲਾਤਾ। ਮੈਂ ਕਿਹਾ ਅੱਜ ਕੱਲ ਦੇ ਲੋਕ ਕਹਿੰਦੇ ਆਹ ਕਰਾਂਗੇ, ਉਦੋਂ ਆਮ ਆਦਮੀ ਪਾਰਟੀ ਆਈ ਸੀ। ਸੋ ਮੈਂ ਕਿਹਾ ਯਾਰ ਕਿਸੇ ਨੇ ਕੁਛ ਨਹੀਂ ਕਰਨਾ। ਮੈਂ ਕਿਹਾ ਹੁਣ ਮੈਂ ਕਹਿੰਦਾ ਜਨਤਾ ਨੇ ਕੀਤਾ ਵੀ ਉਵੇਂ, ਮੈਂ ਕਿਹਾ ਮੈਂ ਤੜਾਗੀਆਂ ਦਿਆਂਗੇ, ਨੋਵਾ ਦਿਆਂਗੇ, ਫਲਾਂ ਦਿਆਂਗੇ, ਤੇ ਜਨਤਾ ਨੇ ਤਾੜੀ ਮਾਰਤੀ। ਮੈਂ ਕਿਹਾ ਦੇਖੋ ਤੁਸੀਂ ਸੁਣਿਆ ਕੁਛ ਨਹੀਂ, ਮੈਨੂੰ ਸੁਣ ਲਿਆ ਕਿ ਦਿਆਂਗੇ, ਤੁਸੀਂ ਤਾੜੀ ਮਾਰਤੀ ਹੈ, ਇਹਨਾਂ ਚੋਂ ਮੈਂ ਕੋਈ ਵੀ ਕੰਮ ਨਹੀਂ ਕਰਨਾ। ਅੱਛਾ, ਅਗਲੀ ਗੱਲ ਇਹ ਵੀ ਕਹੀ ਆ, ਅਗਲੀ ਗੱਲ ਕਹੀ ਹੈ, ਔਨ ਰਿਕਾਰਡ ਹੈ, ਮੇਰੇ ਪੇਜ ਤੇ ਹੈ। ਸੋ ਗੱਲ ਅਗਲਾ ਉਹ ਉਨੀ ਕੱਟ ਕੇ ਰਾਜੇ ਵੜਿੰਗ ਨੂੰ ਉਹਨੂੰ ਚਰਚਿਤ ਕਰ ਦਿੰਦਾ। ਫਿਰ ਮੈਂ ਈਵਨ ਵਿਧਾਨ ਸਭਾ 'ਚ ਵੀ ਕਹੀ, ਕਿਸੇ ਨੇ ਮੈਨੂੰ ਕਿਹਾ ਰਾਜਾ ਤੜਾਗੀਆਂ ਕਿਦੋਂ ਦੇਗਾ, ਮੈਂ ਕਿਹਾ ਯਾਰ ਕਮ ਸੇ ਕਮ ਤੁਸੀਂ ਤਾਂ ਪੜ੍ਹੇ ਲਿਖੇ ਬੰਦੇ, ਉਹਨੂੰ ਦੇਖ ਲੈਣਾ ਸੀਗਾ, ਪੂਰੀ ਇੰਟਰਵਿਊ ਸੁਣਨੀ ਸੀ। ਜਿਵੇਂ ਮੈਂ ਉੱਥੇ ਗਿਆ ਹਨੂੰਮਾਨਗੜ੍ਹ, ਪੀਲੀਆਂ ਵੰਗਾਂ, ਕੋਈ ਬੰਦਾ ਉੱਥੇ ਇਲੈਕਸ਼ਨ ਲੜ ਰਿਹਾ ਸੀ ਆਪਣਾ ਮੁੰਡਾ, ਮੈਂ ਸਰਸਰੀ ਮਜ਼ਾਕ 'ਚ ਉਹਨਾਂ ਨੂੰ ਕਿਹਾ ਵੀ ਇੱਕ ਨਾਲ ਇੱਕ ਫ੍ਰੀ ਐਮਐਲਏ ਮਿਲਣਾ, ਇੱਕ ਪੰਜਾਬ 'ਚ ਮਿਲਣਾ, ਇਹਨੂੰ ਬਣਾ ਦਿਓ, ਮੇਰਾ ਯਾਰ ਹੈ। ਉਹ ਖੰਘ ਵਾਲੀ ਦਵਾਈ, ਖੰਘ ਵਾਲੀ ਦਵਾਈ। ਹਾਂ, ਉਹ ਕਹਿੰਦੇ ਵੀ, ਮੈਂ ਕਿਹਾ ਯਾਰ ਤੁਹਾਨੂੰ ਲੱਡੂ ਚਾਹ ਜਲੇਬੀਆਂ ਮਿਲਿਆ ਕਰਨਗੇ ਜਦੋਂ ਮੇਰੇ ਘਰੇ ਆਇਆ ਕਰੋਗੇ ਉੱਥੇ, ਤੇ ਨਾਲ ਤੁਹਾਨੂੰ ਐਮਐਲਏ ਮਿਲੂਗਾ ਫ੍ਰੀ, ਜਿਹੜਾ ਮਰਜ਼ੀ ਕੰਮ ਕਿਉਂ। ਤੂੰ ਇੱਕ ਬਜ਼ੁਰਗ ਬੈਠਾ ਸੀ, ਉਹ ਕਹਿੰਦਾ ਬਾਈ ਜੇ ਸ਼ਾਮ ਨੂੰ ਆਈਏ ਤਾਂ ਮੈਂ ਕਿਹਾ ਸ਼ਾਮ ਨੂੰ ਆਉਂਗੇ ਤਾਂ ਫਿਰ ਖੰਘ ਵਾਲੀ ਦਵਾਈ ਮਿਲੂਗੀ। ਉਹ ਫਿਰ ਖੰਘ ਵਾਲੀ ਦਵਾਈ ਇੰਨੀ ਪ੍ਰਚਲਿਤ ਹੋਈ, ਹਾਲਾਂਕਿ ਮੈਂ ਖੁਦ ਕਦੇ ਪੀਤੀ ਨਹੀਂ ਹੈ,
ਪਰ ਅਕਸਰ ਹੀ ਮੈਂ ਇਹ ਚਾਹੁੰਦਾ ਰਹਿੰਦਾ ਹੈ ਕਿ ਜਿਹੜੀਆਂ ਜੀਵਨ ਦੀਆਂ ਗੱਲਾਂ ਹੋਣ, ਤੁਸੀਂ ਜਨਤਾ ਤੋਂ ਕੋਈ ਛੁਪਾ ਕੇ ਨਾ ਰੱਖੋ। ਜਿਹੜੀ ਗੱਲ ਹੋਵੇ ਜਨਤਕ ਸਾਹਮਣੇ ਹੋਵੇ। ਜੇ ਤੁਸੀਂ ਇਹ ਗੱਲ ਕਹੀ ਹੈ ਤਾਂ ਕਹੀ ਹੈ, ਜੇ ਤੁਸੀਂ ਦਾਰੂ ਪੀਂਦੇ ਹੋ ਤਾਂ ਪੀਂਦੇ ਹੋ। ਸੋ ਮੇਰੇ ਮਨ ਦੇ ਵਿੱਚ ਕਈ ਲੀਡਰ ਜਿਹੜਾ ਢਿੱਡ 'ਚ ਚੋਰ ਜਿਹਾ ਰੱਖਦੇ ਆ ਨਾ, ਵੀ ਸਾਰਾ ਕੁਝ ਕਰਨਾ ਹੈ ਤੇ ਬਾਹਰੋਂ ਫਲਾਂ ਗੱਲ ਕਰਨੀ ਹੈ, ਮੈਂ ਉਹ ਨਹੀਂ। ਮੈਂ ਸਪਸ਼ਟ ਹੈ, ਚਾਹੇ ਉਹ ਕੁਝ ਵੀ ਉਹ ਮੇਰਾ ਮੁੱਦਾ ਬਣ ਜੇ, ਮੈਂ ਜੇ ਮੇਰੇ ਢਿੱਡ 'ਚ ਜੋ ਗੱਲ ਆ ਉਹ ਮੈਂ ਕਹਿ ਦੇਣੀ ਹੈ। ਮੈਂ ਉਵੇਂ ਕਹਿਤੀ, ਮੈਨੂੰ ਕਿਸੇ ਨੇ ਆਖਿਆ ਤੁਸੀਂ ਖਾਂਸੀ ਦਵਾਈ, ਮੈਂ ਕਿਹਾ ਬਿਲਕੁਲ ਕਹੀ ਹੈ। ਮੇਰੇ ਘਰੇ ਕੋਈ ਆ ਜੇ ਤਾਂ ਮੈਂ ਦਾਰੂ ਪਿਆ ਦਿੰਦਾ ਟਾਣਾ ਸਾਹਿਬ। ਜੇ ਕੋਈ ਪੀਣ ਵਾਲਾ ਬੰਦਾ ਹੈ ਆਉਂਦਾ ਤਾਂ ਉਹਨੂੰ ਪੁੱਛ ਲਈਦਾ, ਤੇ ਜੇ ਮੈਂ ਇਹ ਗੱਲ ਕਹਿਤਾ ਤਾਂ ਮੇਰੇ ਖਿਆਲ ਵਿੱਚ ਬੁਰਾ। ਭੈਣ ਜੀ ਆਪ ਵੀ ਕਦੇ ਕਦੇ ਖੰਘ ਵਾਲੀ ਦਵਾਈ ਪੀਂਦੇ ਕਿ ਨਹੀਂ? ਅਸੀਂ ਸਾਰੇ ਵੈਜੀਟੇਰੀਅਨਸ ਹੈ, ਸਾਡੀ ਫੈਮਿਲੀ 'ਚ ਅੰਡਾ ਵੀ ਨਹੀਂ ਆਉਂਦਾ। ਵਾਹ। ਕਦੇ ਆਂਡਾ ਮੀਟ, ਮੈਂ ਤਾਂ ਇਵਨ ਮੇਰੇ ਬੱਚਿਆਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਹੁਣ ਖਾ ਪੀ ਲਓ, ਬੱਚੇ ਹੋ ਥੋੜਾ। ਸੋ ਤੁਹਾਡਾ ਪ੍ਰਭਾਵ ਆ ਜਿਹੜਾ ਉਹ ਇੱਕ ਗੁੱਸੇਖੋਰ ਬੰਦੇ ਦੇ ਤੌਰ ਤੇ ਬਣਿਆ ਗਿਆ। ਇਹ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ, ਸਾਫ਼ ਹੋਣੀ ਚਾਹੀਦੀ ਹੈ ਵੀ ਇੰਨੇ ਖਰਵੇ ਬੰਦੇ ਦੇ ਤੌਰ ਤੇ ਬਣਿਆ ਵੀ ਯਾਰ 2-3 ਬੰਦੇ ਆ ਤੁਹਾਡੀ ਪਾਰਟੀ ਚ, ਇੱਕ ਤਾਂ ਠੋਕੋ ਤੇ ਇੱਕ ਤੁਸੀਂ ਵੀ ਯਾਰ ਪਤਾ ਹੀ ਕੋਈ ਨਹੀਂ ਵੀ ਭਾਈ ਕਿਹੜੇ ਮੌਕੇ ਕੀ ਕਹਿ ਰਹਿਣ, ਰੇਸ ਤੇ ਪੈਰ ਵੱਧ ਰੱਖਦੇ ਬ੍ਰੇਕ ਤੇ ਘੱਟ। ਇਹ ਕਿਉਂ? ਮੇਰਾ ਤਾਂ ਬ੍ਰੇਕ ਦੇ ਨਾਲ ਹੈਗਾ ਪੈਰ। ਜਿਹੜਾ ਅੱਧਾ ਉੱਤਰ ਤੇਰੇ ਚ ਮਿਲ ਗਿਆ ਵੀ ਮੇਰਾ ਤਾਂ ਹੈ। ਹਾਂ ਨਹੀਂ ਮੇਰਾ ਬ੍ਰੇਕ ਤੇ ਪੈਰ ਹੈਗਾ, ਪਰ ਟਾਣਾ ਸਾਹਿਬ ਮੈਨੂੰ ਲੱਗਦਾ ਕਈ ਵਾਰੀ ਐਗਰੈਸ਼ਨ ਵੀ ਦਿਖਾਉਣਾ ਜ਼ਰੂਰੀ ਹੁੰਦਾ ਹੈ। ਤੁਸੀਂ ਦੇਖੋ ਫਿਰ 117 ਬੰਦੇ ਹੈ ਵਿਧਾਨ ਸਭਾ 'ਚ, 80 ਸਾਡੇ 'ਚ ਹੈ। ਤੁਸੀਂ ਜਾਂ ਤਾਂ ਫਿਰ ਉਹਦੀ ਗੱਲ ਕੀਤੀ ਹੈ ਠੋਕੋ ਦੀ, ਜਾਂ ਮੇਰੀ ਗੱਲ ਕੀਤੀ ਹੈ। ਸੋ ਜੇ ਥੋੜੀ ਜਿਹੀ ਐਗਰੈਸ਼ਨ ਹੈ ਨਹੀਂ, ਜੇ ਬੰਦੇ 'ਚ ਰੜਕ ਤੇ ਮੜਕ ਹੈ ਨਹੀਂ, ਫਿਰ ਬੰਦੇ ਦੀ ਗੱਲ ਨਹੀਂ ਪਤਾ ਲੱਗਦਾ। ਕਿਆ ਗੱਲ ਕਰਦੇ ਯਾਰ, ਮੇਰੇ 'ਚ ਵੀ ਹੋਣੀ ਚਾਹੀਦੀ ਹੈ ਮੜਕ। ਟਾਣਾ ਸਾਹਿਬ ਤੁਹਾਡੀ ਬਿਲਕੁਲ ਗੱਲ ਇਸ ਕਰਕੇ ਅਸੀਂ ਥੋੜਾ ਜਿਹਾ ਐਗਰੈਸ਼ਨ ਸਾਡੇ 'ਚ ਹੈਗਾ, ਥੋੜਾ ਡਟ ਕੇ। ਤੁਸੀਂ ਦੇਖਿਆ ਹੋਣਾ ਕਈ ਮੁੱਦਿਆਂ ਤੇ ਅੜ ਜਾਂਦੇ ਆ, ਖੜ ਜਾਂਦੇ ਆ। ਸੋ ਜਿੱਥੇ ਫਿਰ ਜੇ ਬੰਦੇ 'ਚ ਰੜਕ ਮੜਕ ਹੈ ਨਹੀਂ ਤਾਂ ਫਿਰ ਉਹ ਬੰਦਾ ਹੈ ਨਹੀਂ ਟਾਣਾ ਸਾਹਿਬ। ਉਹ ਤਾਂ ਜ਼ਰੂਰੀ ਹੈ। ਹਾਂ ਥੋੜੀ ਜਿਹੀ ਨਿਮਰਤਾ ਹੋਣੀ ਚਾਹੀਦੀ ਹੈ। ਉਸ ਰੜਕ ਮੜਕ ਦੇ ਨਾਲ, ਉਸ ਗੱਲ ਦੇ ਨਾਲ ਨਿਮਰਤਾ ਜ਼ਰੂਰ ਹੋਣੀ ਚਾਹੀਦੀ ਹੈ, ਤੇ ਥੋੜਾ ਦਿਲ ਦੇ ਵਿੱਚ ਕਾਈਂਡਨੈਸ ਹੋਣੀ ਚਾਹੀਦੀ ਹੈ ਫਲਾਣੇ ਬੰਦੇ ਪ੍ਰਤੀ। ਦਿਲ 'ਚ ਪਾਪ ਨਹੀਂ ਹੋਣਾ ਚਾਹੀਦਾ, ਪਰ ਰੜਕ ਮੜਕ ਨਾਲ ਤਾਂ ਜੇ ਐਥਿਕਸ ਤੇ ਉਹਦੇ ਨਾਲ ਹੀ ਸਮਝੌਤਾ ਕਰ ਲਿਆ। ਰਾਜਾ ਵੜਿੰਗ ਗੁੱਸੇਖੋਰ ਇੰਨਾ ਬਈ ਇੱਕ ਤਾਂ ਹੁੰਦੀ ਰਾਜਨੀਤਿਕ ਵਿਰੋਧਤਾ, ਇੱਕ ਹੁੰਦੀ ਦੁਸ਼ਮਣੀ। ਕਈਆਂ ਨਾਲ ਪਾਲੀ ਬੈਠੇ ਆ ਲੋਕ, ਇਹ ਗੱਲ ਕਹਿੰਦੇ ਆ, ਫਿਰ ਉਹਨਾਂ ਦੀਆਂ ਬੱਸਾਂ ਘੇਰ ਲੈਂਦੇ ਆ, ਫਿਰ ਕਹਿੰਦੇ ਵੀ ਠੋਕੋ। ਟਾਣਾ ਸਾਹਿਬ ਤੁਸੀਂ ਮੰਨੋਗੇ ਨਹੀਂ, ਮੈਂ ਸਮਝੌਤਾ ਕਰ ਸਕਦਾ ਸੀ, ਮੇਰੇ ਕੋਈ ਦੁਸ਼ਮਣੀ ਨਹੀਂ ਉਹਨਾਂ ਲੋਕਾਂ ਨਾਲ। ਪਰ ਅਗਰ ਪੰਜਾਬ ਦੇ ਵਿੱਚ ਉਹ ਦਿਖਾ ਰਹੇ ਆ ਕਿ ਰਾਜਨੀਤੀ ਸੇਵਾ, ਅਸੀਂ ਸੇਵਾ ਕਰ ਰਹੇ ਹਾਂ, ਪਰ ਉਸ ਆੜ ਦੇ ਵਿੱਚ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਤੇ ਮੈਨੂੰ ਜਦੋਂ ਮੈਂ ਅਹੁਦੇ ਦੀ ਕਸਮ ਖਾਧੀ, ਜਦੋਂ ਮੈਂ ਮੰਤਰੀ ਬਣਿਆ, ਮੈਂ ਸਹੁੰ ਚੁੱਕੀ ਕਿ ਮੈਂ ਆਪਦੇ ਫਰਜ਼ਾਂ ਦੀ ਪੂਰਤੀ ਕਰਾਂਗਾ। ਤੇ ਜੇ ਰਾਜਾ ਵੜਿੰਗ ਆਪਦੇ ਫਰਜ਼ਾਂ ਦੀ ਪੂਰਤੀ ਨਾ ਕਰੇ ਤਾਂ ਫਿਰ ਮੈਂ ਕਾਹਦਾ ਬੰਦਾ ਹੈ। ਮੈਂ ਟਾਣਾ ਸਾਹਿਬ ਇੱਕ ਵੀ ਕੰਮ ਨਜਾਇਜ਼ ਟਰਾਂਸਪੋਰਟ ਮੰਤਰੀ ਬਣ ਕੇ ਨਹੀਂ ਕੀਤਾ। ਮੈਂ ਉਹ ਕੀਤਾ ਜਿਹੜਾ ਦਾਇਰੇ ਤੇ ਕਾਇਦੇ ਕਾਨੂੰਨ ਚਾਹੁੰਦਾ ਸੀ। ਮੈਂ ਲੋਕਾਂ ਨੂੰ ਸੱਚ ਵਿਖਾਇਆ ਕਿ ਯਾਰ 87 ਲੱਖ ਰੁਪਇਆ ਇੱਕ ਦਿਨ ਦਾ ਬੱਸਾਂ ਬਣਾ ਰਹੀਆਂ, ਇੰਡੋ ਕੈਨੇਡੀਅਨ ਬੱਸਾਂ, ਹੋਰ ਕਿਉਂ ਨਹੀਂ ਕਮਾ ਸਕਦਾ? ਕਿਉਂ ਮੇਰੇ ਲੋਕਾਂ ਨੂੰ, ਪੰਜਾਬੀਆਂ ਨੂੰ ਲੁੱਟਿਆ ਜਾ ਰਿਹਾ? ਕਿਉਂ ਉਹਦੀ ਨਿਯਮਾਂ ਦੀਆਂ ਉਲੰਘਣਾ ਕੀਤੀਆਂ ਜਾ ਰਹੀਆਂ? ਮੈਂ ਮੀਡੀਆ ਵਾਲੇ ਲੋਕਾਂ ਨੂੰ ਲੈ ਕੇ ਗਿਆ, ਮੈਂ ਇਕੱਲਾ ਨਹੀਂ ਗਿਆ। ਸੋ ਉੱਥੇ ਅਗਰ ਮੈਂ ਕਹਾਂ ਕਿ ਨਹੀਂ ਸੁਖਬੀਰ ਦੀ ਬੱਸ ਨਹੀਂ ਫੜਨੀ ਜਾਂ ਕੋਈ ਗੱਲ ਨਹੀਂ ਕਰਨੀ, ਜੇ ਸੁਖਬੀਰ ਗਲਤ ਹੈ ਤਾਂ ਉਹਦੀ ਬੱਸ ਉਹਨਾਂ ਦੀ ਫੜ ਲੈਣੀ ਚਾਹੀਦੀ ਹੈ। ਜੇ ਗਲਤ ਨਹੀਂ ਹੈ ਤਾਂ ਬਿਲਕੁਲ ਉਹਨਾਂ ਦੀ ਬੱਸ ਨਹੀਂ ਫੜਨੀ ਚਾਹੀਦੀ। ਫਿਰ ਮੇਰੇ ਤੇ ਉਹਨਾਂ 'ਚ ਕੀ ਫਰਕ ਹੈ? ਸੋ ਦੁਸ਼ਮਣੀ ਐਜ਼ ਸੱਚ ਮੈਂ ਪਾ ਕੇ ਰਾਜੀ ਨਹੀਂ ਹੈ ਬਿਲਕੁਲ, ਪਰ ਆਟੋਮੈਟਿਕਲੀ ਜਦੋਂ ਤੁਸੀਂ ਇਹੋ ਜਿਹਾ ਕੰਮ ਕਰੋਗੇ ਤਾਂ ਉਹਨਾਂ ਨੂੰ ਤਾਂ ਇਹ ਲੱਗਦਾ ਕਿ ਸਾਡੀ ਬੱਸ ਨੂੰ ਤਾਂ ਕਿਸੇ ਨੇ 20 ਸਾਲਾਂ 'ਚ ਹੱਥ ਵੀ, ਇਸ਼ਾਰਾ ਵੀ ਨਹੀਂ ਦਿੱਤਾ। ਮੈਂ ਕਈ ਪੁਲਿਸ ਵਾਲਿਆਂ ਨੂੰ ਪੁੱਛਦਾ ਤੇ ਉਹ ਮੈਨੂੰ ਕਹਿੰਦੇ ਕਿ ਅਸੀਂ ਤਾਂ ਕਦੇ ਚਲਾਨ ਕੱਟਿਆ ਹੀ ਨਹੀਂ, ਬੱਸ ਦਾ ਕਦੇ ਵੇਖੀ ਨਹੀਂ ਬੱਸ ਥਾਣੇ ਖੜੀ। ਸੋ ਮੈਂ ਆਪਦੇ ਫਰਜ਼ਾਂ ਦੀ ਪੂਰਤੀ ਕਰਦਾ। ਭੈਣ ਜੀ ਤੁਸੀਂ ਵੀ ਚੋਣ ਲੜੀ ਸੀ, ਮੇਰੇ ਖਿਆਲ ਤੁਸੀਂ ਕਹਿਣਾ ਚਾਹੁੰਦੇ ਕੁਝ? ਨਹੀਂ ਤੁਸੀਂ ਆਉਣ ਦਿਓ ਬੀਬੀ ਜੀ ਨੂੰ। ਨਹੀਂ ਹੁਣ ਤੁਸੀਂ ਪੁੱਛ ਲਓ। ਭੈਣ ਜੀ ਤੁਸੀਂ ਵੀ ਚੋਣ ਲੜੀ? ਮੈਂ ਨਹੀਂ ਲੜੀ, ਰਾਜਾ ਨਹੀਂ ਲੜੀ। ਅਸੀਂ ਤਾਂ ਤੁਹਾਡੇ ਖਾਤੇ ਪਾਉਨੇ ਆ ਨਾ, ਤੁਸੀਂ ਇੰਨਾ ਪ੍ਰਚਾਰ ਕਰਦੇ ਹੋ। ਤੁਸੀਂ ਪ੍ਰਚਾਰ ਇੰਨਾ ਕਰਤਾ, ਹਰ ਪਾਸੇ ਅੰਮ੍ਰਿਤਾ ਵੜਿੰਗੀ ਹੋਇਆ ਪਿਆ ਸੀ। ਉਹ ਆਪੇ ਹੀ ਹੋ ਗਿਆ। ਉਹ ਜ਼ਿੰਮੇਵਾਰੀ ਨੂੰ ਸਮਝਦਿਆਂ ਕੈਂਪੇਨ ਕੀਤੀ, ਤੇ ਬਾਕੀ ਜੋ ਕੁਝ ਬਣ ਗਿਆ ਉਹ ਤੁਸੀਂ ਲੋਕਾਂ ਨੇ ਬਣਾਤਾ, ਮੀਡੀਆ ਨੇ ਬਣਾਤਾ।
ਉਹ ਨਾ ਮੈਨੂੰ ਲੋਕ ਕਹਿਣ ਲੱਗ ਪਏ ਯਾਰ ਤੇਰੀ ਘਰ ਵਾਲੀ ਨੰਬਰ 1 ਹੈ। ਮੇਰਾ ਤਾਂ ਪਿਛਲੀ ਵਾਰੀ ਜਿਹੜੇ ਨੰਬਰ ਡਿੱਗੇ ਹੀ ਰਹੇ, ਨਹੀਂ ਤਾਂ ਅਦਰਵਾਈਜ਼ ਰਾਜੇ ਵੜਿੰਗ ਦੀ ਗੱਲ ਹੁੰਦੀ ਸੀ ਜੀ। ਬਿਲਕੁਲ ਉਹ ਪਰ ਜਿਹੜੀ ਪਾਰਲੀਮੈਂਟ ਦੀ ਚੋਣ ਸੀ ਉਹਦੇ ਵਿੱਚ ਲੋਕਾਂ ਨੇ ਮੈਨੂੰ ਅਕਸਰ ਹੀ ਪਤਾ ਨਹੀਂ ਤਾਂ ਇਹਦੇ ਸਾਹਮਣੇ ਅਗਲੇ ਕਹਿੰਦੇ ਸੀ, ਪਰ ਪਤਾ ਨਹੀਂ ਕਿਵੇਂ ਜੇ ਕਦੇ ਅਸੀਂ ਇਕੱਠੇ ਪਾਰਟੀ ਜਾਂਦੇ ਸੀ ਉਹ ਤੇਰੀ ਘਰ ਵਾਲੀ ਨੰਬਰ 1 ਹੈ, ਤੈਨੂੰ ਪਿੱਛੇ ਛੱਡ ਗਈ ਹੈ। ਮੈਂ ਕਿਹਾ ਮੈਨੂੰ ਰੋਟੀਆਂ ਪਕਾਉਣ ਲਾਉਂਗੇ। ਹਾਂ ਪਤਾ ਲੱਗਿਆ ਤੁਸੀਂ ਕਹੋ ਵੇਲੇ ਸਰ ਆਜੋ ਮੈਂ ਭਿੰਡੀਆਂ ਬਣਾ ਲਈਆਂ। ਹੁਣ ਵੀ ਜਦੋਂ ਬਿਲਕੁਲ ਹੁਣ ਵੀ ਟੈਣਾ ਸਾਹਿਬ ਇਹ ਹੁੰਦਾ ਹੈ ਕਿ ਜਦੋਂ ਇਹ ਕਈ ਵਾਰੀ ਪਿੰਡਾਂ ਚ ਆਉਂਦੀ ਹੈ ਕਹਿੰਦੀ ਅੱਜ ਭੀੜ ਬਹੁਤ ਜ਼ਿਆਦਾ ਸੀ। ਉਹ ਮੈਂ ਕਿਹਾ ਭਲੀਏ ਮਾਨਸੇ ਇਹ ਭੀੜ ਤੈਨੂੰ ਵੇਖਣ ਏਦਾਂ ਨਹੀਂ ਆਈ ਵੀ ਭੀੜ ਆਈ ਹੈ, ਉਹ ਤੈਨੂੰ ਵੇਖਣਾ ਹੈ। ਅਗਲਾ ਕਹਿੰਦਾ ਰਾਜੇ ਦੀ ਵੋਟੀ ਵੇਖ ਆਉਣੀ ਭੀੜ ਭੜਕ, ਤੈਨੂੰ ਇਹ ਲੱਗਦਾ ਕਿ ਨਹੀਂ ਮੇਰੇ ਜਾਣ ਤੇ ਜ਼ਿਆਦਾ ਭੀੜ ਸੀ। ਕਹਿੰਦੀ ਤੁਹਾਡੇ ਰਸ਼ ਘੱਟ ਸੀ, ਮੈਨੂੰ ਫਲਾਣੇ ਪੀਏ ਨੇ ਦੱਸਿਆ ਜਦੋਂ ਮੈਂ ਗਈ ਉਦੋਂ ਭੀੜ ਬਹੁਤ ਆਈ। ਉਹ ਮੈਂ ਕਿਹਾ ਕਈ ਤੈਨੂੰ ਵੇਖਣ ਵੀ ਆ ਜਾਂਦੇ ਵੀ ਸੋਹਣੀ ਸੁਨੱਖੀ ਹੈ, ਚੱਲ ਵੇਖ ਹੀ ਆਈਏ। ਵਾਹ ਵਾਹ ਦੇਖ ਲਓ ਮੰਨਦੇ ਨਹੀਂ ਵੀ ਤੁਹਾਡੇ ਵਾਰੀ ਭੀੜ ਵਾਕਈ ਜ਼ਿਆਦਾ ਹੋ ਜਾਂਦੀ ਹੈ। ਗੱਲ ਮੈਂ ਤਾਂ ਸੰਗ ਜੇ ਗਿਆ ਟੈਣਾ ਸਾਹਿਬ ਚਲੋ ਧੰਨ ਭਾਗ ਹੈ ਜੇ ਟੈਣਾ ਸਾਹਿਬ ਸੰਗ ਗਏ। ਇਹ ਵੀ ਵੱਡੀ ਗੱਲ ਹੈ। ਇਹ ਪਹਿਲੀ ਵਾਰ ਹੋਇਆ। ਤੁਹਾਨੂੰ ਵਧਾਈਆਂ ਪ੍ਰਾਈਮ ਏਸ਼ੀਆ ਵਾਲਿਆਂ ਨੂੰ, ਤੁਹਾਨੂੰ ਵੀ ਰਵਾਨਾ ਜੀ ਪਹਿਲੀ ਵਾਰੀ ਟੈਣਾ ਸਾਹਿਬ ਸੰਗ ਗਏ। ਬਿਲਕੁਲ ਸਹੀ ਗੱਲ ਹੈ, ਇਤਿਹਾਸ 'ਚ ਪਹਿਲੀ ਵਾਰ ਨਹੀਂ ਤਾਂ ਟੈਣਾ ਸਾਹਿਬ ਦੇ ਜਿਹੜਾ ਨਾਲ ਬੈਠੇ ਜਾਂ ਸਾਹਮਣੇ ਬੈਠਾ ਹਮੇਸ਼ਾ ਉਹੀ ਸੰਗਦੇ ਆ। ਇਹ ਤਾਂ ਜੱਗੋ 13ਵੀਂ ਹੋ ਗਈ ਟੈਣਾ ਸਾਹਿਬ। ਜੀ ਬਿਲਕੁਲ। ਤੇ ਭੈਣ ਜੀ ਜਦੋਂ ਲੋਕਾਂ ਦੇ ਵਿੱਚ ਜਾਂਦੇ ਹੋ, ਲੋਕ ਜਿਹੜੇ ਨੇ ਹਰ ਤਰ੍ਹਾਂ ਦੀ ਗੱਲ ਕਰਦੇ ਨੇ, ਚੰਗੀ ਵੀ, ਮਾੜੀ ਵੀ, ਗੁੱਸੇ ਵਾਲੀ ਵੀ, ਉਲਾਮੇ ਵਾਲੀ ਵੀ। ਉਦੋਂ ਫਿਰ ਮਨ ਦੇ ਕੀ ਵਲਵਲੇ ਹੁੰਦੇ ਨੇ? ਕਦੇ ਗੁੱਸਾ ਵੀ ਆਉਂਦਾ ਬਾਈ ਜੀ ਤੇ ਵੀ ਮੈਨੂੰ ਸੁਣਨਾ ਪੈ ਰਿਹਾ ਐਵੇਂ, ਪਤਾ ਨਹੀਂ ਕਿਉਂ ਨਹੀਂ ਗੱਲ ਸੁਣਦੇ, ਕਿਉਂਕਿ ਇੰਨੇ ਕੰਮ ਨੇ ਸਾਰੇ ਤਾਂ ਨਹੀਂ ਪੂਰੇ ਹੋ ਸਕਦੇ। ਨਹੀਂ ਵੇਖੋ, ਵੱਖੋ ਵੱਖਰੀਆਂ ਸਿਚੁਏਸ਼ਨਸ ਆਉਂਦੀਆਂ ਜਦੋਂ ਤੁਸੀਂ ਪਬਲਿਕ ਨਾਲ ਡੀਲ ਕਰਦੇ ਹੋ, ਪਰ ਹਰੇਕ ਸਿਚੁਏਸ਼ਨ ਨੂੰ ਆਪਦੀ ਪੀਸ ਮੇਨਟੇਨ ਕਰਕੇ ਡੀਲ ਕਰਨਾ ਪੈਂਦਾ। ਸਭ ਤੋਂ ਪਹਿਲਾਂ ਤਾਂ ਆਪਦੇ ਆਪ ਤੇ ਕਾਬੂ ਰੱਖਣਾ ਪੈਂਦਾ ਜਦੋਂ ਤੁਸੀਂ ਪਬਲਿਕ 'ਚ ਜਾਂਦੇ ਹੋ। ਤੇ ਮੈਂ ਹਮੇਸ਼ਾ ਕੋਸ਼ਿਸ਼ ਇਹ ਕਰਦੀ ਹਾਂ ਕਿ ਆਪਦੇ ਆਪ ਤੇ ਕਾਬੂ ਰੱਖ ਕੇ ਹੀ ਜਾਵਾਂ। ਜਿਹਦਾ ਜਿਸ ਤਰ੍ਹਾਂ ਦਾ ਸਵਾਲ ਹੋਵੇ ਉਹਦਾ ਠੰਡੇ ਮਤੇ ਨਾਲ ਜਵਾਬ ਦਿੱਤਾ ਜਾਵੇ ਜੀ। ਤੇ ਗੁੱਸਾ ਜਿੱਥੇ ਆ ਗਿਆ ਉੱਥੇ ਤਾਂ ਫਿਰ ਮੀਟਿੰਗ ਫੇਲ ਹੋ ਜਾਂਦੀ ਹੈ। ਟਰਾਈ ਕਰੀਦਾ ਕਿ ਗੁੱਸਾ ਕਸਾ ਨਾ ਹੀ ਆਵੇ। ਜੀ ਬਿਲਕੁਲ। ਵੈਸੇ ਇੱਕ ਨਿੱਜੀ ਸਵਾਲ ਪੁੱਛਦੀ ਆ, ਇਹ ਇੱਕ ਪੋਲੀਟੀਸ਼ੀਅਨ ਦੇ ਤੌਰ ਤੇ ਨਹੀਂ, ਘਰੇਲੂ ਸਵਾਲ ਹੈ ਕਿ ਹਰ ਇੱਕ ਜਿਹੜੀ ਘਰ ਵਾਲੀ ਹੁੰਦੀ ਹੈ ਉਹਦਾ ਉਲਾਮਾ ਜਿਹਾ ਹੁੰਦਾ ਘਰ ਵਾਲੇ ਵੱਲ ਵੀ, ਫਲਾਣੇ ਦਾ ਘਰ ਵਾਲਾ ਤਾਂ ਆ ਵੀ ਬਣਾ ਕੇ ਖਵਾਉਂਦਾ ਹੈ, ਫਲਾਣੇ ਦਾ ਘਰ ਵਾਲਾ ਤਾਂ ਆ ਵੀ ਕੁੱਕ ਕਰ ਲੈਂਦਾ ਹੈ, ਤੁਸੀਂ ਕਦੇ ਕੁਛ ਨਹੀਂ ਕੁੱਕ ਕੀਤਾ। ਕਦੇ ਘਰ 'ਚ ਇਹ ਗੱਲਾਂ ਵੀ ਚੱਲਦੀਆਂ ਨੇ ਵੀ ਅੱਜ ਤੁਸੀਂ ਵੀ ਭਿੰਡੀਆਂ ਬਣਾ ਕੇ ਦਿਖਾਓ। ਇਸ ਤਰ੍ਹਾਂ ਤਾਂ ਨਹੀਂ ਹੋਇਆ ਕਦੀ, ਕੱਦੂ ਕਤਲੇਆਮ ਕਦੇ। ਪਰ ਰਾਜਾ ਚਾਹ ਬਣਾ ਲੈਂਦੇ ਆ, ਬਣਾ ਕੇ ਪਿਆ ਵੀ ਦਿੰਦੇ। ਵਾਹ। ਤੇ ਦੂਸਰੀ ਗੱਲ ਇਹ ਹੈ ਕਿ ਰਾਜੇ ਨੇ ਕਦੀ ਨਾ ਮੈਨੂੰ ਐ ਉਠਾ ਕੇ ਕਦੀ ਇਹ ਨਹੀਂ ਕਿਹਾ ਕਿ ਮੈਨੂੰ ਆ ਫਲਾਨੀ ਚੀਜ਼ ਬਣਾ ਕੇ ਦਿਓ ਜਾਂ ਚਾਹ ਹੀ ਬਣਾ ਕੇ ਲਿਆ ਦਿਓ। ਜੀ। ਮੈਨੂੰ ਲੱਗਦਾ ਹੈ ਮੈਨੂੰ ਜ਼ਿੰਦਗੀ ਦਾ ਕੋਈ ਇੱਕ ਵੀ ਇਹੋ ਜਿਹਾ ਇਨਸੀਡੈਂਟ ਯਾਦ ਨਹੀਂ ਜਾਂ ਕਦੀ ਵੀ ਰਾਜੇ ਨੇ ਮੈਨੂੰ ਕਿਹਾ ਹੋਵੇ, ਇੱਕ ਵਾਰ ਵੀ ਨਹੀਂ ਕਦੀ ਕਿਹਾ। ਕੀ ਬਾਤ ਹੈ। ਕਦੀ ਸੁੱਤਿਆਂ ਨੂੰ ਨਹੀਂ ਉਠਾਇਆ। ਹਾਂ, ਨੈਵਰ। ਇਹ ਤਾਂ ਕਮਾਲ ਹੋ ਗਈ। ਬਿਲਕੁਲ ਜੀ, ਹਰ ਬੰਦਾ ਆਪਦੀ ਜ਼ਿੰਦਗੀ ਜਿਉਵੇ ਜੀ। ਹਰ ਬੰਦੇ ਨੂੰ ਅਧਿਕਾਰ ਹੈ ਆਪਦੀ ਜ਼ਿੰਦਗੀ ਜਿਉਣ ਦਾ। ਕਦੀ ਰਾਜੇ ਨੇ अर्ਲੀ ਜਾਣਾ ਹੁੰਦਾ ਹੈ ਨਾ। ਜੀ ਜੀ ਜੀ। ਬੜੀ ਵਾਰੀ ਇਹ ਹੁੰਦਾ ਸੀ ਕਿ ਰਾਜਾ ਸਵੇਰ 4 ਵਜੇ ਜਾ ਰਹੇ ਹੈ, 5 ਵਜੇ ਜਾ ਰਹੇ ਹੈ, ਤੇ ਪਤਾ ਹੀ ਨਹੀਂ ਲੱਗਣ ਦਿੰਦੇ ਸੀ, ਚੁੱਪ ਕਰਕੇ ਕਮਰੇ ਚੋਂ ਨਿਕਲ ਜਾਣਾ। ਜਦੋਂ ਨੂੰ ਅਸੀਂ ਉੱਠਣਾ ਉਦੋਂ ਪਤਾ ਲੱਗਣਾ ਕਿ ਰਾਜਾ ਤਾਂ ਚਲੇ ਗਿਆ। ਵਾਹ। ਹਮੇਸ਼ਾ। ਤੇ ਹੁਣ ਤਾਂ ਚੋਣਾਂ ਸਿਰ ਤੇ ਆ ਤੇ ਘਰੇ ਵੀ ਗੱਲਾਂ ਇਹ ਹੁੰਦੀਆਂ ਹੋਣੀਆਂ ਵੀ ਐਤਕੀ ਇਧਰੋਂ ਐ ਹੋ ਜਾਣਾ, ਐਤਕੀ ਆਪਾਂ ਇੱਥੇ ਜੇ ਖੜੇ ਆ, ਐਤਕੀ ਐ ਜੇ ਕਰ ਦੇਣਾ, ਆ ਤਾਂ ਕੁਛ ਵੱਟ ਤੇ ਪਿਆ, ਆ ਥੋੜਾ ਜਿਹਾ ਔਖਾ ਲੱਗਦਾ, ਫਿਰ ਇਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਟੈਣਾ ਸਾਹਿਬ। ਨੈਚੁਰਲੀ ਕਦੇ ਕਦੇ ਸਲਾਹ ਮਸ਼ਵਰਾ 3-4 ਦਿਨਾਂ ਬਾਅਦ ਜਦੋਂ ਇੱਕ ਦੂਜੇ ਦੇ ਦਰਸ਼ਨ ਹੁੰਦੇ ਹੈ ਉਦੋਂ ਫਿਰ ਇਹ ਜਿਹੜੀਆਂ ਪ੍ਰੋਬਲਮਸ ਆ ਡਿਸਕਸ ਕਰ ਲੈਂਦੇ। ਕਦੇ ਕਦੇ ਟੈਲੀਫੋਨ ਤੇ ਹੋ ਜਾਂਦੀਆਂ ਕਿਉਂਕਿ ਕਾਫੀ ਲੇਟ ਆਈਦਾ ਹੈ। ਮਾਰਨਿੰਗ ਵੀ अर्ਲੀ ਸ਼ਡਿਊਲ ਹੁੰਦਾ ਕਿਉਂਕਿ ਮੌਸਮ ਹੁਣ ਰੁੱਸਾ ਰਸਾਈ ਦਾ। ਪਹਿਲੀ ਵਾਰੀ ਮੈਂ ਵੇਖਿਆ ਕਿ ਇਹ ਹੁਣ ਸਹੀ ਮੈਨੇ ਠੰਡ ਦਾ ਮੌਸਮ ਹੁੰਦਾ, ਗਰਮੀ ਦਾ ਮੌਸਮ ਹੁੰਦਾ, ਇਹ ਰਾਜਨੀਤਿਕ ਲੋਕਾਂ ਦੇ ਹੁਣ ਜੁੱਤੀਆਂ ਦਾ ਮੌਸਮ ਆਇਆ ਹੋਇਆ। ਤੋ ਕਦੇ ਕੋਈ ਇਧਰੋਂ ਮਾਰਦਾ, ਕਦੇ ਇਧਰੋਂ ਮਾਰਦਾ, ਫਿਰ ਸੁਣੀ ਦੀਆਂ ਕਈਆਂ ਦੇ ਗਿਲੇ ਜਾਇਜ਼ ਵੀ ਹੁੰਦੇ ਆ ਜਿਨ੍ਹਾਂ ਦੀ ਅਸੀਂ ਅਣਦੇਖੀ ਕਰ ਦਿੰਦੇ ਆ। ਉਹ ਸਾਡੇ ਕੋਲ ਟਾਈਮ ਨਹੀਂ ਹੁੰਦਾ, ਉਹ ਆਪਦੇ ਮਨ ਚੋਂ ਗੁੱਸਾ ਰੱਖਦੇ ਆ। ਉਹ ਗੁੱਸਾ ਕਿਹਦੇ ਤੇ ਕਰਨਾ, ਆਪਦੇ ਤੇ ਕਰਨਾ। ਬਿਲਕੁਲ। ਕਈਆਂ ਦੀਆਂ ਨਜਾਇਜ਼ ਵੀ ਹੁੰਦੀ ਹੈ ਬਿਕੋਜ਼ ਲੋਕਾਂ ਦੀਆਂ ਉਪੇਖਸ਼ਾਵਾਂ, ਉਮੀਦਾਂ ਬਹੁਤ ਵੱਧ ਚੁੱਕੀਆਂ। ਫਿਰ ਉਹਨਾਂ ਨੂੰ ਇਹ ਲੱਗਦਾ ਵੀ ਆਹ ਸਾਡੀ ਚੀਜ਼ ਸਾਨੂੰ ਪੂਰੀ ਨਹੀਂ ਕੀਤੀ, ਇਹ ਹੋਣੀ ਚਾਹੀਦੀ ਸੀ ਜੀ। ਸੋ ਹੁਣ ਮੇਰਾ ਖਿਆਲ ਸਾਡੇ ਜਿਹੜਾ ਹੈਗਾ ਉਹ ਜੁੱਤੀਆਂ ਦਾ ਸੀਜ਼ਨ ਚੱਲ ਰਿਹਾ ਹੈ, ਬਟ ਫਿਰ ਵੀ ਬਹੁਤ ਲੋਕ ਪਿਆਰ ਕਰਦੇ ਜੀ। ਭੈਣ ਜੀ ਅੱਜ ਤਾਂ ਕੱਪੜੇ ਵੀ ਸੁੱਖ ਨਾਲ ਮੈਚਿੰਗ ਪਾਏ ਹੋਏ ਨੇ। ਪਹਿਲਾਂ ਹੀ ਸੋਚਿਆ ਹੋਇਆ ਸੀ ਵੀ ਮੈਂ ਫਲਾਣਾ ਸੂਟ ਪਾਉਣਾ ਹੈ ਤੇ ਉਵੇਂ ਦਾ ਹੀ ਕੁੜਤਾ ਹੋਣਾ ਚਾਹੀਦਾ ਹੈ। ਮੈਨੂੰ ਹੁਣ ਆ ਕੇ ਪਤਾ ਲੱਗਿਆ ਕਿ ਰਾਜੇ ਦੇ ਆ ਪਾਇਆ ਹੋਇਆ। ਅੱਛਾ। ਹਾਂ, ਟੈਣਾ ਸਾਹਿਬ ਇੱਥੋਂ ਪਿਆਰ ਪਤਾ ਲੱਗਦਾ ਹੈ।
ਇੱਥੋਂ ਕੋਆਰਡੀਨੇਸ਼ਨ ਪਤਾ ਲੱਗਦੀ ਹੈ। ਨਹੀਂ ਮੈਚਿੰਗ ਤਾਂ ਥੋੜੀ ਵੀ ਥੋੜੀ ਮੋਟੀ ਮਿਲਦੀ ਹੈ। ਅਸੀਂ ਤਾਂ ਦਫ਼ਤਰੀ ਕੱਪੜੇ ਪਾ ਕੇ ਤੁਰੇ ਫਿਰਦੇ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਕਦੇ ਝੂਠ ਨਹੀਂ ਬੋਲਦਾ, ਆ ਮੈਨੂੰ ਦਫ਼ਤਰ ਨੇ ਲੈ ਕੇ ਦਿੱਤਾ। ਚਲੋ ਮੈਂ ਤਾਂ ਐਂ ਹੀ ਆ ਜਾਣਾ ਸੀਗਾ ਜਿਵੇਂ ਜੇ ਹੁੰਦਾ ਨਾ, ਮੈਨੂੰ ਤਾਂ ਉਹੀ ਕਹਦੇ ਰਹਿੰਦੇ ਵੀ ਤੂੰ ਕੱਲੇ ਵਾਲ ਹੀ ਵਾਹੁਣਾ, ਹੋਰ ਕੁਝ ਨਹੀਂ ਕਰਦਾ। ਟਹਿਣਾ ਸਾਹਿਬ ਬੰਦੇ ਦੀ ਗੱਲਬਾਤ ਹੋਣੀ ਚਾਹੀਦੀ ਹੈ। ਟਹਿਣਾ ਸਾਹਿਬ ਨੂੰ ਪੂਰੀ ਦੁਨੀਆ 'ਚ ਲੋਕ ਜਾਣਦੇ। ਉਹ ਤਾਂ ਤੁਹਾਡਾ ਸੋ ਕੱਪੜੇ ਤਾਂ ਭਾਵੇਂ ਤੁਸੀਂ ਨਾ ਵੀ ਪਾ ਕੇ ਆਓ, ਕੱਲ ਨੂੰ ਪਾਟੇ ਆ ਜਾਓ ਪਾ ਕੇ, ਤਦ ਵੀ ਕੰਮ ਟਹਿਣਾ ਸਾਹਿਬ ਨੂੰ ਤਾਂ ਸੁਣਨਾ ਹੈ ਲੋਕਾਂ ਨੇ। ਟਹਿਣਾ ਸਾਹਿਬ ਦੇ ਕੱਪੜੇ ਕਿਸੇ ਨੇ ਵੇਖਣੇ ਨਹੀਂ, ਟਹਿਣਾ ਸਾਹਿਬ ਦੇ ਗੁਣ ਵੇਖਣੇ। ਮਿਹਰਬਾਨੀ। ਤੁਹਾਡੀ ਜੋੜੀ ਦੇ ਟੋਟਕੇ ਸੁਣਨੇ ਆ, ਤੁਹਾਡੀ ਜੋੜੀ ਦੀ ਕਲਾ ਸੁਣਨੀ ਹੈ, ਤੁਹਾਡੀ ਜੋੜੀ 'ਚ ਜਿਹੜਾ ਤੁਸੀਂ ਨਿਚੋੜ ਕੱਢ ਕੇ ਲਿਆਉਣੇ ਆ ਹਰ ਬੰਦੇ ਦਾ, ਤੁਸੀਂ ਸਾਡੇ ਪੋਤੜੇ ਦੇੜ ਦਿੰਦੇ ਹੋ। ਸੋ ਉਹ ਲੋਕਾਂ ਨੇ ਸੁਣਨਾ। ਆ ਮੈਨੂੰ ਕੱਲ ਪਤਾ ਕੀ ਕਹਿੰਦੇ, ਹਰਮਨ ਜੀ ਮੈਂ ਸ਼ਿਕਾਇਤ ਲਾਉਣ ਲੱਗਾ, ਕਹਿੰਦੇ ਹੁਣ ਚੱलेंगे ਵੜਿੰਗ ਸਾਹਿਬ ਕੋਲੇ ਮੰਤਰੀ ਆ, ਜੇ ਕੋਈ ਫਰਮਾਇਸ਼ ਹੈਗੀ ਰੱਖ ਲਿਓ। ਮੈਂ ਕਿਹਾ ਮੈਂ ਖੱਡ ਲੈ ਦਿਓ ਮੈਨੂੰ ਇੱਕ। ਖੱਡ ਤਾਂ ਨਹੀਂ, ਬੱਸ ਤਾਂ ਮੈਂ ਦੇ ਸਕਦਾ। ਮੋਟਰਸਾਈਕਲ ਵੇਚ ਕੇ ਉਹ ਨਹੀਂ ਆਉਣੀ। ਚਲੋ ਅਸੀਂ ਮਾੜਾ ਮੋਟਾ ਹਿੱਸਾ ਉਸਾ ਪਾ ਦੇਾਂਗੇ, ਦੋਵੇਂ ਇਕੱਠੀ ਚਲਾ ਲਾਂਗੇ, ਸਾਂਝੀ। ਖੱਡ ਤਾਂ ਮੇਰੇ ਵੱਸ ਦਾ ਨਹੀਂ, ਲੇਕਿਨ ਬੱਸ ਮੇਰੇ ਵੱਸ ਦੀ ਜ਼ਰੂਰ। ਹਾਂ ਉਹਦੇ ਮਗਰ ਲਿਖਾਵਾਂਗੇ ਜੀ ਟਹਿਣੇ ਤੇ ਰਾਜੇ ਦੀ ਬੱਸ। ਹਾਂ ਟਹਿਣੇ ਤੇ ਹਰਮਨ ਦੀ ਬੱਸ। ਓ ਵਾਹ ਵਾਹ, ਹਿੱਸਾ ਮੇਰਾ ਵੀ ਹੈ। ਗੱਲੜੀ ਚੜ ਦੇਂਗੇ ਉਹਦੇ ਤੇ। ਨਹੀਂ ਮੈਂ ਤਾਂ ਕਹਿਣਾ ਟਹਿਣਾ ਸਾਹਿਬ ਬਣਾ ਲਓ ਗੱਲ, ਇੱਕ ਤੁਹਾਨੂੰ ਮਿੰਨੀ ਬੱਸ ਦਾ ਪਰਮਿਟ ਦੇ ਦਿੰਦਾ ਦੋਵਾਂ ਨੂੰ, ਨਾਲੇ ਬੱਸ ਚਲਾਈ ਗਏ ਨਾਲੇ ਇੰਟਰਵਿਊ ਕਰਿਆ ਕਰੇ। ਅੱਛਾ, ਕਮਾਲ ਹੋ ਜੂਗੀ। ਪ੍ਰਾਈਮ ਏਸ਼ੀਆ ਟਹਿਣੇ ਤੇ ਹਰਮਨ ਦੀ ਬੱਸ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਪੂੰ ਪਾ 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 ਪੂੰ ਪੂੰ ਪਾ ਜੀ। ਸੋ ਹੋਰ ਕੋਈ ਸਵਾਲ ਰਹਿ ਗਿਆ ਹੋਵੇ ਟਹਿਣਾ ਸਾਹਿਬ ਦਾ? ਤਣਾਅ ਕਿੰਨਾ ਕਾ ਨੇਤਾ ਹਰ 5 ਸਾਲ ਬਾਅਦ ਆਪ ਹੀ ਪ੍ਰੀਖਿਆ 'ਚ ਬਹਿ ਜਾਂਦਾ, ਆਪਦੇ ਆਪ ਨੂੰ ਫਿਰ ਸੂਈ ਦੇ ਨੱਕੇ 'ਚੋਂ ਕੱਢਦਾ, ਫਿਰ 5 ਸਾਲ ਐਂ ਜੇ ਰਹਿੰਦਾ। ਹੁਣ ਕਿੰਨਾ ਕੁ ਤਣਾਅ? ਪਹਿਲੇ ਇਲੈਕਸ਼ਨਾਂ 'ਚ ਕਾਫੀ ਤਣਾਅ ਰਹਿੰਦਾ ਸੀਗਾ ਟਹਿਣਾ ਸਾਹਿਬ। ਹੁਣ ਇੱਕ ਮੈਂ ਸਮਝਦਾ ਕਿ ਇਹ ਜ਼ਿੰਦਗੀ ਦੇ ਉਸ ਪੜਾਅ 'ਚੋਂ ਲੰਘ ਚੁੱਕੇ ਆ। ਇਹ ਤਾਂ ਹੁਣ ਰੂਟੀਨ ਬਾਏ ਰੂਟੀਨ, ਫਿਰ 2.5 ਸਾਲਾਂ ਬਾਅਦ ਪਾਰਲੀਮੈਂਟ ਦਾ ਚੁਣਾਵ ਹੈ, ਫਿਰ 2.5 ਸਾਲਾਂ ਬਾਅਦ ਫਿਰ MLA ਦਾ ਚੁਣਾਵ ਹੈ। ਤਣਾਅ ਤਾਂ ਰਹਿੰਦਾ ਹੈ, ਟੈਨਸ਼ਨ ਤਾਂ ਰਹਿੰਦੀ ਹੈ, ਲੇਕਿਨ ਕਾਫੀ ਤਣਾਅ ਹੁਣ ਲਾ ਕੇ ਰੱਖੇ ਹੋਏ ਹੈ, ਕਿਉਂਕਿ ਜੋ ਹੋਣਾ ਉਹ ਤਾਂ ਹੋ ਕੇ ਰਹਿਣਾ। ਸਾਡਾ ਫਰਜ਼ ਬਣਦਾ ਕਿ ਬੈਸਟ ਐਫਰਟਸ ਤੁਸੀਂ ਕਰੋ, ਮਿਹਨਤ ਕਰੋ, ਕੋਈ ਕਿਤੇ ਕਮੀ ਤੇ ਪੇਸ਼ੀ ਨਾ ਰਹਿ ਜੇ। ਰਹਿੰਦਾ ਥੋੜਾ ਤਣਾਅ ਇਲੈਕਸ਼ਨਾਂ ਦੇ ਦਰਮਿਆਨ, ਬਟ ਹੁਣ ਬਹੁਤ ਘਟਾਇਆ ਹੋਇਆ ਹੈ ਤਣਾਅ। ਆਪਦੇ ਮਨ ਨੂੰ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਹੈ ਕਿ ਨਹੀਂ ਯਾਰ ਤਣਾਅ ਕਰਕੇ ਕੁਝ ਨਹੀਂ ਹੋਏਗਾ, ਕੰਮ ਕਰੋ ਐਂਡ ਆਪਦੇ ਬੈਸਟ ਐਫਰਟਸ ਕਰੋ, ਬਾਕੀ ਪਰਮਾਤਮਾ ਦੀ ਛੱਡ। ਜੀ ਭੈਣ ਜੀ, ਬੀਬੀਆਂ ਨੂੰ ਅਕਸਰ ਆਦਤ ਹੁੰਦੀ ਹੈ ਘਰ 'ਚ ਕੁਝ ਵੀ ਹੋਵੇ ਪਹਿਲਾਂ ਸੁਖਣੀਆਂ ਸ਼ੁਰੂ ਕਰ ਦਿੰਦੀਆਂ ਨੇ, ਵੀ ਆਹ ਹੋ ਜੇ ਤਾਂ ਆਹ ਕਰਾਂਗੇ, ਆਹ ਹੋ ਜੇ ਆਹ ਕਰਾਂਗੇ। ਸੁਖਣੀਆਂ ਸ਼ੁਰੂ ਕਰਤੀਆਂ? ਕਦੀ ਸੁੱਖਾਂ ਵਾਲੀਆਂ ਸੁੱਖੀਆਂ ਨਹੀਂ ਜੀ। ਪਰਮਾਤਮਾ ਨੂੰ ਡੇਲੀ ਰੂਟੀਨ ਦੇ ਵਿੱਚ ਫੋਲੋ ਕਰੀਦਾ, ਉਹਨੂੰ ਧਿਆਈਦਾ ਹੈ, ਪਰ ਇੰਨਾ ਜ਼ਿਆਦਾ ਇਹ ਕੁਝ ਕੀਤਾ ਨਹੀਂ। ਹਾਂਜੀ, ਮੈਂ ਤਾਂ ਲੋਕਾਂ ਨੂੰ ਕਹਿਣਾ ਹੈ ਵੀ ਸੁੱਖ ਨਾ ਸੁੱਖਿਆ ਕਰੋ। ਇਹ ਤਾਂ ਰੱਬ ਨੂੰ ਰਿਸ਼ਵਤ ਦੇਣ ਵਾਲੀ ਗੱਲ ਹੋ ਜਾਂਦੀ ਹੈ ਵੀ ਖੰਡ ਪਾਠ ਕਰਾਉਂਗੀ ਜੇ ਮੁੰਡਾ ਹੋਊਗਾ, ਤਾਂ ਜੇ ਮੁੰਡਾ ਨਾ ਹੋਵੇ ਤਾਂ ਫਿਰ ਖੰਡ ਪਾਠ ਨਹੀਂ ਕਰਾਉਂਗੀ। ਜੀ ਜੀ ਜੀ। ਸੋ ਰੱਬ ਤਾਂ ਹਮੇਸ਼ਾ ਨਾਲ ਹੈ, ਯਾ ਪਰਮਾਤਮਾ ਤੁਹਾਡੇ ਨਾਲ ਹੈ। ਸੁੱਖ ਨਾਲ ਮੈਨੂੰ ਲੱਗਦਾ ਮੱਥਾ ਜ਼ਿਆਦਾ ਪੈਸੇ ਟੇਕਣ ਨਾਲ ਜਾਂ ਸੁੱਖ ਹਾਂ, ਉਹਦਾ ਸ਼ੁਕਰਾਨਾ ਹਮੇਸ਼ਾ ਹੀ ਕਰਦੇ ਰਹਿਣਾ ਚਾਹੀਦਾ। ਬਿਲਕੁਲ। ਸੋ ਇਸੇ ਕਰਕੇ ਵੇਖਿਆ ਹੋਣਾ ਵੀ ਸਾਡੇ ਕੋਈ ਬਾਲਾ ਇਧਰ ਉਧਰ ਵਿਸ਼ਵਾਸ ਨਹੀਂ ਕਰਦੇ। ਜੋ ਹੋਣਾ ਉਹ ਹੋ ਕੇ ਰਹਿਣਾ। ਰੱਬ ਦਾ ਨਾਂ ਚੇਤੇ ਰੱਖੋ ਤੇ ਦਿਲ 'ਚ ਕਾਈਂਡਨੈਸ ਰੱਖੋ ਤੇ ਬਾਕੀ ਸਭ ਚੱਲੀ ਜਾਂਦਾ। ਤੇ ਜੇ ਰੱਬ ਨੇ ਥੱਲਿਓਂ ਲਿਆ ਕੇ ਮੰਤਰੀ ਬਣਾਤਾ, ਕੈਬਨਿਟ ਮੰਤਰੀ, ਸਭ ਤੋਂ ਛੋਟੀ ਉਮਰ ਦਾ ਮੁੰਡਾ ਜਿਹਨੇ ਕਦੇ ਕਲਪਨਾ ਨਹੀਂ ਕੀਤੀ ਸੀ, ਜਿਹਨੂੰ ਕੋਈ ਲੋਕ ਸੋਚ ਨਹੀਂ ਸਕਦੇ। ਸਾਡੇ ਇੱਕ ਮਨੀਮ ਹੁੰਦਾ ਸੀ ਮੇਰੇ ਨਾਨਕਿਆਂ ਦੀ ਆੜਤੀ ਦੁਕਾਨ ਤੇ, ਉਹ ਕਹਿੰਦਾ ਮੈਂ ਨਹੀਂ ਸੋਚਿਆ ਸੀ ਕਿ ਕੁਲਦੀਪ ਸਿੰਘ ਦਾ ਮੁੰਡਾ ਰਾਜਾ ਵੜਿੰਗ ਇੱਥੋਂ ਤੱਕ ਪਹੁੰਚ ਜਾਊਗਾ। ਸੋ ਫਿਰ ਸਬਰ ਵੀ ਹੋਣਾ ਚਾਹੀਦਾ। ਬਾਣੀ 'ਚ ਲਿਖਿਆ ਹੈ ਵੀ ਸਬਰ ਸੰਤੋਖ ਰੱਖੋ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾ। ਸੋ ਜੇ ਸਬਰ ਹੈ ਨਹੀਂ ਤਾਂ ਫਿਰ ਕੁਛ ਨਹੀਂ, ਬਹੁਤ ਕੁਛ ਦੇਤਾ ਰੱਬ ਨੇ। ਆਮ ਦ ਮੋਸਟ ਸੈਟਿਸਫਾਈਡ ਮੈਨ। ਤੇ ਹਾਂ, ਇੱਛਾ ਤੇ ਸੁਪਨਾ ਹੋਰ ਅੱਗੇ ਜਾਂਦਾ ਹੈ, ਜੇ ਰੱਬ ਨੇ ਉਹ ਵੀ ਕੀਤਾ ਤਾਂ ਕਰ ਲਾਂਗੇ। ਫਿਰ ਰੱਬ ਦਾ ਸ਼ੁਕਰਾਨਾ ਤਾਂ ਹੈ ਹੀ। ਜੇ ਬਾਈ ਜੀ ਤੁਸੀਂ ਕਾਂਗਰਸ ਦੇ ਵਿੱਚੋਂ, ਚਲੋ ਇਹ ਤਾਂ ਸਾਰੇ ਜਾਣਦੇ ਆ, ਮੇਰੀ ਕਿਹੋ ਜਿਹੀ ਗੱਲ ਆ, ਤੁਸੀਂ ਚਲੋ ਕਾਂਗਰਸ ਦੇ ਵਿੱਚੋਂ, ਤੇ ਕਾਂਗਰਸ ਦੇ ਵਿੱਚ ਕਿਸੇ ਨਾਲ ਮੁਕਾਬਲੇ ਤੋਂ ਪਹਿਲਾਂ ਆਪਸ ਦੇ ਵਿੱਚ ਨੂਰਾ ਕੁਸ਼ਤੀ ਹੁੰਦੀ ਹੈ। ਜੋ ਆਉਂਦਾ ਅੜਕੇ ਨੱਪੀ ਤੁਰੀ ਆਉਂਦੇ ਕਿੱਲੀ, ਪਹਿਲਾਂ ਆਪਸ 'ਚ ਲੜਦੇ ਹੋ, ਫਿਰ ਗਾਂਹ ਕਿਸੇ ਨਾਲ ਲੜਦੇ ਹੋ। ਲੜਨਾ ਚਾਹੀਦਾ ਇੱਦਾਂ ਕਿਸੇ ਵੀ ਪਾਰਟੀ 'ਚ, ਇੱਕੋ ਪਾਰਟੀ ਦੇ ਨੇਤਾਵਾਂ ਨੂੰ? ਦੇਖੋ ਜੀ, ਪਾਰਟੀ ਦਾ ਡਿਸਿਪਲਿਨ ਤਾਂ ਰੱਖਣਾ ਚਾਹੀਦਾ, ਲੇਕਿਨ ਨੂਰਾ ਕੁਸ਼ਤੀ ਤੋਂ ਬਿਨਾ ਅਗਲਾ ਇੱਕ ਦੂਜੇ ਨੂੰ ਢਾਹ ਤਾਂ ਲਾਉਂਦਾ ਹੀ ਰਹਿੰਦਾ। ਹੁਣ ਕਈ ਮੇਰੇ ਮਗਰ ਲੱਗੇ ਪਏ ਆ, ਮੈਂ ਕਈਆਂ ਦੇ ਮਗਰ ਲੱਗੇ ਹੋਏ। ਅਗਲੇ ਨੂੰ ਇਹ ਲੱਗਦਾ ਕਿ ਨਹੀਂ ਮੈਂ ਇਹਨੂੰ ਸਿੱਟ ਲਾਂ ਕਿਤੇ ਇਹ ਅੱਗੇ ਨਾ ਵੱਜੇ। ਪਰ ਹਾਂ, ਇਸ ਗੱਲ ਨਾਲ ਪਾਰਟੀਆਂ ਦਾ ਨੁਕਸਾਨ ਹੁੰਦਾ ਹੈ।
ਔਰ ਕਿਤੇ ਨਾ ਕਿਤੇ ਤੁਹਾਨੂੰ ਮੈਂ ਸਮਝਦਾ ਕਿ ਆਪਦੇ ਮਨ ਨੂੰ ਉਹ ਤਾਂ ਰੱਖਣਾ ਚਾਹੀਦਾ ਸਟੇਬਲ, ਕਿ ਨਹੀਂ ਯਾਰ ਕੋਈ ਨਹੀਂ, ਮੇਰੀ ਵੀ ਵਾਰੀ ਆ ਜਾਏਗੀ। ਔਰ ਜਿਹੜੇ ਲੋਕ ਆਪਦੀ ਵਾਰੀ ਦਾ ਇੰਤਜ਼ਾਰ ਕਰਦੇ, ਮੈਂ ਤਾਂ ਕਈ ਲੀਡਰ ਦੇਖੇ ਆ ਜਿਹੜੇ ਇਹ ਨੂਰਾ ਕੁਸ਼ਤੀ ਕਰਦੇ ਕਰਦੇ ਆਪਦੇ ਆਪ ਨੂੰ ਫੇਲ ਕਰ ਬੈਠੇ। ਔਰ ਜਿਨ੍ਹਾਂ ਲੋਕ ਸਟੇਬਲ ਰਹੇ, ਜਿਨ੍ਹਾਂ ਨੇ ਲੋਕਾਂ 'ਚ ਲਿਆਕਤ ਰਹੀ, ਆਰਾਮ ਰੱਖਿਆ, ਸਹਿਜੇ ਸਹਿਜੇ ਚੱਲੇ, ਉਹ ਆਪਦੀਆਂ ਮੰਜ਼ਿਲਾਂ ਸਰ ਕਰ ਗਏ। ਸੋ ਮੈਨੂੰ ਲੱਗਦਾ ਕਿ ਖਰਗੋਸ਼ ਦੀ ਚਾਲ ਨਾਲੋਂ ਚੰਗਾ ਹੈ ਕਿ ਤੁਸੀਂ ਕਛੂਏ ਦੀ ਚਾਲ ਚੱਲੋ, ਤੁਸੀਂ ਆਪਦੀ ਮੰਜ਼ਿਲ ਸਰ ਕਰ ਜਾਓਗੇ। ਐਵੇਂ ਲੜਾਈ ਪੜਾਈ ਦਾ ਕੋਈ ਬਹੁਤਾ ਫਾਇਦਾ ਨਹੀਂ ਰਹਿੰਦਾ ਜੀ। ਤੁਹਾਡੀ ਪਾਰਟੀ ਦੇ ਵਿੱਚ ਇਸ ਵੇਲੇ ਕਈ ਜਣੇ ਮੁੱਖ ਮੰਤਰੀ ਦੇ ਚਾਹਵਾਨ ਆ, ਕਦੇ ਸਰਵੇਖਣ ਆ ਗਿਆ, ਕਦੇ ਕੁਛ ਹੋ ਗਿਆ, ਮੰਨਦੇ ਹੋ ਵੀ ਲੜਾਈ ਸਿਖਰ ਤੇ ਇਹ ਵੀ? ਬਿਲਕੁਲ ਬਿਲਕੁਲ ਸਿਖਰ ਤੇ, ਪਰ ਦੇਖ ਲਓ ਕਿੰਨੇ ਮੁੱਖ ਮੰਤਰੀ ਦੇ ਚਾਹਵਾਨ ਸੀ ਤੇ ਬਣ ਗਿਆ ਚੰਨੀ ਸਾਹਿਬ, ਜਿਹਨੂੰ ਪਤਾ ਵੀ ਨਹੀਂ ਸੀ ਕਿ ਮੈਂ ਮੁੱਖ ਮੰਤਰੀ ਪੰਜਾਬ ਬਣਨਾ। ਸੋ ਜੋ ਮੱਥੇ ਤੇ ਲਿਖਿਆ ਉਹ ਮਿਲ ਜਾਣਾ ਹੈ। ਤੁਹਾਡੇ ਇੱਧਰ ਉੱਧਰ ਤਿਕੜਮਬਾਜ਼ੀ ਕਰਨਾ ਕੁਛ ਨਹੀਂ ਬਣਨਾ। ਜੇ ਡਾਕਟਰ ਮਨਮੋਹਨ ਸਿੰਘ ਕਹਿੰਦੇ ਮੈਨੂਪੂਲੇਸ਼ਨ ਤੋਂ ਬਿਨਾਂ ਕੋਈ ਬੰਦਾ ਅੱਗੇ ਨਹੀਂ ਆ ਸਕਦਾ, ਮੈਨੂੰ ਨਹੀਂ ਲੱਗਦਾ ਕਿ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਲਈ ਕੋਈ ਮੈਨੂਪੂਲੇਸ਼ਨ ਕੀਤੀ ਹੋਵੇ। ਤੇ ਪ੍ਰਣਬ ਮੁਖਰਜੀ ਨੇ ਕੋਈ ਆਪਦਾ ਛੱਡਿਆ ਨਹੀਂ ਹੋਣਾ ਕੰਮ, ਲੇਕਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਡਾਕਟਰ ਮਨਮੋਹਨ ਸਿੰਘ ਨੂੰ ਮਿਲਿਆ। ਔਰ ਪਹਿਲੀ ਵਾਰੀ ਇਹ ਹੋਇਆ ਕਾਂਗਰਸ ਪਾਰਟੀ ਦੇ ਵਿੱਚ ਕਿ ਕਾਂਗਰਸ ਪਾਰਟੀ ਨੂੰ ਆਪਦਾ ਭਵਿੱਖ ਦਾ ਪ੍ਰਧਾਨ ਮੰਤਰੀ ਐਲਾਨਣਾ ਪਿਆ ਕਿ ਅਗਲਾ ਪ੍ਰਧਾਨ ਮੰਤਰੀ ਸਾਡਾ ਮਨਮੋਹਨ ਸਿੰਘ ਹੋਏਗਾ ਜਦੋਂ ਸਰਕਾਰ ਬਣੀ। ਸੋ ਮੈਂ ਇਹ ਸਮਝਦਾ ਕਿ ਮਿਹਨਤ ਤਾਂ ਕਰਨੀ ਚਾਹੀਦੀ ਹੈ, ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ, ਲੇਕਿਨ ਕਿਤੇ ਨਾ ਕਿਤੇ ਰੱਬ ਤੇ ਵੀ ਛੱਡ ਦੇਣੀ ਚਾਹੀਦੀ ਹੈ ਕਿ ਰੱਬ ਕਰੇਗਾ ਕਿਰਪਾ। ਐਂਡ ਤੁਹਾਡੇ ਮਿਹਨਤ ਦੇ ਨਾਲ ਤੁਹਾਡੇ ਪਰਮਾਤਮਾ ਆਪੇ ਤੁਹਾਡੇ ਅੱਗੇ ਤਰੱਕੀ ਕਰਦਾ। ਜੀ, ਇਹ ਫਿਰ ਤੋਂ ਰਾਜਨੀਤਿਕ ਗੱਲਾਂ ਸ਼ੁਰੂ ਹੋ ਗਈਆਂ ਤੇ ਆਪਾਂ ਥੋੜੇ ਜਿਹੇ ਸਵਾਲ ਹੋਰ ਕਰੀਏ। ਕੋਈ ਇੱਕ ਗੀਤ ਜਿਹੜਾ ਟੈਣਾ ਸਾਹਿਬ ਨੂੰ ਫਿਰ ਉੱਥੇ ਜਾ ਕੇ ਸੂਈ ਤਾਂ ਆੜੀ ਜਾਂਦੀ ਹੈ ਨਾ ਰਾਜਨੀਤਿਕ ਬੰਦੇ ਤੇ ਆ ਕੇ, ਤੇ ਫਿਰ ਉਹਨਾਂ ਨੇ ਘੁਮਾ ਕੇ ਲਿਆਉਣੀ ਤਾਂ ਹੈ ਕਿਵੇਂ ਨਾ ਕਿਵੇਂ ਗੱਲ, ਭਾਵੇਂ ਬੇਸ਼ੱਕ ਉਹ ਕਹਿਣ ਨਾਨ ਪੋਲੀਟੀਕਲ ਗੱਲ ਹੈ, ਪਰ ਕਿਤੇ ਨਾ ਕਿਤੇ ਮੇਰੇ ਵਰਗਾ ਬੰਦਾ ਜਦੋਂ ਅੱਗੇ ਬੈਠਾ ਉਹਨਾਂ ਨੂੰ ਇਹ ਤਾਂ ਲੱਗਦਾ ਨਾ ਹੈ ਤਾਂ ਇਹ ਲੀਡਰ ਨਾਨ ਪੋਲੀਟੀਕਲ, ਫਿਰ ਉੱਥੇ ਕਦੇ ਨਾ ਕਦੇ। ਜੀ ਬਿਲਕੁਲ ਸਹੀ ਕਹਿ ਰਹੇ ਹੋ। ਤੇ ਵੀਰ ਜੀ ਮੈਂ ਤਾਂ ਇਹ ਬੇਨਤੀ ਕਰਨ ਲੱਗੀ ਸੀ ਵੀ ਕੋਈ ਇੱਕ ਗੀਤ ਜੇ ਭੈਣ ਜੀ ਹੋਰਾਂ ਨੂੰ ਡੈਡੀਕੇਟ ਕਰਨਾ ਹੋਏ, ਕੋਈ ਜ਼ਿਹਨ ਦੇ ਵਿੱਚ ਆਉਂਦਾ ਕਦੇ ਵੀ ਮੈਂ ਆਪਣੀ ਵਾਈਫ ਦੇ ਲਈ ਇਹ ਗਾਣਾ ਮੈਨੂੰ ਚੰਗਾ ਲੱਗਦਾ ਐ ਮੇਰੀ ਜੋਹਰ ਜਬੀ ਤੁਝੇ ਮਾਲੂਮ ਨਹੀਂ, ਕੁਛ ਏਦਾਂ ਦਾ? ਨਹੀਂ, ਲੋਕ ਇਹ ਕਹਿਣਗੇ ਮੈਂ ਕੱਲੀ ਨੂੰ ਤਾਂ ਸੁਣਾ ਦਿੰਦਾ, ਫਿਰ ਲੋਕ ਹੁਣ ਕਹਿਣਗੇ ਪ੍ਰਾਈਮ ਏਸ਼ੀਆ ਤੇ ਇਲੈਕਸ਼ਨਾਂ ਦੇ ਦਿਨਾਂ 'ਚ ਗੀਤ ਸੁਣਾਈ ਜਾਂਦਾ ਹੈ। ਫਿਰ ਕੀ ਹੈ ਜੀ, ਜਿਨ੍ਹਾਂ ਨੇ ਵੋਟਾਂ ਪਾਉਣਗੇ ਉਹ ਵੀ ਤਾਂ ਗਾਉਂਦੇ ਹੀ ਆ। ਵੈਸੇ ਕਹਿ ਰਿਹਾ ਦਿਲ ਤੋਂ ਬੱਚਾ ਹੈ। ਸੋ ਨਹੀਂ ਬਿਲਕੁਲ ਦਿਲ ਤੋਂ ਬੱਚਾ ਹੈ, ਪਰ ਕਦੇ ਕਦੇ ਅਸੀਂ ਫੁਰਸਤ ਦੇ ਪਲਾਂ ਦੇ ਵਿੱਚ ਜੀ ਫਿਰ ਇੱਕ ਦੂਜੇ ਨੂੰ ਖੁਸ਼ ਕਰ ਲਈਦਾ। ਹਾਂ, ਕਦੇ ਕਦੇ ਸੁਣਾ ਦਈਦਾ। ਕੀ ਬਾਤ ਹੈ। ਮਾੜਾ ਜਾ ਹੁਣ ਦੇ ਪਰ ਲੈ ਵੀ ਬੀਬੀ ਤੂੰ ਸੁਣਾਓ। ਨਹੀਂ ਥੋੜਾ ਜਿਹਾ ਕੋਈ ਇੰਨੇ ਚਿਰ ਤਾਂ ਦਵਿੰਦਰ ਕੋਹਿਨੂਰ ਵੀ ਮੰਨ ਜਾਣਾ ਸੀ। ਇਹਨਾਂ ਦਵਿੰਦਰ ਕੋਹਿਨੂਰ ਹੈ ਨਹੀਂ ਨਾ, ਇਹ ਰਾਜਾ ਬੜਿੰਗ ਨੇ। ਕਈ ਵਾਰੀ ਗਾਣਾ ਗਾਇਆ ਮੈਂ ਨਿੱਕਾ ਹੁੰਦਾ ਸੀ ਇਹਨਾਂ ਨੂੰ, ਆਕਾਸ਼ ਕਹੀਂ ਐਸਾ ਹੋਤਾ ਕਿ ਦੋ ਦਿਲ ਹੋਤੇ ਸੀਨੇ में, ਇੱਕ ਟੂਟ ਵੀ ਜਾਤਾ ਇਸ਼ਕ में तो ਤਕਲੀਫ ਨਾ ਹੋਤੀ ਜੀਨੇ में। ਸੋ ਜਦੋਂ ਕਦੇ ਕਦੇ ਉਹ ਮੰਗਣੀ ਤੋਂ, ਵਿਆਹ ਤੋਂ ਪਹਿਲਾਂ ਤੇ ਮੰਗਣੀ ਦੇ ਵਿਚਕਾਰ ਇਹੋ ਜਿਹੇ ਗਾਣੇ ਗੁਣੇ ਜਿਹੜੇ ਥੋੜਾ ਜਿਹਾ ਖੁਸ਼ ਰੱਖਣ, ਕਦੇ ਕਦੇ ਗਾ ਕੇ ਸੁਣਾਉਂਦੇ ਰਹੇ। ਫਿਰ ਹੁਣ ਵੀ ਕਦੇ ਕਦੇ ਬੈਠੇ ਜਦੋਂ ਫੁਰਸਤ ਦੇ ਪਲਾਂ 'ਚ ਬੈਠੇ ਹੁੰਦੇ ਜੀ, ਤੇ ਉਦੋਂ ਫਿਰ ਅਮਨ ਨੂੰ ਦੋ ਸ਼ਬਦ ਪਿਆਰ ਦੇ ਕਹਿ ਦਈਦੇ, ਇਹਨੇ ਨਾਲ ਖੁਸ਼ ਹੋ ਜਾਈਦੇ। ਬਹੁਤ ਵਧੀਆ ਗੱਲ। ਭੈਣ ਜੀ ਉਹਦਾ ਚੰਗਾ ਗਾ ਲੈਂਦੇ ਨੇ ਕਿ ਉਹ ਵੀ ਥੋੜਾ ਜਿਹਾ ਖਰਵੇ ਬੋਲਾਂ ਦੇ ਵਿੱਚ ਗਾਣਾ ਸੁਣਾਉਂਦੇ ਨੇ? ਪੰਜਾਬੀ ਦੇ 70% ਗਾਇਕਾਂ ਵਾਂਗੂ ਹੀ ਆ। ਨਹੀਂ, ਰਾਜਾ ਬਹੁਤ ਸੋਹਣਾ ਗਾ ਲੈਂਦੇ ਜੀ। ਤੇ ਫਿਰ ਤੁਸੀਂ ਵੀ ਕੋਈ ਜਵਾਬ 'ਚ ਗੀਤ ਸੁਣਾਉਂਦੇ ਹੋ ਜਾਂ ਨਹੀਂ? ਨਹੀਂ, ਮੇਰੀ ਆਵਾਜ਼ ਇੰਨੀ ਸੋਹਣੀ ਨਹੀਂ, ਰਾਜੇ ਦੀ ਆਵਾਜ਼ ਬਹੁਤ ਅੱਛੀ ਹੈ ਜੀ। ਭੈਣ ਕੋਈ ਜੀ ਇੱਕ ਉਲਾਮਾ, ਹਾਂ, ਸਮੇਂ ਤੋਂ ਇਲਾਵਾ, ਸਮੇਂ ਦੀ ਗੱਲ ਆਪਾਂ ਕਰ ਚੁੱਕੇ ਹਾਂ, ਕੋਈ ਇੱਕ ਉਲਾਮਾ ਜਿਹੜਾ ਬਾਈ ਜੀ ਦੇ ਸਿਰ ਹੋਵੇ ਵੀ ਤੁਸੀਂ ਮੈਨੂੰ ਆਹ ਲੈ ਕੇ ਨਹੀਂ ਦਿੱਤਾ ਜਾਂ ਤੁਸੀਂ ਮੈਨੂੰ ਇੱਥੇ ਲੈ ਕੇ ਨਹੀਂ ਗਏ? ਨਾ, ਕੋਈ ਵੀ। ਕੱਲਾ ਸਮਾਂ ਇੱਕੋ ਹੀ ਲੰਬ ਹੈ ਸਮੇਂ ਦਾ, ਲੈਣ ਦਾ ਕੋਈ ਇਸ ਤਰ੍ਹਾਂ ਦੀ ਗੱਲ ਆਉਣੀ। ਕਿਉਂਕਿ ਕਹਿੰਦੇ ਨਾ ਬੀਬੀਆਂ ਨੂੰ ਕੋਈ ਨਹੀਂ ਖੁਸ਼ ਕਰ ਸਕਦਾ, ਚਾਹੇ ਲੱਖਾਂ ਸੂਟ ਪਏ ਨੇ, ਚਾਹੇ ਲੱਖਾਂ ਚੀਜ਼ਾਂ ਘਰ 'ਚ ਪਈਆਂ ਨੇ, ਮਹਿੰਗੀ ਤੋਂ ਮਹਿੰਗੀ ਚੀਜ਼ ਕੋਲ ਹੈ, ਤਾਂ ਵੀ ਕੋਈ ਨਾ ਕੋਈ ਉਲਾਮਾ ਹੁੰਦਾ ਜ਼ਰੂਰ ਹੈ ਵੀ ਮੈਨੂੰ ਆਹ ਨਹੀਂ ਨਾ ਲੈ ਕੇ ਦਿੱਤਾ, ਭਾਵੇਂ ਛੋਟੀ ਜਿਹੀ ਚੀਜ਼ ਹੋਵੇ ਕੋਈ। ਨਹੀਂ ਹਰਮਨ, ਕਦੇ ਉਲਾਮਾ ਨਹੀਂ ਦਿੱਤਾ, ਮੈਂ ਹੀ ਜਵਾਬ ਦੇ ਦਿੱਤਾ, ਕਦੇ ਕੋਈ ਉਲਾਮਾ। ਵੀਰ ਜੀ ਕਿਤੇ ਐ ਤਾਂ ਨਹੀਂ ਵੀ ਹੁਣੇ ਨਾ ਆ ਜਾਏ ਕੋਈ? ਨਹੀਂ, ਮੋਰ ਦੈਨ ਸੈਟੀਸਫਾਈਡ। ਵਾਹ। ਤੇ ਤੁਹਾਨੂੰ ਕੋਈ ਉਲਾਮਾ ਹੋਵੇ? ਕੋਈ ਉਲਾਮਾ ਨਹੀਂ, ਕਦੇ ਕਦੇ ਲੜ ਪੈਂਦੀ ਹੈ, ਬਸ ਇਹੀ ਉਲਾਮਾ ਹੈ, ਅਦਰਵਾਈਜ਼ ਕੋਈ ਉਲਾਮਾ ਨਹੀਂ। ਮੈਨੂੰ ਮੇਰੀ ਵਾਈਫ ਦੇ ਨਾਲ ਬੜਾ ਬਲ ਮਿਲਿਆ। ਵਾਹ। ਔਰ ਮੈਂ ਅਕਸਰ ਹੀ ਲੋਕਾਂ ਕਹਿੰਦਾ ਹੈ ਕਿ ਔਰਤਾਂ ਦਾ ਸਤਿਕਾਰ ਕਰੋ,
ਔਰ ਜਿੱਦਾਂ ਦੀ ਮੇਰੇ ਘਰ 'ਚ ਮੇਰੀ ਘਰ ਵਾਲੀ ਆਈ ਹੈ, ਅਮਨ ਆਈ ਹੈ, ਇਸ ਘਰ ਨੂੰ ਭਾਗ ਲੱਗੇ। ਲੱਗੇ। ਵਾਹ। ਤੇ ਮੈਂ ਤਾਂ ਇਹਨੂੰ ਬਹੁਤ ਲੱਕੀ ਸਮਝਦਾ। ਔਰ ਮੈਂ ਕਦੇ ਨਾ ਕਦੇ ਡੋਲ ਜਾਂਦਾ, ਕੋਈ ਤਕਲੀਫ ਆਉਂਦੀ ਹੈ, ਕੋਈ ਗੱਲ ਹੋ ਜਾਂਦੀ ਹੈ ਰਾਜਨੀਤਿਕ ਦੇ ਵਿੱਚ, ਕਦੇ ਤੁਹਾਨੂੰ ਮਿਨਿਸਟਰ ਨਹੀਂ ਬਣਾਇਆ ਗਿਆ, ਕਨਫਿਊਜ਼ਨ ਆ ਗਈ ਵੀ ਬਣਾਉਣਗੇ ਨਹੀਂ ਬਣਾਉਣਗੇ, ਹੋਰ ਕੋਈ ਜ਼ਿੰਦਗੀ 'ਚ ਕੋਈ ਅੜਚਨ ਆ ਗਈ, ਤੁਹਾਡੇ ਜੀਵਨ 'ਚ ਅੜਚਨ ਆ ਗਈ, ਅਮਨ ਹਮੇਸ਼ਾ ਦਲੇਰੀ ਨਾਲ ਕਿ ਨਹੀਂ ਪਰਵਾਹ ਨਾ ਕਰ, ਕੁਛ ਨਹੀਂ ਹੁੰਦਾ, ਚਿੰਤਾ ਨਾ ਕਰ, ਕਿ ਜਿਵੇਂ ਤੁਹਾਨੂੰ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਨਾਲ ਖੜਨਾ ਚਾਹੀਦਾ ਜੀ। ਕਈ ਤਾਂ ਵਿਚਾਰੇ ਡਰ ਜਾਂਦੀਆਂ ਨਾ ਕਿ ਨਹੀਂ ਜੀ ਹੁਣ ਕੀ ਕਰਾਂਗੇ, ਫਿਕਰ। ਇਹ ਕਹਿੰਦੇ ਨਹੀਂ, ਪਰਵਾਹ ਹੀ ਨਾ ਕਰ। ਸੋ ਉਹਦੇ ਨਾਲ ਤੁਹਾਨੂੰ ਬੜਾ ਬੂਸਟ ਮਿਲਦਾ ਹੈ। ਕੋਈ ਲਾਂਬੇ ਵਾਲੀ ਤਾਂ ਗੱਲ ਹੀ ਨਹੀਂ, ਮਤਲਬ ਹੀ ਨਹੀਂ। ਪਰਮਾਤਮਾ ਨਜ਼ਰ ਨਾ ਲਾ ਦੇ ਜੀ, ਸੱਚੇ ਪਾਤਸ਼ਾਹ ਹੀ ਕਿਰਪਾ ਰੱਖੇ, ਲੇਕਿਨ ਕਦੇ ਜ਼ਿੰਦਗੀ 'ਚ ਇਸ ਮਾਂ ਦੀ ਧੀ ਨੇ ਲਾਂਭਾ ਨਹੀਂ ਆਉਣ ਦਿੱਤਾ। ਕੀ ਬਾਤ ਹੈ। ਨਾ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਮੈਂ ਛਾਤੀ ਚੌੜੀ ਕਰਕੇ ਚੱਲਦਾ, ਇਹਦੇ ਸਿਰ ਤੇ ਸਾਰਾ ਕੁਝ ਛੱਡ ਜਾਂਦਾ, ਇੰਨਾ ਮਾਣ। ਕੀ ਬਾਤ ਹੈ। ਬਿਲਕੁਲ। ਚਲੋ ਤੁਹਾਡੀ ਜੋੜੀ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ। ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਥੈਂਕ ਯੂ। ਤੁਹਾਡੇ ਬੱਚੇ ਸਹੀ ਸਲਾਮਤ ਰਹਿਣ, ਥੈਂਕ ਯੂ। ਜ਼ਿੰਦਗੀ ਦੇ ਵਿੱਚ ਜ਼ਿੰਦਾਬਾਦ ਰਹਿਣ, ਇਹ ਪਰਿਵਾਰ ਇਦਾਂ ਹੀ ਖੁਸ਼ਹਾਲ ਰਹੇ। ਥੈਂਕ ਯੂ। ਸਾਰੇ ਹੀ ਰਹਿਣ ਖੁਸ਼ਹਾਲ। ਜੀ। ਪੰਜਾਬ ਬਾਈ ਜੀ ਘੁੱਗ ਵਸਦਾ ਸੀ ਹੈ। ਇਹਦੇ ਉੱਤੇ ਮੈਂ ਥੋੜਾ ਜਿਹਾ ਕੁਐਸਚਨ ਪਾਉਣਾ, ਕਿਉਂਕਿ ਬਹੁਤ ਕੁਝ ਤੋੜ ਦਿੱਤਾ, ਵਿਛੋੜ ਦਿੱਤਾ, ਪਿੰਡਾਂ ਦੇ ਵਿੱਚ ਵੰਡੀਆਂ ਪੈ ਗਈਆਂ। ਉਹਦੇ ਪਿੱਛੇ ਵੀ ਕਈ ਨੇਤਾ ਹੀ ਜ਼ਿੰਮੇਵਾਰ ਆ। ਜਵਾਨੀ ਇੱਥੇ ਟਿਕ ਕੇ ਰਾਜੀ ਨਹੀਂ, ਇਹਦੇ ਪਿੱਛੇ ਵੀ ਕਈ ਨੇਤਾ ਹੀ ਜ਼ਿੰਮੇਵਾਰ ਆ। ਪਰ ਸੱਚੀ ਮੁੱਚੀ ਪੰਜਾਬ ਦਾ ਕੁਝ ਚੰਗਾ ਹੋ ਜੇ, ਮਰਨ ਤੋਂ ਪਹਿਲਾਂ ਅਸੀਂ ਕੁਝ ਚੰਗਾ ਦੇਖ ਲਈਏ। ਪਰਮਾਤਮਾ ਕਿਰਪਾ ਕਰੇ। ਜ਼ਰੂਰ ਸਾਡੀ ਵੀ ਇਹ ਸੋਚ ਹੈ ਟਹਿਣਾ ਸਾਹਿਬ ਕਿ ਕੁਝ ਪੰਜਾਬ ਦਾ ਚੰਗਾ ਹੋ ਜੇ, ਤੇ ਲੋਕ ਇਹ ਯਾਦ ਰੱਖਣ ਕਿ ਸ਼ਾਇਦ ਅਸੀਂ ਯੋਗਦਾਨ ਪਾ ਸਕੀਏ ਇਹਨੂੰ ਠੀਕ ਕਰਨ ਦੇ ਵਿੱਚ। ਤੇ ਆਸ ਕਰਦੇ ਹਾਂ ਪਰਮਾਤਮਾ ਕਿਰਪਾ ਕਰੇ, ਸਾਡੇ ਪੰਜਾਬ ਨੂੰ ਚਾਰ ਚੰਨ ਲੱਗੇ ਰਹਿਣ, ਤੇ ਇਹਨੂੰ ਨਜ਼ਰ ਨਾ ਲੱਗੇ। ਇਹ ਮੁੜ ਹੱਸਦਾ ਵਸਦਾ ਪੰਜਾਬ, ਜਿਹੜਾ ਪੁਰਾਣਾ ਪੰਜਾਬ ਹੁੰਦਾ ਸੀ, ਇਹ ਹਮੇਸ਼ਾ ਬਰਕਰਾਰ ਰਹੇ। ਜੀ। ਤੇ ਪਸੰਦੀਦਾ ਸਵਾਲ ਪੁੱਛ ਲਓ ਟਾਣਾ ਸਾਹਿਬ। ਚੱਜ ਦਾ ਵਿਚਾਰ ਦੇ ਵਿੱਚ ਆ ਕੇ ਬਾਈ ਜੀ ਕਿਵੇਂ ਦਾ ਲੱਗਿਆ? ਸੱਚੀ ਮੁੱਚੀ ਠਾ ਸੋਟਾ ਛੱਡ ਦਿਓ। ਯਾਰ ਮੈਂ ਤੁਹਾਨੂੰ ਵੇਖਦਾ ਹੁੰਦਾ ਸੀ ਉਹਦੇ ਤੇ ਰੋਜ਼ ਚੱਜ ਦਾ ਵਿਚਾਰ, ਕਦੇ ਨਾ ਕਦੇ, ਹੁਣ ਤਾਂ ਖੈਰ ਮੌਕਾ ਨਹੀਂ ਮਿਲਦਾ, ਪਰ ਅੱਜ ਐਂ ਲੱਗਿਆ, ਮੈਨੂੰ ਲੱਗਦਾ ਸੀ ਕਦੇ ਚੱਜ ਦੇ ਵਿਚਾਰ 'ਚ ਕਦੇ ਟਹਿਣਾ ਸਾਹਿਬ ਤੇ ਹਰਮਨ ਸਾਡੇ ਨਾਲ ਵੀ ਗੱਲ ਕਰਨਗੇ, ਤੇ ਨਜ਼ਾਰਾ ਆ ਗਿਆ। ਸੱਚੀ ਤਾਂ ਇਹ ਗੱਲ। ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ। ਬਹੁਤ ਚੰਗਾ ਲੱਗਿਆ ਭੈਣ ਜੀ, ਬਹੁਤ ਸ਼ੁਕਰੀਆ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਏਦਾਂ ਹੀ ਬੈਠ ਕੇ ਤੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ। 40 ਮਿੰਟ ਦਾ ਪਤਾ ਨਹੀਂ ਲੱਗਾ ਕਦੋਂ ਹੋ ਗਏ ਠੋਕੋ। ਚਲੋ ਕਿਆ ਗੱਲ ਕਰਦੇ ਸ਼ੁਰੂ ਕਰੋ ਹੁਣ। ਬਿਲਕੁਲ। ਤੇ ਆਪਾਂ ਪ੍ਰੋਗਰਾਮ ਹੁਣ ਸਮੇਟੀਏ, ਜਾਣਦਾ ਹੋ ਗਿਆ ਵੇੜਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਚਾਰਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।